ਫਿਰ ਇਹਨਾਂ ਨੇ 1 ਮਿੰਟ ਨਹੀਂ ਸੀ ਕੱਢਣਾ। ਮੈਂ ਉੱਪਰ ਆ ਜਾਂਦਾ ਤੇ ਮੈਂ ਤੇ ਨਹੀਂ ਸੀ ਇੰਨਾ ਸਬਰ ਕਰਨਾ, ਤੁਹਾਨੂੰ ਪਤਾ ਮੈਂ ਤੇ ਡਾਇਰੈਕਟ ਟੁਰ ਜਾਣਾ ਸੀ ਮਿਸਤਰੀਆਂ ਤੇ ਉਹਨਾਂ ਦੇ ਮਿਸਤਰੀਆਂ ਤੇ। ਮੈਂ ਤੇ ਇਹਨੂੰ ਇੰਨੀ ਲੰਮੀ ਗੱਲ ਨਹੀਂ ਸੀ ਕਰਨ ਦੇਣੀ ਹੁੰਦੀ, ਐਸੀ ਦੀ ਤੈਸੀ। ਜੇ ਛੜਾ ਲੜਨਾ ਹੀ ਹੈ ਤੇ ਆਓ ਲੜ ਲੈਣੇ 2 ਮਿੰਟ ਚ, ਤੁਹਾਡੇ ਨਾਲ ਤੇ ਲੜਾਈ ਮੁੱਕ ਜਾਂਦੀ ਹੈ। ਹਾਂ ਤੁਹਾਡੇ ਤੇ ਹੌਸਲਾ ਹੀ ਨਹੀਂ ਆਇਆ ਗੱਲ ਸੁਣਨ ਦਾ। ਸ਼ਾਹ ਸਾਹਿਬ ਤਸ਼ਰੀਫ ਲਾਏ, ਅਸਲਾਮ ਵਾਲੇਕੁਮ। ਹੁਣ ਆਪਣਾ ਇਮੇਜ ਉਹਨੇ ਖਰਾਬ ਕੀਤਾ, ਡਾਕਟਰ ਜ਼ਕਰੀਆ ਨੇ ਮਜਮੂਈ ਤੌਰ ਤੇ ਅੱਜ ਆਪਣਾ ਇਮੇਜ ਖਰਾਬ ਕੀਤਾ ਹੈ। ਅਸੀਂ ਮੈਂ ਉਹਨੂੰ ਇਹ ਕਹਿ ਆਇਆ ਕਿ ਵੀ ਮੇਰੇ ਜ਼ਿਹਨ ਚ ਤੁਹਾਡਾ ਜਿਹੜਾ ਇਮੇਜ ਪਰਸੋਂ ਬਣਿਆ ਸੀ ਉਹ ਤੁਸੀਂ ਖਰਾਬ ਕਰ ਲਿਆ। ਕਿਹਦੀ ਵਜ੍ਹਾ ਤੋਂ ਕੀਤਾ ਹੈ, ਕਿਹਦੀ ਡਿਕਟੇਸ਼ਨ ਦੀ ਕੀਤਾ ਹੈ, ਕਿਹਦੇ ਪ੍ਰੈਸ਼ਰ ਦੀ ਵਜ੍ਹਾ ਤੋਂ ਕੀਤਾ ਹੈ, ਤੁਹਾਨੂੰ ਪਤਾ ਹੈ ਤੇ ਜਾਂ ਉਹਨਾਂ ਨੂੰ ਪਤਾ ਹੈ। ਲੇਕਿਨ ਮੈਨੂੰ ਨਜ਼ਰ ਆਉਂਦਾ ਮੈਂ ਵੀ ਰੋਟੀ ਨੂੰ ਚੋਚੀ ਨਹੀਂ ਆਖਦਾ। ਇਹ ਜਿਹੜਾ ਹੁਣ ਮੀਆਂ 49 ਤੇ ਉਹ ਤਾਲ ਮਨਾਨ, ਉਹ ਪ੍ਰੈਸ਼ਰ ਹੀ ਪਾਉਣ ਲੱਗੇ ਸਨ ਉਹਨਾਂ ਤੇ। ਇਹ ਘੰਟਾ ਪੂਰਾ ਪ੍ਰੈਸ਼ਰ ਉਹਦੇ ਤੇ ਪਾਉਂਦੇ ਰਹੇ ਨੇ ਦੋਵੇਂ ਤੇ, ਨਾਲ 2 ਛੜੀਏ ਲੈ ਕੇ। ਇਹ ਦੂਜੇ ਜਿਹੜੇ ਸਾਲਾ ਭਨੂਜਾ ਗਾਲਾਂ ਕਰਦੇ ਰਹੇ, ਇਹ ਪਿੱਛੋਂ ਬਹਿ ਕੇ ਪ੍ਰੈਸ਼ਰ ਪਾਉਂਦੇ ਨੇ। ਇਹ ਸਭ ਪ੍ਰੈਸ਼ਰ ਪਾਉਣ ਲੱਗੇ ਨੇ ਉਹਨਾਂ ਦੇ ਉੱਤੇ ਮਰਜ਼ਾਈ ਦੂਜੇ। ਉਹ ਇਹਨਾਂ ਦੇ ਪ੍ਰੈਸ਼ਰ ਦੀ ਵਜ੍ਹਾ ਤੋਂ ਅਗਰ ਉਹਨਾਂ ਨੇ ਮਾਹੌਲ ਨਹੀਂ ਅਗਲੀ ਵਾਰੀ ਪ੍ਰੋਵਾਈਡ ਕਰਨਾ ਤਾਂ ਅਸੀਂ ਕੀ ਜਾਣ ਲੱਗੇ। ਉਸ ਬੰਦੇ ਦੀ ਬਰਾਤ ਤੇ ਜਾਵਾਂਗੇ ਜਿਹੜਾ ਸਾਨੂੰ ਅਸ਼ੋਰਟੀ ਕਰਾਏਗਾ ਕਿ ਬਈ ਉੱਥੇ ਗੱਲ ਹੋਵੇ ਦੀ, ਪ੍ਰੋਡਕਟਿਵ ਗੱਲ ਹੋਵੇ ਦੀ, ਜਿਸ ਤਰ੍ਹਾਂ ਦੀ ਪਰਸੋਂ ਹੋਈ ਮੌਜੂ ਰੱਖ ਕੇ। ਇਹ ਮੌਜੂ ਕੀ ਰੱਖਿਆ ਸੀ? ਮੈਂ ਤੇ ਉਸ ਆਇਆ ਤੇ ਕਿ ਫਤਵੇ ਸ਼ੁਰੂ ਹੋਏ ਸੀ, ਮੌਜੂ ਕੀ ਰੱਖਿਆ ਸੀ ਇਹਦੇ ਨਾਲ ਕੱਲ ਹੋਣਾ? ਕੋਈ ਮੌਜੂ ਹੀ ਨਹੀਂ ਸੀ। ਕਹਿੰਦਾ ਮੈਨੂੰ ਆਪਣਾ ਮੁਸਲਮਾਨ ਹੋਣਾ ਸਾਬਤ ਕਰ। ਮੈਂ ਕਿਹਾ ਚਲੋ ਕਰਦੇ ਆ ਫਿਰ। ਨਹੀਂ ਇਹ ਕੋਈ ਮੌਜੂ ਹੈ? ਜਾਣਾ ਤੂੰ ਆਪਣਾ ਬੰਦੇ ਦਾ ਪੁੱਤਰ ਹੋਣਾ ਸਾਬਤ ਕਰ, ਲਾਲ ਦਾ ਨੁਤਫਾ ਹੋਣਾ ਸਾਬਤ ਕਰ। ਜੇ ਮੈਂ ਤੇਰਾ ਕਾਦੀਆਂ ਦਾ ਨੁਤਫਾ ਸਾਬਤ ਨਾ ਕਰਾਂ, ਮੇਰਾ ਨਾਂ ਬਦਲਦੀ। ਦੱਸ ਤੇਰੀ ਨਾਨੀ ਦਾਦੀ ਕਿੱਥੇ ਕੰਮ ਕਰਦੀਆਂ ਸਨ? ਨਹੀਂ ਸਨ ਉੱਥੇ ਕੰਮ ਕਰਦੀਆਂ ਜਾ ਕੇ ਕਾਦੀਆਂ ਚ। ਜਿਹੜਾ ਅੱਲਾਹ ਦੇ ਨਬੀ ਦੇ ਪਹੁੰਚਦੇ ਨੇ, ਇਹ ਤਾਂ 100% ਉਹੀ ਨੁਤਫਾ ਹੈ। ਸਾਨੂੰ ਤਾਂ ਦੱਸਣ ਦੀ ਲੋੜ ਹੀ, ਕੁਰਾਨ ਦਾ ਫੈਸਲਾ ਹੈ ਜ਼ਨੀਮ ਨੇ। ਇਹ ਕਿਹੜਾ ਮੌਜੂ ਹੈ ਆਪਣਾ ਮੁਸਲਮਾਨ ਹੋਣਾ ਸਾਬਤ ਕਰ? ਚੰਗਾ ਮੌਜੂ ਰੱਖਿਆ। ਮੈਂ ਤਾਂ ਹੀ ਕਹਿੰਦਾ ਨਾ, ਮੈਂ ਉੱਥੇ ਹੁੰਦਾ ਤੇ ਇਹ ਮੌਜੂ ਤੇ ਗੱਲ ਹੋਣੀ ਨਹੀਂ ਸੀ ਹੈ ਤੇ ਜਾਂ 2 ਮਿੰਟ ਦੇ ਵਿੱਚ ਫੈਸਲਾ ਹੋ ਜਾਣਾ ਸੀ। 1 ਮਿੰਟ ਕਾਲ ਪੀ ਜਾਂਦੇ। अस्सलाम वालेकुम उस्ताद मोहतरम। वालेकुम सलाम व रहमतुल्लाह। हाँ जी, की होया है? मुख्तसर थोड़ा जा सानू दस दिओ की होया। कुछ भी नहीं जी, ਉਹਦੇ ਬਰਾੜ ਤੇ ਗਿਆ ਸੀ ਡਾਕਟਰ ਜ਼ਕਰੀਆ ਦੀ ਤੇ। ਠੀਕ ਹੈ। ਪਹਿਲੇ ਉਹਨੇ ਕੋਸ਼ਿਸ਼ ਕੀਤੀ, ਉੱਥੇ ਕ੍ਰਿਸਚੀਅਨ ਆਇਆ ਸੀ, ਮਸੀਹ ਦੋਸਤ ਆਇਆ ਸੀ ਤੇ ਉਹਦੇ ਕੋਲੋਂ ਉਹਦੇ ਨਾਲ ਲੜਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਸਾਨੂੰ, ਮੈਨੂੰ ਤੇ ਅਮਰ ਭਾਈ ਨੂੰ। ਉਹਨੇ ਮਾਸ਼ਾਅੱਲਾ ਸਮਝਦਾਰੀ ਨਾਲ ਕੰਮ ਲਿਆ, ਉਹ ਇਹਨਾਂ ਦੇ ਟਰੈਪ 'ਚ ਨਹੀਂ ਆਇਆ। ਫਿਰ ਉੱਥੇ ਇਹਨੇ ਆਇਆ ਇਹਨਾਂ ਦਾ ਉਹ, ਤੇ ਉਹਨੇ ਆਉਂਦਿਆਂ ਹੀ ਹਜ਼ਰਤ ਈਸਾ ਅਲੈਹਿਸ ਸਲਾਮ ਦੀ ਗੁਸਤਾਖੀ ਕਰ ਦਿੱਤੀ। ਤੇ ਉਹ ਚਾਹੁੰਦਾ ਸੀ ਵੀ ਅੱਗੋਂ ਇਹ ਵੀ ਕੋਈ ਗੱਲ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੇ ਬਾਰੇ ਕੋਈ ਇੰਝ ਦੀ ਹਲਕੀ ਕਰੇ ਤੇ ਅਸੀਂ ਉਹਦੀ ਰਿਕਾਰਡਿੰਗ ਕਰਕੇ ਤਮਾਸ਼ੇ ਕਰੀਏ। ਲੇਕਿਨ ਉਦੋਂ ਵੀ ਉਹਨੇ ਨਾ ਸਮਝਦਾਰੀ ਨਾਲ ਕੰਮ ਲਿਆ। ਇੱਥੋਂ ਗੱਲ ਸ਼ੁਰੂ ਹੋਈ ਆ। ਆਮਨ ਨਜ਼ੀਰ ਭਾਈ ਵੀ ਉੱਤੋਂ ਆ ਗਏ। ਉਹ ਹੁਣ ਕਹਿਣ ਵੀ ਇਹ ਜਿਹੜਾ ਨਾ ਕ੍ਰਿਸਚਨ ਆ, ਤੁਸੀਂ ਕਰੋ ਗੱਲ। ਅਸੀਂ ਕਿਹਾ ਵੀ ਕ੍ਰਿਸਚਨ ਨਾਲ ਕਰਨੀ ਤਾਂ ਅਸੀਂ ਆਪਣੀ ਬਰਾੜ ਤੇ ਕਰਾਂਗੇ। ਆਮਨ ਨਜ਼ੀਰ ਭਾਈ ਕਹਿੰਦੇ ਜਾਂ ਅਸੀਂ ਆਪਣੀ ਤੇ ਕਰਾਂਗੇ ਜਾਂ ਉਹਦੇ ਨਾਲ ਉਹਦੀ ਬਰਾੜ ਤੇ ਜਾ ਕਰਾਂਗੇ। ਇੱਥੇ ਤੁਹਾਡੇ ਕੋਲ ਅਸੀਂ ਕਿਉਂ ਕਰੀਏ? ਬਿਲਕੁਲ ਠੀਕ। ਇੱਥੇ ਤੁਸੀਂ ਮਿਰਜ਼ੇ ਨੂੰ ਕਰੋ ਸੱਚਾ ਸਾਬਤ। ਉਹ ਜਦੋਂ ਉਹਦੀ ਵਾਰੀ ਟਰਨ ਆਈ, ਉਹ ਵੀ ਕਹਿੰਦਾ ਕਿ ਭਾਈ ਮੈਂ ਤੇ ਇੱਥੇ ਤੁਹਾਡੇ ਕੋਲ ਮਿਰਜ਼ਈਆਂ ਕੋਲ ਆਇਆ, ਤੁਸੀਂ ਮੈਨੂੰ ਜ਼ਿਲੇ ਬਰੂਜ਼ੀ ਆਪਣਾ ਇਸਲਾਮ ਜਿਹੜਾ ਉਹ ਸਾਬਤ ਕਰੋ। ਕਿ ਤੁਸੀਂ ਕਹਿੰਦੇ ਹੋ ਸਾਰੇ ਨਬੀ ਜਿਹੜੇ ਆ ਉਹ ਪਹਿਲੇ ਉਹਨਾਂ ਦੀ ਖਤਮ ਹੋ ਗਈ ਹੈ, ਤੁਹਾਨੂੰ ਜ਼ਿਲੀ ਬਰੂਜ਼ੀ ਆਣੇ ਆ। ਤਾਂ ਜ਼ਿਲੀ ਬਰੂਜ਼ੀ ਮੈਂ ਤਾਂ ਲੱਭਣ ਆਇਆ, ਤਾਂ ਮੈਨੂੰ ਤਾਂ ਜ਼ਿਲੀ ਬਰੂਜ਼ੀ ਕਰੋ ਸਾਬਤ। ਉਹ ਵੀ ਐਸੇ ਗੱਲ ਤੇ ਟਿਕਿਆ ਸੀ। ਇੱਥੋਂ ਫਿਰ ਦੌੜੇ ਆ, ਉਹਨਾਂ ਨੂੰ ਕੋਈ ਰਾਹ ਨਹੀਂ ਸੀ ਲੱਭਦਾ ਪਿਆ। ਉਹ ਸ਼ਰਾਰਤ ਜਿਹੜੀ ਕਰਨਾ ਚਾਹੁੰਦੇ ਸੀ ਉਹ ਕਾਮਯਾਬ ਨਹੀਂ ਹੋਈ। ਤੇ ਉੱਤੋਂ ਇਹਨਾਂ ਨੇ ਬੁਲਾ ਲਿਆ ਕੱਲ੍ਹ ਉਹਨੂੰ, ਇਮਰਾਨ ਕੱਲ੍ਹ ਨੂੰ। ਇਹਨੇ ਜੀ ਆਖਿਆ ਡਿਬੇਟ ਕਰਨੀ। ਉਹ ਹੁਣ ਡਿਬੇਟ ਕਰਨੀ ਸੀ ਤੇ ਇਹਨਾਂ ਨੇ ਭਲਾ ਕੱਲ੍ਹ ਨੂੰ ਬੁਲਾਉਣਾ ਸੀ। ਇਹ ਤਾਂ ਆਇਆ ਸੀ ਗਾਲਾਂ ਕੱਢਣ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੇ ਕੱਲ੍ਹ ਉਹਨੇ ਕਰਨੀ ਹੈ ਨਾ ਗੱਲ, ਤੇ ਮੇਰੀ ਇੱਕ ਹੀ ਸ਼ਰਤ ਆ, ਮੈਨੂੰ ਤੁਸੀਂ ਲਾਹਣਾ ਨਹੀਂ ਥੱਲੇ, ਇਸ ਤੋਂ ਇਲਾਵਾ ਮੇਰੀ ਕੋਈ ਸ਼ਰਤ ਨਹੀਂ। ਉਹਨਾਂ ਨੇ ਕੱਲ੍ਹ ਉਹਨੂੰ ਕੋਈ ਵਾਹਵਾ ਪਲੇਥਣ ਪਲੂਥਣ ਮਾਰਿਆ ਵੀ ਕੋਈ ਬਦਤਮੀਜ਼ੀ ਨਹੀਂ ਕਰਨੀ, ਇਹ ਨਹੀਂ ਕਰਨਾ, ਉਹ ਨਹੀਂ ਕਰਨਾ, ਫਲਾਂ ਟਮਕਾਣ। ਉਹਨੇ ਜਨਾਬ ਬਕਵਾਸ ਕਰਨੀ ਸ਼ੁਰੂ ਕਰ ਦਿੱਤੀ। ਅਮਰ ਰਜ਼ਾ ਖਾਨ ਸਾਹਿਬ ਦਾ ਫਤਵਾ ਤੇ ਆਪਣਾ ਮੁਸਲਮਾਨ ਹੋਣਾ ਸਾਬਤ ਕਰ। ਤੇ ਮੈਂ ਅੱਗੋਂ ਫਿਰ ਮਿਰਜ਼ੇ ਦੇ ਉਹ ਪੜ੍ਹਨੇ ਸ਼ੁਰੂ ਕਰ ਦਿੱਤੇ, ਅਬਦੁਲ ਹਕੀਮ ਪਟਾਲਵੀ ਵਾਲੇ, ਜਿਹੜੇ ਮਿਰਜ਼ੇ ਨੇ ਲਿਖੀਆਂ ਗਾਲਾਂ। ਤੇ ਮੈਂ ਤਾਂ ਫਿਰ ਚੰਗਾ ਰਗੜਾ ਦੇ ਕੇ ਪੜ੍ਹੀਆਂ, ਕਜ਼ਾਬ, ਦਜਾਲ, ਮਕਾਰ। ਉਹ ਬਾਅਦ 'ਚ ਮਿਰਚਾਂ ਉਹਨਾਂ ਨੂੰ ਲੱਗੀਆਂ, ਹੁਣ ਰੋਣ ਡਿਆ ਉਦੋਂ ਦੇ।
ਸਹੀ ਪਹਿਲਾਂ ਨਾ ਉਂਗਲ ਲਿਆ ਕਰੋ। ਨਾ ਉਂਗਲ ਲੈਂਦੇ ਤੇ ਨਾ ਸੁਣਦੇ। ਉਸ ਦਿਨ ਇੰਨੀ ਭਲੀ ਚੰਗੀ ਭਲੀ ਗੱਲ ਹੋਈ ਹੈ, ਲਤੀਫ ਮੀਰ ਇਹਨਾਂ ਨੇ ਬੁਲਾਇਆ ਸੀ, ਅੱਛੇ ਅੰਦਾਜ਼ ਨਾਲ ਹੋਈ ਗੁਫ਼ਤਗੂ ਵੀ ਜੇ ਤੁਸੀਂ ਬੰਦੇ ਦੇ ਪੁੱਤਰਾਂ ਨਾਲ ਕੋਈ ਗੱਲ ਕਰਾਣੀ ਹੈ ਤੇ ਕਿਸੇ ਬੰਦੇ ਦੇ ਪੁੱਤਰ ਨੂੰ ਲੈ ਕੇ ਆਓ। ਬਿਲਕੁਲ ਠੀਕ। ਤੇ ਜੇ ਇੰਜ ਦੇ ਬੰਦੇ ਨੂੰ ਲਿਆਣਾ ਤੁਸੀਂ ਵੀ ਇਹਦੇ ਨਾਲ ਡਿਬੇਟ ਕਰਨੀ ਤੇ ਸਾਡੇ ਕੋਲ ਫਿਰ ਇੰਜ ਦੇ ਹੀ ਛਿੱਤਰ ਆ। ਤੇ ਅਮਨ ਨਜ਼ੀਰ ਭਾਈ ਨੂੰ ਤਾਂ ਲੈ ਹੀ ਨਹੀਂ ਸੀ ਰਹੇ। ਸਾਰੀ ਡਿਬੇਟ ਦੇ ਵਿੱਚ ਉਹਨਾਂ ਨੇ ਮੇਰੇ ਕੋਲ ਇਹ ਗਲਤੀ ਹੋਈ, ਮੈਂ ਸਮਝਿਆ ਅਮਨ ਨਜ਼ੀਰ ਭਾਈ ਕਹਿ ਰਿਹਾ ਸੀ ਮੈਂ ਥੋੜ੍ਹਾ ਜਿਹਾ ਬਿਜ਼ੀ ਹੋਣ ਲੱਗਾ, ਤੇ ਮੈਂ ਕਿਹਾ ਸ਼ਾਇਦ ਅਮਨ ਨਜ਼ੀਰ ਭਾਈ ਖੁਦ ਗਏ। ਮਤਲਬ ਕਮੈਂਟ 'ਚ ਵੇਖਦਾ ਰਿਹਾ ਤੇ ਉਹ ਇਹ ਆਏ ਆ, ਇਹਨਾਂ ਨੇ ਕੀਤਾ ਕਮੈਂਟ, ਉਹਨਾਂ ਨੇ ਕਰ ਦਿੱਤਾ ਮਿਊਟ। ਹੁਣ ਕਮੈਂਟ ਇਹਨਾਂ ਦਾ ਨਜ਼ਰ ਨਾ ਆਵੇ, ਮੈਂ ਸਮਝਿਆ ਸ਼ਾਇਦ ਉਹ ਆਪ ਹੀ ਗਿਆ ਹੋਇਆ, ਹਲੇ ਬਿਜ਼ੀ ਆ। ਇੱਧਰੋਂ ਮਸ਼ਾਵਰਤੀ ਪੈਨਲ 'ਚ ਵੀ ਕੋਈ ਮੈਸੇਜ ਨਾ ਆਵੇ। ਉਹ ਤਾਂ ਹੁਣ ਪਤਾ ਲੱਗਣ ਡਿਆ ਵੀ ਅਮਨ ਨਜ਼ੀਰ ਭਾਈ ਨੂੰ ਮਿਊਟ ਕੀਤਾ ਹੋਇਆ ਸੀ। ਬਿਲਕੁਲ ਐਂਡ ਤੇ ਜਾ ਕੇ ਅਮਨ ਨਜ਼ੀਰ ਭਾਈ ਦਾ ਕਮੈਂਟ ਨਜ਼ਰ ਆਇਆ, ਤੇ ਮੈਂ ਕਿਹਾ ਅਮਨ ਨਜ਼ੀਰ ਭਾਈ ਨੂੰ ਉੱਤੇ ਲਾਓ। ਉੱਤੇ ਇਹਨਾਂ ਨੇ ਲਿਆ ਇੱਕ ਵਾਰੀ, ਪਹਿਲੇ ਲੈ ਨਹੀਂ ਸੀ ਰਹੇ, ਫਿਰ ਉੱਤੇ ਲਿਆ ਤੇ ਨਾਲ ਦੇ ਨਾਲੇ ਆਪਣੇ ਵੀ ਇੱਕ ਜਿਹੜਾ ਐਕਸਟਰਾ ਬੰਦਾ ਬੈਠਾ ਸੀ ਉਹਨੂੰ ਵੀ ਲਾਤਾ ਤੇ ਅਮਨ ਨਜ਼ੀਰ ਭਾਈ ਨੂੰ ਵੀ ਲਾਤਾ। ਮੈਂ ਕਿਹਾ ਵੀ ਇਹ ਕੰਮ ਕੀ ਕੀਤਾ, ਅਮਨ ਨਜ਼ੀਰ ਭਾਈ ਲਾਓ ਉੱਤੇ ਦੁਬਾਰਾ। ਫਿਰ ਅਮਨ ਨਜ਼ੀਰ ਭਾਈ ਉੱਤੇ ਆਇਆ ਤੇ ਅਮਨ ਨਜ਼ੀਰ ਭਾਈ ਨੇ ਐਵੇਂ ਦੋ ਕੀ ਗੱਲਾਂ ਕੀਤੀਆਂ, ਅੱਧਾ ਕੁ ਮਿੰਟ ਬੋਲਿਆ ਤੇ ਲਾਤਾ ਉਹਨਾਂ ਨੇ ਸਾਰਿਆਂ। ਹੁਣ ਰੋਣ ਡਿਆ ਬੈਠੇ ਉੱਤੇ। ਬਿਲਕੁਲ ਠੀਕ ਹੋ ਗਿਆ। ਤੇ ਮਿਰਜ਼ੇ ਸਾਹਿਬ ਦੀ ਬਿਸਤੀ ਕਰ ਗਏ। ਸਹੀ ਹੋ ਗਿਆ, ਸਹੀ ਹੋ ਗਿਆ। ਇਹਨਾਂ ਤੇ ਅਮਾਨਾਂ 'ਚ ਜਾ ਕੇ ਅੱਗ ਲਾਣੀ ਹੈ। ਬਿਲਕੁਲ ਠੀਕ ਹੋ ਗਿਆ। ਫਤਹ ਉਦੋਂ ਹੁੰਦੀ ਏ ਕਿ ਦੁਸ਼ਮਣ ਤੁਹਾਡੇ ਨਾਵਾਂ ਤੋਂ ਥਰਥਰਾਏ। ਇਹ ਜਿਹੜੀ ਆਵਾਜ਼ ਹੈ ਨਾ ਕਿ ਲਾ ਦਿਓ ਇਹਨੂੰ ਥੱਲੇ ਲਾ ਦਿਓ, ਤੇ ਇਹ ਯਾਦ ਰੱਖਿਆ ਜੇ ਕਿ ਜਿਹਦੇ ਬਾਰੇ ਆਵਾਜ਼ ਆਣੀ ਸ਼ੁਰੂ ਹੋ ਜੇ ਸਮਝੋ ਫਾਤੇ ਵੇ। ਠੀਕ ਹੈ ਤੇ ਬਿਲकुल ठीक। ਉਹ ਲਾਤੇ गुजर लारपुर भाई, कोई और साथी किसको है तो प्ले कर दो फिर। उस्ताद मोहतरम ने जो सुनानी है तो एक बात बता दें, ये इब्ने माजा किस चक्कर में डिबेट के बीच में आया था? अगर आमिर नज़ीर भाई को नहीं ऊपर ले सकते, आमिर नज़ीर भाई नहीं बात कर सकते, इब्ने माजा डिबेट के बीच में आगे आधा घंटे का लेक्चर किस लिए दे गया उनकी था? प्लानिंग ये थी, असल में उनकी प्लानिंग यही थी ना। दो वो खुद बैठे हुए हैं, एक उनका डिबेटर है, दो बंदे तबसरे के लिए बैठे हुए हैं, और आमन नज़ीर भाई को नीचे उन्होंने उतार दिया था खुद ही। मुझे लगा कि आमन नज़ीर भाई खुद गए और उन्होंने उतारा इनको। फिर जब इन्होंने नीचे मैसेज किया तो उन्होंने म्यूट कर दिया, मैसेज भी नहीं नजर आ रहा वो नीचे। माइक के ऊपर आधा घंटा वो माइक के ऊपर बोंगिया मार के गया है कि ये ना तो उसको मालूम था डिबेट किस चीज के ऊपर हो रही है, टॉपिक क्या है, गुफ्तगू क्या है। एवं ही ऊपर आया और आके कालू की सफाइयां कि जी कालू ने सही बात कर रहा है, ज़िया रसूल जो है वो मिर्जा साहब के ऊपर इतराज कर रहा है। पहले सुन तो ले बात क्या हो रही है, टॉपिक क्या है। लेकिन वो इतनी देर आगे बोंगिया मार के गया, मैं उस वक्त भी लिख रहा था कि इसको नीचे उतारो, डिबेट के दरमियान इसका काम क्या है। बिल्कुल राजूद भाई मशावरती पैनल में भेजी। ਬਾਕੀ ਮੁਫਤੀ ਸਾਹਿਬ ਤੁਸੀਂ ਹੁਕਮ ਦਿੱਤਾ ਹੈ ਇਹਨਾਂ ਦੇ ਬੂਹੇ ਦੇ ਉੱਤੇ ਜਾ ਕੇ ਆਵਾਜ਼ਾਂ ਦਿਓ। ਮੈਂ ਤੁਹਾਡੇ ਆਉਣ ਤੋਂ ਪਹਿਲੇ ਤਜਜ਼ੀਆ ਕੀਤਾ ਸੀ, ਅੱਜ ਤੇ ਜ਼ਿਆ ਰਸੂਲ ਭਾਈ ਉਹਨਾਂ ਦੇ ਬਰਾਮਦਿਆਂ ਦੇ ਵਿੱਚੋਂ ਲੰਘਦੇ ਬੈੱਡਰੂਮ 'ਚ ਜਾ ਕੇ ਜ਼ਾਨਾ ਦੇ ਕੇ ਆਏ ਨੇ ਸਰਕਾਰ। बिल्कुल ठीक, बिल्कुल ठीक। माशाल्लाह माशाल्लाह अल्हम्दुलिल्लाह। दौड़ां लग गईयां ने हुण, बस दौड़ां लग गईयां ने। ਕੁਝ ਨਹੀਂ ਇਹਨਾਂ ਦੇ ਕੋਲ ਹੈ ਨਾ, ਕੁਝ ਨਹੀਂ ਰਿਹਾ ਕਾਦੀਆਨੀਅਤ ਦੇ ਕੋਲ ਸਿਵਾਏ ਦੌੜ ਤੋਂ। ਹੁਣ ਤੇ ਪੁੱਤਰ ਤੁਸੀਂ ਤੰਬੀਆਂ ਵੀ ਜਿਹੜੀਆਂ ਨੇ ਨਾ ਚੁੱਕਣੀਆਂ ਭੁੱਲ ਗਏ ਹੋ, ਤੰਬੀਆਂ ਵੀ ਉੱਥੇ ਹੀ ਛੱਡ ਜਾਂਦੇ ਹੋ ਕਾਦੀਆਨੀਓ। ਆਓ ਸਾਹਮਣੇ ਆ ਕੇ ਗੱਲ ਕਰੋ, ਗੱਲ ਕਰੋ, ਮਿਰਜ਼ੇ ਨੂੰ ਸੱਚਾ ਸਾਬਤ ਕਰੋ। ਇਹ ਉਹੀ ਰੀਪਲੇ ਹੋ ਰਿਹਾ ਮੁਫਤੀ ਸਾਹਿਬ ਜਿਹੜਾ ਪਹਿਲੇ ਪਾਲਟਾਕ ਤੇ ਹੋਇਆ, ਫਿਰ ਯਾਹੂ ਤੇ ਹੋਇਆ, ਫਿਰ ਹਾਂਜੀ YouTube ਤੇ ਹੋਇਆ, ਫਿਰ ਇੰਸਟਾਗ੍ਰਾਮ ਤੇ ਹੋਇਆ, ਹੁਣ ਟਿਕਟੌਕ ਦੀ ਵਾਰੀ ਰਹਿ ਗਈ ਸੀ, ਉੱਥੇ ਵੀ ਜ਼ਲੀਲ ਹੋਣ ਵਾਸਤੇ ਆ ਗਏ ਨੇ। ਨਹੀਂ ਉਹ ਹੁਣ ਨਵਾਂ ਪਲੇਟਫਾਰਮ ਲੱਭਦੇ ਨੇ ਪਏ ਕਿ ਕਿਹੜਾ ਵੇ, ਉਧਰ ਵੀ ਘੇਰ ਲਾਂਗੇ, ਕੋਈ ਗੱਲ ਨਹੀਂ। ਪਲੇਟਫਾਰਮ ਬਦਲੀ ਜਾਣਗੇ ਲੇਕਿਨ ਕਰਤੂਤਾਂ ਤੇ ਨਹੀਂ ਤੁਹਾਡੀਆਂ ਬਦਲਣੀਆਂ ਕਾਦੀਆਨੀਓ, ਕਰਤੂਤਾਂ ਬਦਲੋ। ਜਿੰਨਾ ਤੱਕ ਤੁਹਾਡੀ ਕਰਤੂਤ ਨਹੀਂ ਬਦਲਣੀ ਤੇ ਉਹਨਾਂ ਤੱਕ ਅਸੀਂ ਤੁਹਾਨੂੰ ਛੱਡਣਾ ਨਹੀਂ, ਤੁਹਾਡਾ ਪਿੱਛਾ ਕਰਾਂਗੇ। ਮਿਰਜ਼ੇ ਨੂੰ ਤੁਸੀਂ ਸਮਝਦੇ ਹੋ, ਅਗਰ ਕੁਝ ਸਮਝਦੇ, ਜੋ ਵੀ ਸਮਝਦੇ ਹੋ, ਤੇ ਆਓ ਕੇ ਸਾਬਤ ਕਰੋ ਭਾਈ ਕਿ ਵਾਕਈ ਉਹ ਹੈ ਵੇ। शाह साहब मेरी आवाज
ਇਹਨਾਂ ਵਿਚਾਰਿਆਂ ਨੂੰ ਪਤਾ ਹੀ ਨਹੀਂ ਕਿ ਮਿਰਜ਼ੇ ਨੂੰ ਇਹ ਸਮਝਦੇ ਕੀ ਨੇ, ਨਾ ਇਹਨਾਂ ਨੇ ਲਿਖਿਆ ਹੈ ਕਿ ਪੜ੍ਹਿਆ ਕਿ ਜੀ ਮਿਰਜ਼ਾ ਸਾਹਿਬ ਨੇ ਆਪਣੇ ਆਪ ਨੂੰ ਲਿਖਿਆ ਕੀ ਹੈ ਕਿ ਮੈਂ ਹਾਂ ਕੀ। ਜੀ ਉਹੀ ਇਹਨਾਂ ਨਾ ਦਾ ਵੱਡਾ ਜੀ, ਮਸਲਾ ਤੇ ਇਹ ਵੇ। ਇਹੋ ਹੀ ਹੈ ਨਾ ਫੈਜ਼ ਭਾਈ। ਇਹ ਜਿਹੜਾ ਆਇਆ ਸੱਚ ਕੱਲ, ਕੀ ਨਾਂ ਸੀ ਇਹਦਾ, ਉਹ ਅਲੀਮ, ਉਹ ਭਾਈ ਉਹਦੇ ਨਾਲ ਡਿਬੇਟ ਤੈਅ ਹੋਈ ਏ। ਮੈਂ ਕਿਹਾ ਯਾਰ ਸਾਬਤ ਕਰਨਾ ਹੈ ਭਾਈ ਕਿ ਮਿਰਜ਼ੇ ਦਾ ਦਾਵਾ ਕੀ ਹੈ, ਬਸ ਮੇਰਾ ਹੋਰ ਕੋਈ ਸਵਾਲ ਨਹੀਂ। ਵਕਤ ਤੈਅ ਹੋ ਗਿਆ, ਸਭ ਕੁਝ ਹੋ ਗਿਆ। ਅਸਲ ਚ ਕੀ ਸੀ ਕਿ ਇਹਨੇ ਡਿਬੇਟ ਕਰਨੀ ਸੀ। ਉਹ ਬਾਅਦ ਚੋਂ ਫਿਰ ਐਂਬੂਲੈਂਸ ਵਾਲੇ ਪਹੁੰਚ ਗਏ ਕਿ ਭਾਈ ਤੂੰ ਜਿਹੜਾ ਤੈਨੂੰ ਲਿੱਤਰ ਅਸੀਂ ਬੜੇ ਫੇਰਨੇ ਨਹੀਂ ਜੇ ਤੂੰ ਇਸ ਮੌਜੂ ਤੇ ਡਿਬੇਟ ਕੀਤੀ। ਉਹ ਇਹ ਰੋਲਾ ਵਿੱਚ ਇਹ ਹੋਇਆ। ਉਹ ਮੈਂ ਸਾਰੀ ਗੇਮ ਸਮਝ ਗਿਆ। ਮੈਂ ਕਿਹਾ ਅਸਲ ਚ ਉਹ ਪਰਚੀ ਪਹੁੰਚ ਗਈ ਏ, ਨਹੀਂ ਇਹਨੇ ਕਰਨੀ ਸਾਜੇ। ਹਾਂਜੀ, ਹੁਣ ਇਹ ਵੀ ਇਹੋ ਹੀ ਰੋਲਾ ਹੈ ਕਿ ਡਿਬੇਟਾਂ ਇਹਨਾਂ ਦਾ ਕੋਈ ਮੁਰੱਬੀ ਤੈਅ ਕਰਦਾ ਵੇ ਸਾਡੇ ਨਾਲ ਜਾਂ ਕਰੇਗਾ ਤੇ ਅੱਗੋਂ ਉਹਨੂੰ ਪਰਚੀ ਲੱਭ ਜਾਏਗੀ ਕਿ ਨਾ ਭਾਈ ਨਾ। ਹੁਣ ਇਹ ਰੋਲਾ ਹੈ ਵੇ, ਇਹਦਾ ਨਾ ਕੋਈ ਤਰੀਕਾਕਾਰ ਮੈਂ ਜਿਹੜੀ ਮੈਨੂੰ ਸਮਝ ਆਈ ਉਹ ਹੈ ਵੇ ਕਿ ਪਰਸਨਲ ਦੇ ਵਿੱਚ, WhatsApp ਤੇ ਪਰਸਨਲ ਦੇ ਵਿੱਚ ਜਾ ਕੇ ਡਿਬੇਟ ਤੈਅ ਕੀਤੀ ਜਾਏ, ਉਹਦੀ ਕੋਈ ਅਨਾਉਂਸਮੈਂਟ ਨਾ ਕੀਤੀ ਜਾਏ, ਐਨ ਟਾਈਮ ਤੇ ਡਿਬੇਟ ਹੋਏ ਬਸ। ਅਗਰ ਡਿਬੇਟ ਕਰਨੀ ਹੈ ਨਾ ਸਾਫ ਸੁਥਰੀ, ਇਹ ਜੇ ਤਰੀਕਾ। ਤੇ ਜੇ ਅਸੀਂ ਡਿਬੇਟ ਤੈਅ ਕਰ ਲਈ ਸੋਸ਼ਲ ਮੀਡੀਆ ਦੇ ਉੱਤੇ ਹੀ, ਤੇ ਉਹ ਭਾਈ ਬੜੇ ਇਹਨਾਂ ਨੂੰ ਟੱਕਰ ਪੈਣੇ ਨੇ। ਉਹ ਕਾਲ ਆ ਜਾਣੀ ਹੈ ਮਿਰਜ਼ੇ ਮਸਰੂਰ ਦੀ, ਤੇ ਹੋਰ ਬੜੇ ਫਿਰ ਇਹਨਾਂ ਦੇ ਹੈ ਨੇ ਕਿ ਮੁਨਾਜ਼ਰਾ ਨਾ ਕਰੀਏ ਇਸ ਮੌਜੂ ਤੇ। मेरी आवाज आ रही है? ਜੀ ਆਵਾਜ਼ ਆ ਰਹੀ ਹੈ। ਇਹਨਾਂ ਨੇ ਰਾਤੀ ਬੜੀ ਕੋਈ 4-5 ਘੰਟੇ 6 ਘੰਟੇ ਇਹਦੇ ਤੇ ਲਾਏ ਨੇ, ਅਸੀਂ ਇੰਜ ਕਰੀਏ ਅਸੀਂ ਉਂਝ ਕਰੀਏ। ਤੇ ਉਹਦਾ ਹਾਸਲ ਕਲਾਮ ਇਹ ਸੀ ਵੀ ਰਾਜਾ ਮਨਾਨ ਸਾਹਿਬ ਤੇ ਮੀਆਂ ਜਿਹੜਾ ਨਾ ਇਹ ਦੱਬੇ ਲਫ਼ਜ਼ਾਂ 'ਚ ਧਮਕੀ ਦੇ ਰਹੇ ਸੀ ਕਾਦੀਆਨੀਆਂ ਨੂੰ ਕਿ ਅਸੀਂ ਤੁਹਾਡੀਆਂ ਬਰਾਡਾਂ ਬੰਦ ਕਰਾ ਦਾਂਗੇ ਤੇ ਸਾਡੇ ਮੁਤਾਬਕ ਚੱਲੋ, ਜਾਂ ਸਾਡੇ ਜਿਸ ਤਰ੍ਹਾਂ ਅਸੀਂ ਚੱਲਨੇ ਆ ਇਸ ਤਰ੍ਹਾਂ ਚੱਲੋ, ਜਾਂ ਜਿਸ ਤਰ੍ਹਾਂ ਅਸੀਂ ਕਹਿੰਦੇ ਆ ਇਸ ਤਰ੍ਹਾਂ। ਯਾਨੀ ਬੰਨ ਰਹੇ ਨੇ ਲੋਕਾਂ ਨੂੰ ਆਪਣਿਆਂ ਨੂੰ। 6 ਮਿੰਟ ਦੀ ਜਿਹੜੀ ਗੁੱਜਰ ਭਾਈ ਇਹੀ ਕਹਿ ਰਹੇ ਹੋ, ਉਮਰ ਸ਼ਫੀਕ ਭਾਈ। जी जी ज़िया भाई यही वाली। ਚਲੋ ਉਸਤਾਦ मोहतरम मैं जरा सुनना ਇਹਨਾਂ ਦਾ। अच्छा जी, बिस्मिल्लाह जी। नंबर एक ते मेरी गुजारिश है, मैं पंजाबी च गल करांगा, अगर कोई समझ किसी को आ जाए तो ठीक है, ना आए तो मेरा कसूर नहीं है। मसला है कि जमात अहमदिया एक मर्दानावार जमात हैगी है, निस्वानियत का शिकार नहीं हैगी। अगर तो निस्वानियत का शिकार है, लाइवा बंद करो। जाके अपने अगर यूरोप हो तो 15 यूरो घंटा है, इंग्लैंड हो तो 10-12 होएगा, और अगर अमेरिका है तो 16-17 यूरो डॉलर होएगा। जो टाइम तुसी इत्थे ज़ाया करदे हो देखने या लाइव वाले, वो अपने 5-5 6-6 घंटे लोग सारे 50-50 60-60 यूरो डॉलर बन जाएंगे। और अगर तुहाडे सामने तबलीग का मद्देनज़र हैगा मामला, ते तुहाडे वास्ते कोई ਇਹਦੇ 'ਚ ਇੱਕ ਬਾਤ ਨਹੀਂ ਹੋਣੀ ਚਾਹੀਦੀ ਕਿ ਤੁਹਾਡੇ ਸਾਹਮਣੇ ਕੌਣ ਆ ਰਿਹਾ। ਤੁਹਾਡਾ ਕੰਮ ਹੈ ਆਪਣਾ ਪੈਗਾਮ ਰੱਖਣਾ ਔਰ ਆਪਣੇ ਰੂਲ ਐਂਡ ਰੈਗੂਲੇਸ਼ਨ ਤੈਅ ਕਰੋ, ਉਹਦੇ ਉੱਤੇ ਕਰੋ। ਮੈਂ ਕੋਈ ਕਿਸੇ ਨੂੰ ਇਲਜ਼ਾਮ ਨਹੀਂ ਦਿੰਦਾ। ਅੱਜ ਜ਼ਿਆ ਰਸੂਲ ਸਾਹਿਬ ਨੂੰ ਜਾਂ ਕਾਲੂ ਸਾਹਿਬ ਨੂੰ, ਉਹਨਾਂ ਨੇ ਆਪਣਾ ਇੱਕ ਮਿਆਰ ਸੈੱਟ ਕੀਤਾ ਹੈਗਾ, ਉਸ ਮਿਆਰ ਦੇ ਉੱਤੇ ਠੀਕ ਆਪਣੇ ਆਪ ਨੂੰ ਹਰ ਇੱਕ ਨੇ ਡਿਫੈਂਡ ਕੀਤਾ ਹੈ। ਕੋਈ ਲਾਈਵ ਹੋਸਟ ਜਾਂ ਕਿਸੇ ਦਾ ਹੱਕ ਨਹੀਂ ਬਣਦਾ ਕਿ ਕਿਸੇ ਦੇ ਹੱਥ ਪੈਰ ਬੰਨ ਕੇ ਦੀਨੀ ਗੈਰਤ ਵਿੱਚ, ਕਿਉਂ? ਉਹਨੇ ਇੱਕ ਨਿਊਟਰਲ ਪਲੇਸ ਪ੍ਰੋਵਾਈਡ ਕਰ ਦਿੱਤਾ ਹੈਗਾ। ਇਹ ਡਿਬੇਟਰ ਦਾ ਕੰਮ ਹੈ ਕਿ ਮੈਂ ਉਹਨੂੰ ਪਤਾ ਹੋਣਾ ਚਾਹੀਦਾ ਕਿ ਮੈਂ ਕਿਹੜਾ ਟਾਪਿਕ ਰੱਖ ਰਿਹਾ, ਔਰ ਉਹਦੇ ਤੇ ਮੈਂ ਜਦੋਂ ਅਗਲੇ ਨੇ ਮੇਰੇ ਤੇ ਅਟੈਕ ਕਰਨਾ ਹੈ ਤੇ ਮੇਰੇ ਕੋਲ ਅੱਗੋਂ ਕਿਹੜੇ ਵੈਪਨ ਹੈਗੇ। ਅੱਜ ਦਾ ਜਿਹੜਾ ਟਾਪਿਕ ਸੀ ਮੁਸਲਮਾਨ ਜਾਂ ਕਫਰੀਅਤ ਦਾ ਸੀ, ਇਸ ਜਿਸ ਵੀ ਡਿਬੇਟਰ ਨੇ ਜੋ ਮਜ਼ਮੂਨ ਰੱਖਿਆ ਉਹਨੂੰ ਉਹਦਾ ਮੁਕੰਮਲ ਉਹਦੇ ਤੇ ਹਾਤਾ ਹੋਣਾ ਚਾਹੀਦਾ ਸੀ ਕਿ ਜਦੋਂ ਮੈਂ ਇਹ ਵਾਰ ਕਰਨਾ ਤੇ ਅਗਲੇ ਨੇ ਮੇਰੇ ਤੇ ਜਵਾਬੀ ਵਾਰ ਕਰਨਾ ਤੇ ਮੈਂ ਅੱਗੇ ਕਿਹੜੀ ਢਾਲ ਕਰਨੀ ਹੈ। ਕੁਫਰੀਅਤ ਦਾ ਕੋਈ ਵੀ ਜਿਹੜਾ ਮਾਮਲਾ ਸੀ, ਆਲਾ ਹਜ਼ਰਤ ਦਾ ਫਤਵਾ ਜੀ ਉਹਨੇ ਪੇਸ਼ ਕੀਤਾ ਤੇ ਲਾ ਮਹੱਲਾ ਉਹਨਾਂ ਨੇ ਵੀ ਅੱਗੋਂ ਜਮਾਤ ਅਹਿਮਦੀਆ ਦੇ ਬਾਨੀਆਂ ਦੀ ਗੱਲ ਕਰਨੀ, ਚਾਹੇ ਉਹਨੇ ਜਿੱਥੇ ਵੀ ਕੀਤੀ, ਜਿੱਥੋਂ ਵੀ ਕੀਤੀ, ਆਊਟ ਆਫ ਕੰਟੈਸਟ ਕੀਤੀ, ਤੇ ਉਹ ਲਾਈਵ ਵਾਲੇ ਦਾ ਜਾਂ ਅੰਪਾਇਰ ਦਾ ਕੰਮ ਨਹੀਂ ਉੱਥੇ ਪਾਬੰਦੀ ਲਾਵੇ। ਜਦੋਂ ਉਹ ਹੀ ਉਹਦੇ ਤੇ ਆਬਜੈਕਸ਼ਨ ਨਹੀਂ ਕਰ ਰਿਹਾ ਕਿ ਆਊਟ ਆਫ ਕੰਟੈਂਟ ਜਾ ਰਿਹਾ ਹੈਗਾ, ਤੇ ਲਾਈਵ ਤੇ ਅੰਪਾਇਰ ਕਿਵੇਂ ਵਿੱਚ ਮੁਦਾਖਲਤ ਕਰ ਸਕਦਾ ਹੈਗਾ?
ਔਰ ਅਗਰ ਸਾਡਾ ਜਿਹੜਾ ਵੀ ਬੰਦਾ ਸੀ ਉਹਨੇ ਅਗਰ ਕਾਫਰੀਅਤ ਔਰ ਮੁਸਲਮਾਨੀਅਤ ਦੀ ਡੈਫੀਨੇਸ਼ਨ ਕੈਂਪ ਕਰਨੀ ਸੀ ਤੇ ਉਹਨੇ ਕੁਰਾਨ ਹਦੀਸ ਚੋਂ ਕਰਨੀ ਸੀ। ਹੁਜਤ ਕੁਰਾਨ ਹਦੀਸ ਸੀ। ਜਦੋਂ ਉਹਨੇ ਖੁਦ ਮੌਕਾ ਪ੍ਰੋਵਾਈਡ ਕਰ ਦਿੱਤਾ, ਜਿਹੜੇ ਉਸ ਬਜ਼ੁਰਗ ਨੂੰ ਜਿਹਨੂੰ ਉਹ ਜਦੋਂ ਦਿਲ ਕਰਦਾ ਉਹਨੂੰ ਕਹਿੰਦੇ ਕਿ ਸਾਡੇ ਵਾਸਤੇ ਹੁਜਤ ਨਹੀਂ ਹੈਗਾ ਤੇ ਤੁਹਾਡੇ ਬਜ਼ੁਰਗ ਤੁਹਾਡੇ ਵਾਸਤੇ ਹੁਜਤ ਨੇ, ਤੇ ਫਿਰ ਤੁਸੀਂ ਮਕਸਦ ਹੈ ਕਿ ਉਸ ਹੁਜਤ ਨੂੰ ਮੰਨੋ ਤੇ ਉਹ ਨਹੀਂ ਮੰਨਦੇ ਤੇ ਉਹਨਾਂ ਨੂੰ ਵੀ ਐਕਸੈਪਟ ਕਰੋ। ਇਹ ਤੁਹਾਡੀਆਂ ਪਹਿਲੇ ਸੋਚਣ ਦੀਆਂ ਗੱਲਾਂ ਹੁੰਦੀਆਂ ਨੇ। ਇਹ ਲੜਾਈ ਤੋਂ ਬਾਅਦ ਚ ਕਹਿੰਦੇ ਨੇ ਜਿਹੜਾ ਘਸੋਨੇ ਯਾਦ ਆਵੇ ਆਪਣੇ ਮੂੰਹ ਤੇ ਮਾਰੋ। ਔਰ ਉਹਨੇ ਅਗਰ ਮੁਖਾਲਫ ਉਹਨਾਂ ਦੇ ਨੇ ਕੋਈ ਇੱਧਰ ਉੱਧਰ ਪੜ ਕੇ ਦਿੱਤਾ ਤੇ ਫਿਰ ਉੱਥੇ ਗਰਾਊਂਡ ਦੇ ਵਿੱਚ ਉਹਨੂੰ ਅੰਪਾਇਰ ਨੂੰ ਸ਼ਿਕਾਇਤ ਕਰਨੀ ਸੀ ਜਾਂ ਜਿਹੜਾ ਲਾਈਵ ਪ੍ਰੋਵਾਈਡਰ ਸੀ ਉਹਨੂੰ ਗੱਲ ਕਰਨੀ ਸੀ ਕਿ ਜਨਾਬ ਇਹ ਆਊਟ ਆਫ ਕੰਟੈਂਟ ਜਾਰੀ ਗੱਲ। ਔਰ ਬਾਕੀ ਤੀਸਰੀ ਗੱਲ ਹੈ ਕਿ ਇਹ ਜਿਹੜੀ ਮਾਈਂਡ ਹੈਗਾ ਨਾ, ਮੈਂ ਇਹਨੂੰ ਤਕਫੀਰੀਅਤ ਮਾਈਂਡ ਕਰਨਾ ਜਾਂ ਇਸ ਤਰ੍ਹਾਂ ਦਾ, ਜੋ ਜਿੰਦੇ ਵਿਕਟਮ ਅਸੀਂ ਖੁਦ ਪੂਰੀ ਦੁਨੀਆ 'ਚ ਹੈਗੇ ਆ, ਪਾਕਿਸਤਾਨ ਵਿੱਚ ਵੀ। ਇਹ ਇੱਕ ਅਲੱਗ ਗੱਲ ਹੈ ਕਿ ਅਸੀਂ ਹੁਣ ਜ਼ਰਾ ਆਜ਼ਾਦ ਮਾਹੌਲ ਫਿਜ਼ਾ 'ਚ ਆ ਗਿਆ ਤੇ ਸਾਨੂੰ ਇਹਨਾਂ ਚੀਜ਼ਾਂ ਤੋਂ ਅਵੋਇਡ ਕਰਨਾ ਚਾਹੀਦਾ। ਇਹਦੇ ਵਾਸਤੇ ਕਹਿਣ ਵਾਸਤੇ ਬੜਾ ਕੁਛ ਹੈਗਾ ਮੇਰੇ ਕੋਲ, ਲੇਕਿਨ ਮੈਂ ਫਿਰ ਵੀ ਇੱਕ ਮਕਸਦ ਕਿ ਲਿਮਿਟੇਸ਼ਨ ਹੈ ਕਿ ਜਿਹੜੀ ਮੈਂ ਗੱਲ ਕੀਤੀ ਇਹਨੂੰ ਜ਼ਰਾ ਬ੍ਰੌਡ ਲੈਵਲ ਤੇ ਜਾ ਕੇ ਸੋਚੋ। ਅਸੀਂ ਜਿਹੜੇ ਲੋਕ ਯੂਰਪ, ਅਮਰੀਕਾ, ਕੈਨੇਡਾ 'ਚ ਖੁੱਲੀਆਂ ਫਿਜ਼ਾਵਾਂ 'ਚ ਆ ਗਏ ਆ, ਸਾਨੂੰ ਆਪਣਾ ਮਾਈਂਡ ਜਿਹੜਾ ਨਾ ਉਹ ਨਹੀਂ ਭੁੱਲਣਾ ਚਾਹੀਦਾ। ਜੋ ਹਜ਼ਰਤ ਮਸੀਹ ਮੌਊਦ अलैहिस्सलाम ਔਰ ਖੁਲਫਾਏ ਵਕਤ ਦੀ ਸਾਨੂੰ ਤਾਲੀਮ ਹੈ, ਸਾਨੂੰ ਉਹਨੂੰ ਫਾਲੋ ਕਰਨਾ ਚਾਹੀਦਾ, ਨਾ ਕਿ ਆਪਣੀਆਂ ਗੈਰਤਾਂ ਜਿਹੜੀਆਂ ਉਲਟਾ ਕਾਫੀ ਬ੍ਰੌਡ ਲੈਵਲ ਤੱਕ ਸਾਨੂੰ ਨੁਕਸਾਨ ਦੇ ਸਕਦੀਆਂ ਨੇ। ਇਹ ਸੁੱਕੇ ਜਜ਼ਬਾਤੀ ਨਾਰੇ ਜਿਹੜੇ ਨੇ ਇਹ ਕੋਈ ਤਾਮੀਰੀ ਨਹੀਂ ਹੁੰਦੇ, ਇਹ ਨੁਕਸਾਨਦੇਹ ਹੁੰਦੇ ਨੇ ਤੇ ਇਹਨਾਂ ਤੋਂ ਅਵੋਇਡ ਕਰਨਾ ਚਾਹੀਦਾ। ਹਜ਼ਰਤ ਮਸੀਹ ਮੌਊਦ ਦੀ ਤਾਲੀਮ ਔਰ ਖੁਲਫਾਏ ਵਕਤ ਦੀ ਜਿਹੜੀ ਤਾਲੀਮ ਹੈ ਉਹਨੂੰ ਹੀ ਸਿਰਫ ਫਾਲੋ ਕਰਨਾ ਚਾਹੀਦਾ। ਕਿਸੇ ਇੱਕ ਨਏ ਜਿਹੜੇ ਮੁਖਤਲਿਫ ਅਕਸਾਮ ਦੇ ਫਲੇਵਰ ਆ ਰਹੇ ਨੇ ਨਾ, ਆਪਣੀ ਮਕਸਦ ਹੈ ਕਿ ਤਰਜੀਹਾਤ ਲੈ ਕੇ ਉਹ ਸਾਡੇ ਵਾਸਤੇ ਕੋਈ ਹੁਜਤ ਨਹੀਂ ਹੈਗੇ ਔਰ ਕੋਈ ਉਹਨਾਂ ਤੇ ਮਕਸਦ ਹੈ ਕਿ ਐਡੀ ਨਹੀਂ ਕੋਈ ਅਹਿਮਦੀ ਲਾਈਵ ਵਾਲਾ ਜਾਂ ਮਕਸਦ ਦੂਸਰਾ। ਮੈਂ ਬਿਲਕੁਲ ਨਹੀਂ ਸਮਝਦਾ ਕਿ ਉਹ ਇਹ ਦਿਲੀ ਤੌਰ ਤੇ ਚਾਹਵੇ ਕਿ ਸਾਡੇ ਹਜ਼ਰਤ ਮਸੀਹ ਮੌਊਦ ਜਾਂ ਖੁਲਫਾਏ ਵਕਤ ਦੀ ਜਾਂ ਜਮਾਤ ਦੀ ਕੋਈ ਤਕਦੀਬ ਕਰੇ। ਤੇ ਇਹ ਮੌਕਾ ਸੀ ਬੜੀ ਮਾਜ਼ਰਤ ਦੇ ਨਾਲ, ਚਲੋ ਮੈਂ ਬੜੇ ਮਾਰਜਨ ਦੇ ਦੇਣਾ ਤੇ 50-50 ਹੈਗਾ ਕੰਮ ਕਿ ਅਸੀਂ ਵੀ ਪ੍ਰੋਵਾਈਡ ਕਰਨੇ ਅਗਲਿਆਂ ਨੂੰ, ਕਿਉਂਕਿ ਜਦੋਂ ਅਸੀਂ ਆਪਣੇ ਆਪ ਦੀਆਂ ਕਮੀਆਂ ਔਰ ਐਪ ਪੋਸ਼ੀਆਂ ਦੇ ਪਰਦੇ ਪਾਵਾਂਗੇ ਨਾ ਤੇ ਸਿਰਫ ਇੱਕ ਦੂਸਰੇ ਨੂੰ ਹੀ ਲਟਾੜੀ ਰੱਖਾਂਗੇ, ਮਾਮਲਾਤ ਨਹੀਂ ਸਿੱਧੇ ਹੋਣੇ। ਲਓ ਜੀ हाँ सही हो गया, अग लग गई है अल्हम्दुलिल्लाह, ठीक हो गया। ए पुत्र तुसी आपे ही एक दूजे ਨੂੰ ਲਿੱਤਰ ਫੇਰਨੇ ਨੇ ਕਾਦੀਆਨੀਓ, ਆਪਸ ਚ ਤੁਸਾਂ ਮਰਨਾ ਹੈ, ਇਹੋ ਹੀ ਤੁਹਾਡਾ ਮੁਕੱਦਰ ਹੈ। ਹੁਣ ਤੇ ਸੋਸ਼ਲ ਮੀਡੀਆ ਤੇ ਬਲਕਿ ਟਿਕਟਾਕ ਦੀ ਮੈਂ ਗੱਲ ਕਰਾਂਗਾ, ਟਿਕਟਾਕ ਦੇ ਕਾਦੀਆਨੀਆਂ ਦੇ ਵਿੱਚ ਚੈਂਪੀਅਨ ਬਣਨ ਦੀ ਇੱਕ ਦੌੜ ਲੱਗੀ ਹੈ ਕਿ ਚੈਂਪੀਅਨ ਕਿਹੜਾ ਹੈ। ਉਹ ਜਨਾਬ ਜਿਹੜਾ ਇੱਕ ਚੈਂਪੀਅਨ ਬੰਦਾ ਹੈ ਉਹ ਦੂਜੀ ਕਿਸੇ ਨੂੰ ਕੁਝ ਇਧਰੋਂ ਮਾਈਂਡ ਰੋਸਟਰ ਚੈਂਪੀਅਨ ਹੈ ਤੇ ਉਹ ਕਿਸੇ ਨੂੰ ਕੁਝ ਨਹੀਂ ਜੇ ਸਮਝਦਾ। ਇਹ ਫੇਵਰਟ ਬਣਿਆ ਜੇ ਮੀਆਂ ਚੈਂਪੀਅਨ, ਉਹ ਕਿਸੇ ਨੂੰ ਕੁਝ ਨਹੀਂ ਸਮਝਦਾ ਪਿਆ। ਡਾਕਟਰ ਜ਼ਕਰੀਆ ਬਣ ਗਿਆ ਜੇ ਚੈਂਪੀਅਨ, ਉਹ ਕਿਸੇ ਨੂੰ ਕੁਝ ਨਹੀਂ ਸਮਝਦਾ। ਇਮਰਾਨ ਕਾਲੂ ਤੇ ਉਹ ਕਿਸੇ ਨੂੰ ਸਮਝਦੇ ਕੁਝ ਨਹੀਂ ਨਾ। ਅਲਗਰਦ ਜਿੰਨੇ ਵੀ ਹੈ ਨੇ ਨਾ, ਜਿੰਨੇ ਵੀ ਕਾਦੀਆਨੀ ਨੇ, ਉਹ ਸਾਰੇ ਚੈਂਪੀਅਨ ਬਣਨ ਦੇ ਚੱਕਰ ਚ ਨੇ। ਹੁਣ ਦੌੜ ਐ ਲੱਗ ਚੁੱਕੀ ਹੈ ਕਿ ਚੈਂਪੀਅਨ ਕਿਹੜਾ ਵੇ, ਕਿਹੜਾ ਮੌਲਵੀਆਂ ਨਾਲ ਜ਼ਿਆਦਾ ਗੱਲ ਕਰਦਾ ਹੈ, ਕਿਉਂਕਿ ਇਹਨਾਂ ਨੇ ਉੱਤੇ ਫਿਰ ਲਿਖਵਾਉਣੀ ਹੁੰਦਾ ਹੈ, ਉੱਤੇ ਰਿਪੋਰਟ ਦੇਣੀ ਹੁੰਦੀ ਹੈ ਕਿ ਮੈਂ ਅੱਜ ਇੰਨੇ ਮੁਨਾਜ਼ਰੇ ਕੀਤੇ ਨੇ, ਹੁਣ ਇੰਨੇ ਮੇਰੇ ਡਾਲਰ ਬਣ ਗਏ ਨੇ ਤੇ ਉਹ ਕੱਢੋ। ਉਹ ਬੁਰਤਾਂ ਲੱਗੀਆਂ ਨੇ ਭਾਈ ਜੀ, ਬੜੇ ਰੋਲੇ ਪਏ ਨੇ। ਤੇ ਦੂਸਰੇ ਲਫ਼ਜ਼ਾਂ 'ਚ ਅਗਰ ਮੈਂ ਇਹਨੂੰ ਕਹਾਂ ਤੇ ਤੁਸੀਂ ਇੰਝ ਕਹਿ ਸਕਦੇ ਹੋ ਕਿ ਉੱਤੇ ਜਿਹੜੀ ਰਿਪੋਰਟ ਹੁੰਦੀ ਹੈ ਉਹ ਇਹ ਹੁੰਦੀ ਹੈ ਕਿ ਕਿਹੜਾ ਮਿਰਜ਼ੇ ਕਾਦੀਆਨੀ ਨੂੰ ਦਲੀਲ ਕਰਵਾ ਕੇ ਆਇਆ ਅੱਜ, ਤੇ ਫਿਰ ਹੱਥ ਖੜਾ ਕਰਦੇ ਨੇ। ਇਮਰਾਨ ਕਾਲੂ ਦਾ ਹੱਥ ਸਭ ਤੋਂ ਉੱਤੇ ਹੁੰਦਾ ਹੈ, ਮੈਂ ਅੱਜ ਸਹੀ ਮਿਰਜ਼ੇ ਕਾਦੀਆਨੀ ਲਿੱਤਰ ਪਵਾ ਕੇ ਆਇਆ, ਤੇ ਉਤੋਂ ਉਹ ਸ਼ਾਬਾਸ਼ ਮਿਲਦੀ ਹੈ, ਬੱਲੇ ਓਏ ਬੱਲੇ, ਇਹੋ ਹੀ ਕੰਮ ਕਰਨਾ ਹੈ ਕਿ ਐਸੇ ਕੰਮ ਵਾਸਤੇ ਤੇ ਤੁਹਾਨੂੰ ਅਸੀਂ ਰੱਖੇ। ਤੇ ਉਹ ਇਹ ਦੁੜਕਾਂ ਲੱਗੀਆਂ ਨੇ ਤੇ ਜਾਰੀ ਰੱਖੋ, ਟੋਰ ਕੇ ਰੱਖਣੇ ਆ ਕੰਮ। ਕੀ ਹੋਇਆ ਫਿਰ, ਕੀ ਹੋਇਆ, ਵੇਨੇ ਆ ਕੀ ਬਣਦਾ। ਅੱਛਾ ਇੱਕ ਗੱਲ ਮੈਂ ਇੱਥੇ ਦੱਸਣੀ ਸੀ, ਮੈਂ ਇਹ ਮੇਰੀ ਆਪਣੀ ਜ਼ਾਤੀ ਰਾਏ ਵੇ ਤੇ ਇਹ ਮੇਰਾ ਜ਼ਾਤੀ ਫੇਲ ਹੈ ਤੇ ਕਿਸੇ ਦੇ ਉੱਤੇ ਕੋਈ ਲਾਜ਼ਮ ਨਹੀਂ ਤੇ ਕਿਸੇ ਦੇ ਉੱਤੇ ਕੋਈ ਆਰਡਰ ਨਹੀਂ।
ਇਹ ਹੁਸੈਨੀ ਸਾਹਿਬ ਦੀ ਬਰਾੜ ਦੇ ਉੱਤੇ ਉਮੂਮੀ ਤੌਰ ਤੇ ਮੈਂ ਵੇਖਿਆ ਹੈ ਇਹ ਜਿਹੜੇ ਬੰਦਿਆਂ ਦਾ ਐਲਾਨ ਕੀਤਾ ਗਿਆ ਸੀ ਸ਼ਾਤਮੀਨ ਦੇ ਵਿੱਚ, ਬਿਲਕੁਲ ਭਾਈ ਬਾਈਕਾਟ ਅਜੇ ਵੀ ਬਰਾਬਰ ਜਾਰੀ ਹੈ ਸਾਡਾ। ਇਹਨਾਂ ਨਾਲ ਕਿਸੇ ਪਲੇਟਫਾਰਮ ਤੇ ਗੱਲ ਨਹੀਂ ਕਰਨੀ। ਇਹ 2 ਦਫਾ ਹੋਈ ਹੈ ਕਿ ਇਮਰਾਨ ਕਾਲੂ ਵਿੱਚ ਆ ਕੇ ਹੁਥਲਾ ਦਿੰਦਾ ਹੈ, ਤੇ ਆਇੰਦਾ ਕਦੀ ਵੀ ਮੇਰੇ ਮੱਦੇ ਮੁਕਾਬਲ ਆਇਆ ਤੇ ਮੈਂ ਉੱਥੇ ਗੱਲ ਨਹੀਂ ਕਰਨੀ, ਮੈਂ ਆਪਣਾ ਮਾਈਕ ਮਿਊਟ ਕਰ ਲੈਣਾ। ਮੈਂ ਕਬਲ ਅਜ਼ ਵਕਤ ਹੈ ਦੱਸਣਾ ਪਿਆ, ਮੈਂ ਨਹੀਂ ਗੱਲ ਕਰਨੀ। ਮੈਂ ਗੱਲ ਕਰਾਂਗਾ ਇਹ ਜਿਹੜੀ ਇਸ ਲਿਸਟ ਤੋਂ ਬਾਹਰ ਜਿਹੜੇ ਕਾਦੀਆਨੀ ਨੇ ਉਹਨਾਂ ਦੇ ਨਾਲ, ਬਸ ਮੇਰੀ ਗੱਲ ਖਤਮ ਹੋਈ ਜੀ ਸਰ ਜੀ, ਜਜ਼ਾਕ ਅੱਲਾ, ਬਹੁਤ ਬਹੁਤ ਸ਼ੁਕਰੀਆ ਜੀ। ਪੈਗਾਮ ਤੁਹਾਡਾ ਸੁਣ ਲਿਆ ਜੀ ਅਸੀਂ ਸਾਰਿਆਂ ਨੇ। ਅੱਲਾਹ ਤਾਲਾ ਤੁਹਾਨੂੰ ਜਜ਼ਾ ਖੈਰ ਦੇ ਜੀ। ਹੁਣ ਉੱਥੇ ਰੌਲਾ ਆਇਆ ਹੁੰਦਾ ਵੇ ਕਿ ਕੰਮ ਤੇ 2 ਹੀ ਨੇ, ਮੈਂ ਜਰਾ ਥੋੜਾ ਤੱਤਾ ਵਾਂ, ਮੈਂ ਡਾਇਰੈਕਟ ਜਿਹੜਾ ਵੇ ਮੇਰੇ ਤੇ ਕਾਦੀਆਨੀ ਤੇ ਸਿਰ ਤੇ ਚੜ ਜਾਣਾ, ਤੇ ਹੁਸੈਨੀ ਨੇ ਕੀ ਕਰਨਾ, ਮੇਰੇ ਦੇ ਉੱਤੇ ਲਾ ਦੇਣੀਆਂ ਨੇ ਪਾਬੰਦੀਆਂ। ਹੁਣ ਰੌਲੇ ਵਿੱਚ ਆਏ ਨੇ, ਤੇ ਮੈਂ ਨਹੀਂ ਕਹਿੰਦਾ ਪਿਆ ਕਿ ਹੁਸੈਨੀ ਸਾਹਿਬ ਨਾਲ ਸਾਡੇ ਤਲਕਾਤ ਖਰਾਬ ਹੋਣ, ਤੇ ਇਹ ਜਿਹੜੀ ਸਾਜ਼ਿਸ਼ ਕਰ ਰਹੇ ਨੇ, ਅਸੀਂ ਇਸ ਸਾਜ਼ਿਸ਼ ਨੂੰ ਉੱਠਣ ਤੋਂ ਪਹਿਲੇ ਹੀ ਇਹਦਾ ਨਾ ਇਹ ਦਰਵਾਜ਼ਾ ਬੰਦ ਕਰਨਾ ਚਾਹ ਰਹੇ। ਬਿਲਕੁਲ ਦੂਜੇ ਬੜੇ ਕਾਦੀਆਨੀ ਨੇ ਲਿਆਓ ਸਾਹਮਣੇ ਜਿਹੜਾ ਹੈ ਜੇ, ਅਸੀਂ ਸ਼ਾਤਮੀਨ ਨਾਲ ਕੋਈ ਨਹੀਂ ਗੱਲ ਕਰਦੇ। ਨਹੀਂ ਸ਼ਾਹ ਸਾਹਿਬ ਜਿਹੜਾ ਲੇਕਿਨ ਹੁਸੈਨੀ ਸਾਹਿਬ ਕੰਮ ਕਰ ਰਹੇ ਨੇ ਨਾ, ਉਹੋ ਜਿਹਾ ਕੰਮ ਵੀ ਤੇ ਕੋਈ ਨਹੀਂ ਕਰ ਸਕਿਆ। ਸਭ ਕਾਦੀਆਨੀ ਦੇਖ ਰਹੇ ਨੇ ਭਾਈ, ਕਾਦੀਆਨੀ ਸ਼ਰਾਬ ਪੀ ਕੇ ਆ ਕੇ ਉੱਥੇ ਗਾਲਾਂ ਕੱਢਦੇ ਨੇ। ਕਿੰਨੀ ਦੁਨੀਆ ਦੇਖ ਰਹੀ ਹੈ ਭਾਈ ਨੰਗੇ। ਸਾਡੇ ਵਾਸਤੇ ਇੱਕ ਬਿਹਤਰੀਨ ਯਾਨੀ ਇੱਕ ਮਹਾਜ਼ ਇਹ ਵੇਖ ਭਾਈ ਡਿਬੇਟ ਦਾ। ਹਾਂਜੀ ਅਸੀਂ ਜਾਵਾਂਗੇ, ਜ਼ਰੂਰ ਜਾਵਾਂਗੇ, ਲੇਕਿਨ ਇਹਨਾਂ ਸ਼ਾਤਮੀਨ ਨਾਲ ਕੋਈ ਗੱਲ ਨਹੀਂ। ਦੱਸ ਜਾਓ। ਜੀ ਬਿਲਕੁਲ, ਉਹ ਤੇ ਗੱਲ मैं एक गल करना चाहना वा। अस्सलाम वालेकुम मुफ्ती साहब। वालेकुम सलाम। मैं ना अदर थोड़ा बिजी सी ते गल मैं थोड़ी सुन ली जिहड़ी तुसीं गल पे करदे हो। बिल्कुल इन्हां बंदियां नाल गल करन ते किसी भी बंदे दा कोई भी मूड नहीं हुंदा ते ना ही किसी दा दिल करदा इन्हां नूं मूंह लाउण ते। अज दी तारीख तक मैं इन्हां चों बंदियां नूं कदे भी डायरैक्ट मुखातब करके नहीं गल कीती, बल्कि जिथे भी जिस बराड़ ते भी भावें सैनी साहब की बराड़ ते या लीम साहब की बराड़ ते भी आए ने ना, इन्हां नूं यही आख्या भी तुसीं इंज करो, मोडरेटर नाल गल करो। ते मोडरेटर नूं आख्या भी तू मेरे नाल जिहड़ी गल करनी, इहदे कोल जिहड़ा सवाल लैना ही लै लै, जे तेरे कोल इहदे इलावा होर कोई डिबेटर कोई नहीं, तू इहदे कोल जिहड़ा सवाल लैना ही लै लै, ते मैं तेरे नाल ही मुखातब रहांगा। एक गल। दूजी गल है कि जिहड़ी सैनी साहब की बराड़ है, उत्थे सैनी साहब कोलों ਇਹੋ ਹੀ ਰਿਲੈਕਸੇਸ਼ਨ ਲਈ ਜਾ ਸਕਦੀ ਹੈ, ਔਰ ਬਲਕਿ ਮੇਰਾ ਖਿਆਲ ਹੈ ਕਿ ਜਿਹੜੇ ਵੀ ਆਪਣੇ ਆਪ ਨੂੰ ਕਹਿੰਦੇ ਨੇ ਕਿ ਅਸੀਂ ਅਦਲ ਕਰਾਂ ਦੇ, ਬਰਾਬਰੀ ਦੀ ਸਤ੍ਹਾ ਤੇ ਗੱਲ ਕਰਾਂ ਦੇ, ਉਹਨਾਂ ਕੋਲੋਂ ਇਹੋ ਹੀ ਸਾਨੂੰ ਫੇਵਰ ਚਾਹੀਦੀ ਹੁੰਦੀ ਹੈ ਕਿ ਬਈ ਗੱਲ ਬਰਾਬਰ ਹੋਵੇ। ਟਾਈਮ ਉਹਨੂੰ 2 ਮਿੰਟ ਦੇ ਦਿਓ, ਉਹਨੂੰ ਆਖੋ ਜੋ ਤੂੰ ਬੋਲਣਾ ਬੋਲ ਲੈ, ਜੋ ਤੈਨੂੰ ਆਉਂਦਾ ਤੂੰ ਬੋਲ ਲੈ, ਤੂੰ ਫਤਵਾ ਸੁਣਾਣਾ ਫਤਵਾ ਸੁਣਾ ਲੈ, ਤੂੰ ਗਾਲਾਂ ਕੱਢਣੀਆਂ ਨੇ ਗਾਲਾਂ ਕੱਢ ਲੈ। ਉਹਦੇ ਬਾਅਦ ਅਸੀਂ ਜਿਹੜਾ ਟਾਈਮ ਸਾਡਾ ਹੈ ਉਹਦੇ 'ਚ ਤੂੰ ਨਹੀਂ ਬੋਲਣਾ। ਇਸ ਗੱਲ ਦੀ ਗਾਰੰਟੀ ਦੇਣੀ ਹੁੰਦੀ ਹੈ ਮੋਡਰੇਟਰ ਨੇ, ਜਿਹੜਾ ਬੰਦਾ ਹੋਸਟ ਹੈ। ਇਸ ਗੱਲ ਨੂੰ ਤੁਸੀਂ ਖੁਦ ਵੀ ਬਿਹਤਰ ਅਕਮੋਡੇਟ ਕਰਵਾ ਸਕਦੇ ਹੋ। ਇਹ ਜਦੋਂ 3 ਵਾਰੀ ਤੰਬੀ ਗਿੱਲੀ ਕਰਕੇ ਭੱਜਿਆ ਨਾ ਸਲੀਮ ਮੀਰ, ਜਿਸੇ ਮੈਨੂੰ ਆਖਿਆ ਸੁਣਾ ਫਤਵਾ ਪੜ੍ਹ ਕੇ ਮੇਰੇ ਸਾਹਮਣੇ, ਜਿਹੜਾ ਤੂੰ ਉੱਥੇ ਕੱਲਾ ਬਰਾੜ ਤੇ ਸੁਣਾਣਾ, ਤਲ ਦੀ ਬਰਾੜ ਤੇ ਆ ਕੇ ਸੈਣੀ ਸਾਹਿਬ ਦੀ ਬਰਾੜ ਤੇ ਦੌੜ ਗਿਆ, ਮੈਂ ਨਹੀਂ ਇਹਦੇ ਨਾਲ ਗੱਲ ਕਰਨੀ ਹੈ। ਤੇ ਪਰਸੋਂ ਵੀ ਇਹਨੂੰ ਮਿੰਨਤਾਂ ਕਰਦਾ ਪਿਆ, ਤਾਲ ਮਨਾ ਇਹਦੇ ਪੈਰ ਹੀ ਡਿੱਗਿਆ ਸੀ, ਤਾਂ ਮੈਂ ਨਹੀਂ ਉਹਦੇ ਨਾਲ ਗੱਲ ਕਰਨੀ। ਇਹਨੇ ਫਿਰ ਇਹਨੂੰ ਟੋਰਿਆ ਇਮਰਾਨ ਕਾਲੂ ਨੂੰ, ਤੇ ਇਹਨੇ ਆਖਿਆ ਵੀ ਤੂੰ ਜਾ ਕੇ ਉੱਥੇ ਫਤਵਾ ਪੜ੍ਹ ਕੇ ਸੁਣਾ। ਸੈਣੀ ਸਾਹਿਬ ਦੀ ਬਰਾੜ ਤੇ ਸਾਂ ਤੇ ਕਹਿੰਦਾ ਮੈਂ ਫਤਵਾ ਪੜ੍ਹ ਕੇ ਸੁਣਾਣਾ। ਮੈਂ ਕਿਹਾ ਵੀ ਸੈਣੀ ਸਾਹਿਬ ਇਹਨੂੰ ਆਖੋ ਜਿੰਨਾ ਟਾਈਮ ਲੈਣਾ ਹੀ ਲੈ ਲਵੇ, ਤੇ ਜਿਹੜਾ ਫਤਵਾ ਪੜ੍ਹ ਕੇ ਸੁਣਾਣਾ ਹੀ ਸੁਣਾ ਲੈ। ਉਹਦਾ ਜੋ ਮੈਨੇ ਵੀ ਬਿਆਨ ਕਰਨੇ ਨਾ ਆਪਣੇ ਕੋਲੋਂ ਵੀ ਜੋ ਉਹਦੇ ਨਾਲ ਟੁੱਚ ਟੱਚ ਲਾਣਾ ਹੀ ਲਾ ਲੈ। ਉਹਦੇ ਬਾਅਦ ਜਿਸੇ ਮੈਂ ਬੋਲਣਾ ਉਹਦੇ ਵਿੱਚ ਨਹੀਂ ਬੋਲਣਾ, ਰੌਲਾ ਨਹੀਂ ਪਾਉਣਾ। ਸੈਣੀ ਸਾਹਿਬ ਨੇ ਗੱਲ ਪੱਕੀ ਕਰ ਲਈ। ਵੱਲਾ ਆਲਮ ਇਹਨੇ 8-10 ਮਿੰਟ ਗੱਲ ਕੀਤੀ ਹੈ ਜਾਂ 6-7 ਮਿੰਟ ਗੱਲ ਕੀਤੀ ਹੈ, ਲੇਕਿਨ ਜਿੰਨੇ ਇਹਦੇ ਕੋਲ ਲਫ਼ਜ਼ ਜਾਂ ਹੈ ਸਨ ਉਹ ਤਹਿਰੀਰ ਦੇ, ਉਹ ਪੜ੍ਹ ਕੇ ਆਪਣੀ ਇਹਦੀ ਵੋਕੈਬਲਰੀ ਕੋਈ ਨਹੀਂ, ਪੜ੍ਹੇ ਪਰਲੇ ਦਰਜੇ ਦਾ ਜਾਹਿਲ ਹੈ, 2 ਫਿਕਰੇ ਨਹੀਂ ਕੋਲੋਂ ਬੋਲ ਸਕਦਾ। ਇਹਨੇ ਆਪ ਛੱਡਿਆ ਮਾਇਕ, ਇਹਨੇ ਆਖਿਆ ਮੇਰੀ ਗੱਲ ਮੁੱਕ ਗਈ। ਮੈਂ ਕਿਹਾ ਲਓ ਜੀ ਸੈਣੀ ਸਾਹਿਬ
ਮੈਂ ਇਹਦੀ ਗੱਲ 'ਚ ਨਹੀਂ ਬੋਲਿਆ ਤੇ ਤੁਸੀਂ ਇਹਨੂੰ ਹੁਣ ਖਾਮੋਸ਼ ਰੱਖਣਾ ਤੁਹਾਡੀ ਜ਼ਿੰਮੇਵਾਰੀ, ਕਿਉਂਕਿ ਮੈਂ ਤੁਹਾਡੇ ਨਾਲ ਹੀ ਮੁਖਾਤਬ ਹਾਂ ਤੇ ਤੁਹਾਡੇ ਕੋਲ ਹੀ ਮੈਂ ਟਾਈਮ ਲਿਆ। ਤੇ ਫਿਰ ਠੀਕ ਹੈ, ਜੇ ਉਹ ਨਹੀਂ ਮੇਰੇ ਸਾਹਮਣੇ ਪੜ੍ਹ ਕੇ ਸੁਣਾ ਸਕਦਾ ਫਤਵੇ ਤੇ ਇਹਨੂੰ ਉਹਨੇ ਟੋਰਿਆ ਹੈ, ਤੇ ਇਹ ਸੁਣ ਲਵੇ। ਇਹਨੇ ਸੁਣਾ ਦਿੱਤਾ ਹੈ, ਇਹ ਹੁਣ ਮੈਂ ਸੁਣਾਉਣ ਲੱਗਾ। ਤੇ ਹੁਣ ਤੁਸੀਂ ਡੱਕ ਕੇ ਰੱਖਣਾ, ਜੇ ਇਹ ਬੋਲੇ ਤੈਨੂੰ ਥੱਲੇ ਲਾ ਦੇਣਾ। ਸੈਣੀ ਸਾਹਿਬ ਨੇ ਉਹਨੂੰ ਵੀ ਚੰਗਾ ਪੱਕਾ ਕਰ ਲਿਆ ਵੀ ਜੇ ਤੂੰ ਬੋਲਿਆ ਤੇ ਤੈਨੂੰ ਮੈਂ ਥੱਲੇ ਲਾ ਦੇਣਾ। ਇਹ ਸ਼ਾਮ ਦਾ ਟਾਈਮ ਹੈ, ਨਮਾਜ਼ ਪੜ੍ਹ ਕੇ ਲਾ ਇਲਾਹਾ ਇল্লাল্লাহ ਮੁਹੰਮਦ ਰਸੂਲullah ਬਰਾੜ ਛੱਡ ਕੇ ਦੌੜ ਗਏ। ਬਰਾੜ ਛੱਡ ਕੇ ਦੌੜ ਗਿਆ ਸੈਣੀ ਸਾਹਿਬ ਤੇ ਮੈਂ ਦੋਏ ਰਹਿ ਗਏ ਸੀ, ਬਾਕੀ ਸਾਰੇ ਬੰਦੇ ਵੈਸੇ ਹੀ ਥੱਲੇ ਲਾਏ ਸੀ, ਮੈਂ ਤੇ ਸੈਣੀ ਸਾਹਿਬ ਰਹਿ ਗਏ। ਇਹ ਇਮਰਾਨ ਕੱਲ ਉੱਥੇ ਦੌੜ ਗਿਆ ਸੀ ਤੇ ਸੈਣੀ ਸਾਹਿਬ ਮੈਨੂੰ ਆਂਦੇ ਨੇ ਗੱਲ ਸੁਣ, ਟਾਈਮ ਤੇਰਾ ਹੈ, ਤੇਰੇ ਨਾਲ ਵਾਅਦਾ ਕੀਤਾ, ਤੂੰ ਜਿੰਨੀ ਗੱਲ ਕਰਨੀ ਹੈ ਤੇ ਕਰ ਲੈ। ਉਹ ਹੁਣ ਗੱਲ ਅਸੀਂ ਦੋਵੇਂ ਹੀ ਆ, ਮੈਨੂੰ ਹੀ ਸੁਣਾਣੀ ਜਿਹੜੀ ਸੁਣਾਣੀ ਹੈ, ਉਹ ਤੇ ਦੌੜ ਗਿਆ ਤੇ ਮੇਰਾ ਦਿਲ ਰਹਿ ਨਹੀਂ ਤੇ ਮੈਂ ਠੀਕ ਹੈ ਰਹਿਣ ਦੇ, ਕੋਈ ਨਹੀਂ ਗੱਲ। ਉਸ ਤੋਂ ਬਾਅਦ ਮੇਰੇ ਸਾਹਮਣੇ ਨਹੀਂ ਆ ਗੱਲ। ਇਹ ਇੱਕ ਐਗਜ਼ਾਮਪਲ ਮੈਂ ਤਾਂ ਦਿੱਤੀ ਹੈ ਕਿ ਅਗਰ ਉਹਨੇ ਕਿਸੇ ਤਲਖ ਮੌਜੂ ਤੇ ਗੱਲ ਕਰਨੀ ਹੋਵੇ, ਨਰਮ ਮੌਜੂ ਤੇ ਗੱਲ ਕਰਨੀ ਹੋਵੇ, ਸੈਣੀ ਸਾਹਿਬ ਦੀ ਬਰਾੜ ਹੋਵੇ, ਲੀਮ ਸਾਹਿਬ ਦੀ ਬਰਾੜ ਹੋਵੇ, ਜਾਂ ਕਿ ਨਾ ਜ਼ਿਕਰੀਆ ਦੀ ਬਰਾੜ ਹੋਵੇ, ਜਾਂ ਉਹ ਟੋਨੀ ਜਾਂ 3-4 ਬੰਦੇ ਹਨ ਜਿਨ੍ਹਾਂ ਨੂੰ ਸਮਝਣਾ ਕਿ ਚਲੋ ਕੁਝ ਨਾ ਕੁਝ ਇਹ ਆਖ ਸਕਦੇ ਨੇ ਉਹਨਾਂ ਨੂੰ ਕਿ ਨਹੀਂ ਬਾਈ ਬਰਾਬਰੀ ਸਤਹ ਤੇ ਗੱਲ ਕਰਨੀ ਤੇ ਵਾਰੀ ਨਾਲ ਗੱਲ ਕਰਨੀ। ਇਹਨਾਂ ਕੋਲੋਂ ਇਹ ਤਰੀਕਾ ਲਿਆ ਜਾ ਸਕਦਾ ਹੈ ਕਿ ਬਈ ਤੁਸੀਂ ਵਾਰੀ ਨਾਲ ਇਹਦੇ ਕੋਲ ਗੱਲ ਕਰਾ ਲਓ ਤੇ ਉਹਦੇ ਬਾਅਦ ਸਾਡੇ ਕੋਲ ਕਰਾ ਲਿਓ। ਅਸੀਂ ਇਹਨੂੰ ਡਾਇਰੈਕਟ ਮੁਖਾਤਬ ਨਹੀਂ ਕਰਦੇ ਕਿਉਂਕਿ ਸ਼ਾਤਮੇ ਰਸੂਲ ਨੇ, ਨਬੀਆਂ ਨੂੰ ਗਾਲਾਂ ਕੱਢਣ ਵਾਲੇ ਨੇ, ਜ਼ਨੀਮ ਨੇ। ਅੱਜ ਵੀ ਉੱਥੇ ਇਸੇ ਗੱਲ ਹੀ ਕੰਮ ਮੁੱਕਿਆ, ਜਿਹੜਾ ਆਖਰ ਤੇ ਜਿਹੜੀ ਗੱਲ ਹੋਈ ਹੈ ਨਾ, ਉਹ ਮੈਨੂੰ ਪਹਿਲਾਂ ਤਾਂ ਲੈਂਦੇ ਹੀ ਨਹੀਂ ਸੀ ਉੱਤੇ, ਜੋ ਹੀ ਮੈਨੂੰ ਲਿਆ ਤੇ ਮੈਂ ਉਹਨੂੰ ਇਹ ਹੀ ਆਖਿਆ, ਮੈਂ ਕਿਹਾ ਵੀ ਤੁਸੀਂ ਪਤਾ ਨਹੀਂ ਕਿਹਦੇ ਪ੍ਰੈਸ਼ਰ ਦੇ ਤਹਿਤ ਇਹਨਾਂ ਦੋ ਬੰਦਿਆਂ ਨੂੰ ਉੱਤੇ ਭਾਲੇ ਆ ਜਿਹੜੇ ਨਬੀਆਂ ਨੂੰ ਗਾਲਾਂ ਕੱਢਣ ਵਾਲੇ ਨੇ। ਅਸੀਂ ਤਾਂ ਇਹਨਾਂ ਨੂੰ ਕਦੇ ਮੂੰਹ ਨਹੀਂ ਲਾਇਆ, ਇੱਕ ਜੱਜਾ ਲਿਆਂਦਾ ਤੇ ਕਿ ਇਹਨੂੰ ਕੱਲ ਨੂੰ ਲਿਆਂਦੇ ਆ। ਇਹ ਤੇ ਉੱਥੋਂ ਆਏ ਨੇ ਨੁਤਫੇ ਕਾਦੀਆਂ ਤੋਂ, ਸਾਨੂੰ ਤਾਂ ਪਤਾ ਇਹਨਾਂ ਦਾ, ਇਹਨਾਂ ਦੀ ਨਾਨੀਆਂ ਦਾਦੀਆਂ ਉੱਥੇ ਕੰਮ ਕਰਦੀਆਂ ਸੀ। ਤੇ ਜਿਹੜਾ ਸ਼ੇਖ ਅਬਦੁਰਰਹਿਮਾਨ ਮਿਸਰੀ ਨੇ ਉੱਥੇ ਹਾਈ ਕੋਰਟ ਲਾਹੌਰ 'ਚ ਬਿਆਨ ਦਿੱਤਾ ਸੀ, ਉਹ ਜਾ ਕੇ ਪੜ੍ਹੋ ਬਿਆਨ। ਉਹਨੇ ਕਿਹਾ ਕਿ ਔਰਤਾਂ ਜਿਹੜੀਆਂ ਇਹਦੇ ਘਰ ਕੰਮ ਕਰਦੀਆਂ ਸਭ ਦੀ ਇੱਜ਼ਤ ਇਹਨੇ ਲੁੱਟੀ ਹੈ। ਸ਼ਿਕਾਰ ਖੇਡਦਾ ਔਰਤਾਂ ਦਾ, ਸ਼ਿਕਾਰੀ ਬੜਾ ਵੱਡਾ ਹੈ, ਜਿਹੜਾ 2 ਨੰਬਰ ਖਲੀਫਾ ਹੈ, ਬੜਾ ਬਦ ਕਿਰਦਾਰ ਹੈ, ਇਹ ਉਹਦੇ ਲਫ਼ਜ਼ ਨੇ। ਤੇ ਮੈਂ ਕਿਹਾ ਇਹ ਉੱਥੋਂ ਆਏ ਨੇ ਨੁਤਫੇ, ਅਸੀਂ ਤੇ ਇਹਨਾਂ ਨੂੰ ਗੱਲ ਨਹੀਂ ਇਹਨਾਂ ਨਾਲ ਕਰਨਾ ਚਾਹੁੰਦੇ, ਤੁਸੀਂ ਇਹਨਾਂ ਨੂੰ ਭਾਲਿਆ ਇਸ ਗੱਲ ਵਾਸਤੇ ਕਿ ਤੁਸੀਂ ਗੱਲ ਅੱਜ ਕਰਵਾਉਣਾ ਨਹੀਂ ਚਾਹੁੰਦੇ, ਤੁਸੀਂ ਸਿਰਫ ਲੜਾਈ ਕਰਨਾ ਚਾਹੁੰਦੇ ਹੋ। ਉਹ ਵੀ ਗਾਲਾਂ ਕੱਢ ਲਵੇ ਆਪਣੀ ਵਾਰੀ 'ਚ, ਅਸੀਂ ਵੀ ਕੱਢ ਲਾਂਗੇ, ਇੰਨੀ ਗੱਲ ਹੈ ਨਾ, ਲੇਕਿਨ ਵਾਰੀ ਨਾਲ ਕਰੇ। ਮੈਂ ਸਿਰਫ ਇੰਨੀ ਗੱਲ ਤਾਂ ਲੰਮੀ ਕੀਤੀ ਹੈ ਕਿ ਜੇ ਤੁਸੀਂ ਇਹੋ ਜਿਹਾ ਮਾਹੌਲ ਉੱਥੇ ਦੇਖੋ ਤੇ ਤੁਸੀਂ ਪਿੱਛੇ ਨਹੀਂ ਹਟਣਾ, ਮਾਈਕ ਬੰਦ ਨਹੀਂ ਕਰਨਾ ਤੇ ਬਾਈਕਾਟ ਨਹੀਂ ਕਰਨਾ। ਉਹਨੂੰ ਕਹਿਣਾ ਵੀ ਤੂੰ ਜੋ ਤੇਰੇ ਦਿਲ 'ਚ ਆਉਂਦਾ ਤੂੰ ਆਖ ਲੈ, ਤੇ ਜੋ ਫਿਰ ਸਾਡੇ ਦਿਲ 'ਚ ਆਵੇ ਤਾਂ ਅਸੀਂ ਆਖ ਲੈਂਦੇ। ਤੇ ਸੈਣੀ ਸਾਹਿਬ ਤੁਸੀਂ ਇਸ ਗੱਲ ਨੂੰ ਅਸ਼ੋਰ ਕਰਾਓ ਕਿ ਤੁਸੀਂ ਟਾਈਮ ਬਰਾਬਰ ਦਿਓ। ਇਹਨੂੰ ਆਖੋ ਲਾ ਲੈ ਜ਼ੋਰ, ਗਾਲ ਕੱਢਣੀ ਸੋ ਗਾਲ ਕੱਢ ਲਵੇ, ਗਾਲਾਂ ਕਿ ਕਿਹੜਾ ਕਦੇ ਨਹੀਂ ਕੱਢੀਆਂ ਇਹਨਾਂ ਨੇ ਸਾਨੂੰ, ਲੇਕਿਨ ਇਹਨਾਂ ਨੂੰ ਜਵਾਬ ਦੇਣਾ ਹੈ। ਇਹ ਆਪਣਾ ਸੁਣ ਨਹੀਂ ਸਕਦੇ। ਮੈਂ ਤੁਹਾਨੂੰ ਦੱਸਿਆ ਇੰਨੇ ਸੈਂਸਿਟਿਵ ਹੋਏ ਪਏ ਨੇ ਕਿ ਹੁਣ ਚੀਕਣ ਲੱਗੇ ਸਨ, ਕਹਿੰਦੇ ਸਨ ਉਹ ਜ਼ਿਆ ਰਸੂਲ ਚਿੱਥ ਕੇ ਤੇ ਲਫ਼ਜ਼ ਤੇ ਚਸਕੇ ਲੈ ਕੇ ਪੜ੍ਹਦਾ ਸੀ। ਕਹਿੰਦਾ ਸੀ ਮਿਰਜ਼ਾ ਕਾਦੀਆਨੀ ਨੇ ਲਿਖਿਆ ਕਿ ਉਹਦੇ ਅੱਗੇ ਵੀ ਲਾਨਤ ਤੇ ਪਿੱਛੇ ਵੀ ਲਾਨਤ। ਚਿੱਤ ਕੇ ਆ ਕੇ ਇਹ ਇੰਨੇ ਕੋ ਆਪਣੇ ਆਪ ਨੂੰ ਲੈ ਗਏ ਨੇ ਨਾ ਐਸੇ ਪੁਆਇੰਟ ਤੇ ਕਿ ਇਹ 5 ਮਿੰਟ ਵੀ ਨਹੀਂ ਗੱਲ ਸੁਣ ਸਕਦੇ। ਇਹ ਹੁਣ ਜਿੰਨੀ ਤੁਸੀਂ ਆਡੀਓ ਕਿਸੇ ਦੀ ਸੁਣਾਉਂਦੇ ਸੀ ਤੇ ਮੈਂ ਉਧਰੋਂ ਆਇਆ ਤੇ ਇਹ ਕੀ ਗੱਲ ਹੋਣ ਲੱਗੀ ਹੈ। ਸਾਡੇ ਖਲੀਫਿਆਂ ਨੂੰ ਨਾ ਕੋਈ ਆਖੇ, ਕੋਈ ਬੰਦਾ ਮਾੜਾ ਨਾ ਆਖੇ, ਸਾਡੇ ਮੁਸਲਿਮ ਮਸੀਹ ਮਊਦ ਨੂੰ ਨਾ ਕੋਈ ਲਫ਼ਜ਼ ਆਖ ਸੜੇ, ਇਹ ਸੁਣ ਹੀ ਨਹੀਂ ਸਕਦੇ ਉਹਨਾਂ ਦੇ ਬਾਰੇ। ਇਸ ਗੱਲ ਅਸੀਂ ਯਕੀਨ ਨਾਲ ਕਹਿੰਦੇ ਆ ਕਿ ਅਗਰ ਇਹ ਆਪਣੀ ਵਾਰੀ ਨਾਲ ਗੱਲ ਕਰ ਲੈਣ, ਜਵਾਬ ਜਿੱਸੀ ਗੱਲ ਕਰਾਂਗੇ ਨਾ, ਇਹ ਦੌੜ ਜਾਣਗੇ ਛੱਡ ਕੇ ਬਰਾੜ। ਇਸ ਗੱਲ ਮੇਰੀ ਇਹ ਰਾਏ ਵੀ, ਮੇਰਾ ਮਸ਼ਵਰਾ ਹੈ ਤੁਹਾਨੂੰ, ਤੇ ਜਿਸ ਤਰ੍ਹਾਂ ਤੁਸੀਂ ਬਿਹਤਰ ਸਮਝੋ, ਲੇਕਿਨ ਇਹ ਮੇਰੇ ਖਿਆਲ 'ਚ ਬਿਹਤਰ ਤਰੀਕਾ ਹੈ ਕਿ ਗੱਲ ਜ਼ਰੂਰ ਕਰੋ ਲੇਕਿਨ ਵਾਰੀ ਨਾਲ ਕਰਾਓ। ਜਿਹੜਾ ਹੱਲਾ ਗੁੱਲਾ ਹੁੰਦਾ ਨਾ, ਧੂਆਂ ਜਿਹਾ ਫੈਲਦਾ, ਉਹਦਾ ਕੋਈ ਫਾਇਦਾ ਨਹੀਂ ਹੁੰਦਾ। ਉਹ ਤੇ ਗਾਲਾਂ ਹੀ ਗੋਲਾਂ ਹੁੰਦੀਆਂ ਨੇ ਨਾ, ਜਿਹਦੀ ਆਵਾਜ਼ ਉੱਚੀ ਹੋਈ ਤੇ ਜਿੰਨੀਆਂ ਚੋਖੀਆਂ ਕੱਢ ਲਈ ਉਨੀ ਗੱਲ। ਜੀ ਮੈਂ ਖਤਮ ਕਰਤੀ ਗੱਲ ਤੇ ਕਰੀਏ। ਇਹ ਹੁਣ ਇਮਰਾਨ ਕੱਲ ਨੂੰ ਤੁਸੀਂ ਵੇਖ ਲਓ ਕਿ ਗੱਲ ਕਰਨ ਹੀ ਨਹੀਂ ਦਿੰਦਾ, ਇਹਨੂੰ ਪੂਰਾ ਟਾਈਮ ਮਿਲ ਜਾਂਦਾ ਹੈ, ਲੇਕਿਨ ਅਸੀਂ ਜਦੋਂ ਗੱਲ ਕਰਨੇ ਵਿੱਚ ਬੋਲ ਪੈਂਦਾ ਹੈ। ਫਿਰ ਅੱਗੂ ਰੋਲਾ ਵੇ ਹੁਸੈਨੀ ਸਾਹਿਬ ਵੀ ਮਨਾ ਨਹੀਂ ਕਰਦੇ। ਹੁਣ ਇਹਦਾ ਵੀ ਕੋਈ ਹੱਲ ਕੱਢੋ ਕਿ ਇਹਦਾ ਕੀ ਹੱਲ ਹੈ। ਹੁਸੈਨੀ ਸਾਹਿਬ ਕਹਿ ਦਿੰਦੇ ਨੇ ਅੱਛਾ ਮੁਫਤੀ ਸਾਹਿਬ ਤੁਸੀਂ ਫਿਰ ਮੇਰੇ ਤੋਂ ਯਾਨੀ ਉਹ ਕੀ ਇੱਕ ਡਾਇਲਾਗ ਹੈ ਉਹਨਾਂ ਦਾ, ਫਿਰ ਗੱਲ ਨਹੀਂ ਹੋ ਸਕਦੀ, ਤੁਹਾਡੀ ਗੱਲ ਨਹੀਂ ਹੋ ਸਕਦੀ। ਯਾਰ ਮੈਂ ਤੁਹਾਡੇ ਅੱਗੇ ਇੱਕ ਉਜ਼ਰ ਪੇਸ਼ ਕਰ ਰਿਹਾ ਲੋ ਜੀ, ਮੇਰੀ ਤੁਹਾਡੀ ਫਿਰ ਗੱਲ ਨਹੀਂ ਹੋ ਸਕਦੀ। ਯਾਰ ਹੁਣ ਇੱਥੇ ਐਸੇ ਸੂਰਤ ਹਾਲ 'ਚ ਬੰਦਾ ਕੀ ਗੱਲ ਕਰੇ। ਨਹੀਂ, ਉਹਦਾ ਇਲਾਜ ਇਹ ਨਾ, ਤੁਸੀਂ ਉਹਨਾਂ ਨੂੰ ਹੀ ਮੁਖਾਤਬ ਰੱਖੋ ਤੇ ਉਹਨਾਂ ਨੂੰ ਤੁਸੀਂ ਇਹ ਸਮਝੋ, ਮਹਿਸੂਸ ਕਰੋ ਤੁਸੀਂ ਵਾਕਿਅਤਨ ਦਿਲ ਦੇ ਵਿੱਚ
ਜਗ੍ਹਾ ਬਣਾਓ ਕਿ ਉਸ ਬੰਦੇ ਨੂੰ ਦੋ ਪਾਸਿਓਂ ਗਾਲਾਂ ਪੈਂਦੀਆਂ ਨੇ। ਸਾਡੇ ਵੀ ਤਫਜ਼ਾਤ ਹਨ ਨੇ, ਮੈਨੂੰ ਵੀ ਬੜੀ ਤਕਲੀਫ ਹੁੰਦੀ ਹੈ ਕਿ ਥੱਲੇ ਨਬੀ ਪਾਕ ਨੂੰ ਗਾਲਾਂ ਕੱਢਣ ਪੈਣ ਲੱਗੇ ਹੁਣ ਤੇ ਸੈਣੀ ਸਾਹਿਬ ਨੂੰ ਕੋਈ ਬੰਦਾ ਆ ਕੇ ਮਾਈਕ ਮਿਊਟ ਮੈਸੇਜ ਮਿਊਟ ਕਰ ਦੋ, ਉਹ ਆਂਦੇ ਨੇ ਥੱਲੇ ਵਾਲੀ ਮੰਜ਼ਿਲ ਤੇ ਜੋ ਚੱਲਦਾ ਚੱਲਣ ਦੇ, ਤੁਸੀਂ ਉਤਾਂ ਧਿਆਨ ਰੱਖੋ। ਤਾਂ ਮੈਨੂੰ ਵੀ ਬੜੀ ਤਕਲੀਫ ਹੁੰਦੀ ਹੈ, ਨਾਕਾਬਲੇ ਬਰਦਾਸ਼ਤ ਹੈ। ਲੇਕਿਨ ਮੈਂ ਦੱਸਣਾ ਪਿਆ ਕਿ ਉਸ ਬੰਦੇ ਨੂੰ ਦੋ ਪਾਸਿਓਂ ਪੇਤਰ ਕੱਲੇ ਪੈਂਦੇ ਨੇ, ਉਹ ਦੂਜੇ ਪਾਸਿਓਂ ਉਹਦੇ ਤੇ ਜ਼ਿਆਦਾ ਪ੍ਰੈਸ਼ਰ। ਅੱਜ ਦਿਹਾੜੀ ਵੀ ਕੋਈ ਬੰਦਾ ਆਖਣ ਲੱਗਿਆ ਸੀ ਕਿ ਸੈਣੀ ਸਾਹਿਬ ਦੀ ਇੰਟਰੋਗੇਸ਼ਨ ਵੀ ਚੱਲਦੀ ਹੈ ਪਤਾ ਨਹੀਂ ਕਿਹੜੀ ਬਰਾਡ ਦੇ ਉੱਤੇ, ਤੇ ਸਾਨੂੰ ਜਿੰਨਾ ਉਹ ਬੰਦਾ ਸਾਨੂੰ ਦੇ ਸਕਦਾ ਸਾਨੂੰ ਓਨਾ ਹੀ ਉਹਦੇ ਕੋਲ ਲੈ ਲੈਣਾ ਚਾਹੀਦਾ ਕੰਮ। ਲੇਕਿਨ ਜੇ ਗੱਲ ਉਹ ਕਰਾ ਸਕਦੇ ਨੇ ਤੇ ਤੁਸੀਂ ਉਹਨਾਂ ਨੂੰ ਹੀ ਮੁਖਾਤਬ ਕਰੋ ਵੀ ਸੈਣੀ ਸਾਹਿਬ ਗੱਲ ਕਰਾ ਸਕਦੇ ਹੋ, ਜੇ ਤੇ ਕਰਾ ਸਕਦੇ ਹੋ ਤੇ ਕਰਾਓ, ਜੇ ਨਹੀਂ ਕਰਾ ਸਕਦੇ ਤੇ ਕਰਨੀ ਦੀ ਲੋੜ ਕਿਹੜੀ ਹੈ ਗੱਲ। ਜਿਹੜਾ ਮਰਜ਼ੀ ਆ ਜੇ, ਨਿੱਕੇ ਨੂੰ ਟੋਰ ਦੇਣ, ਵੱਡੇ ਨੂੰ ਟੋਰ ਦੇਣ, ਅਨਪੜ੍ਹ ਨੂੰ ਟੋਰ ਦੇਣ, ਪੜ੍ਹੇ ਲਿਖੇ ਨੂੰ ਟੋਰ ਦੇਣ, ਹੁਸ਼ਿਆਰ ਨੂੰ ਟੋਰ ਦੇਣ, ਬੇਵਕੂਫ ਨੂੰ ਟੋਰ ਦੇਣ, ਜਿਹਨੂੰ ਮਰਜ਼ੀ ਉਹ ਆਪਣੀ ਤਰਫੋਂ ਬੰਦਾ ਭੇਜ ਦੇਣ। ਹੁਣ ਅਸੀਂ ਕਦਰਾਂ ਤੇ ਨਹੀਂ ਲਾ ਸਕਦੇ ਜਿਨ੍ਹਾਂ ਬੰਦਿਆਂ ਨੇ ਅੰਦਰੋਂ ਕੁਣੀਆਂ ਮਾਰਦੀਆਂ ਨੇ ਤੇ ਉਹ ਸਾਨੂੰ ਉਹ ਕਿਸੇ ਵੀ ਮੈਦਾਨ ਉੱਤੇ ਸਾਹਮਣੇ ਨਹੀਂ ਲੱਭਦੇ ਹਨ, ਉਹਨਾਂ ਨੇ ਲੱਕੜ ਪਕੜ ਛੱਡਦੇ ਨੇ ਵੀ ਚਲੋ ਤੁਸੀਂ ਜਾ ਕੇ ਜੂਆਂ ਹਾਰ ਉਹਨਾਂ ਨੂੰ ਪੈ ਜਾਓ। ਤੇ ਕੋਈ ਗੱਲ ਨਹੀਂ, ਇਹਨਾਂ ਦੇ ਵੀ ਇਨਸ਼ਾਅੱਲਾ ਪਿੱਠ ਤੇ ਇੱਕ ਲੱਗੇਗਾ ਤੇ ਪਿੱਛੋਂ ਨਹੀਂ ਵੇਖਣ ਲੱਗੇ, ਤੁਸੀਂ ਫਿਕਰ ਨਾ ਕਰੋ। ਤੁਸੀਂ ਸਿਰਫ ਉਹਨਾਂ ਨੂੰ ਨਾ ਮੋਡਰੇਟਰ ਨੂੰ ਹੱਥ 'ਚ ਰੱਖੋ, ਉਹਨਾਂ ਨੂੰ ਹੀ ਅਪੀਲ ਕਰੋ ਤੇ ਉਹਨਾਂ ਅੱਗੇ ਹੀ ਉਹਨਾਂ ਨਾਲ ਹੀ ਰਾਬਤਾ ਰੱਖੋ ਵੀ ਮੋਡਰੇਟਰ ਸਾਹਿਬ ਗੱਲ ਕਰਾਣੀ ਜੇ ਕਿ ਨਹੀਂ ਜੇ ਕਰਾਣੀ ਹੈ। ਜੇ ਤੇ ਕਰਾਣੀ ਜੇ ਤੇ ਸਾਡੇ ਨਾਲ ਤੈਅ ਕਰ ਲਓ ਵੀ ਟਾਈਮ, ਉਹ ਇੱਕ ਇਹਦੇ ਵਿੱਚ ਤੇ ਆਪਸ਼ਨ ਵੀ ਹੁੰਦਾ ਨਾ, ਇਹਦੇ 'ਚ ਟਿਕਟੌਕ ਵਿੱਚ ਉਹ ਸ਼ੋਅ ਵਾਲਾ ਜਿਹੜਾ ਆਪਸ਼ਨ ਨਹੀਂ ਹੁੰਦਾ, ਜੀ ਉਹਦੇ ਤੁਸੀਂ ਫਿਕਸ ਕਰ ਦਿਓ ਨਾ 2 ਮਿੰਟ ਜਾਂ 3 ਮਿੰਟ, ਆਟੋਮੈਟਿਕ ਮਾਈਕ ਮਿਊਟ ਹੋ ਜਾਂਦਾ ਬੰਦੇ ਦੂਜੇ ਦਾ, ਉਹ ਬੋਲ ਹੀ ਨਹੀਂ ਸਕਦਾ। ਤੁਸੀਂ ਮੋਡਰੇਟਰ ਕੋਲ ਲਵਾ ਲਓ, ਜਦੋਂ 1 to 1 ਗੱਲ ਹੋਣ ਲੱਗੀ, ਦੋ ਬੰਦੇ ਗੱਲ ਕਰਨ ਲੱਗੇ ਹੋਣ ਤੇ ਤੁਸੀਂ ਉਹਨੂੰ ਮੋਡਰੇਟਰ ਨੂੰ ਕਹੋ ਵੀ ਜੇ ਇਸ ਬੰਦੇ ਮੇਰੇ ਨਾਲ ਗੱਲ ਕਰਨੀ ਹੈ ਇਹਨੂੰ 2 ਵਾਰੀ ਇਹ ਵਿੱਚ ਬੋਲਦਾ ਮੇਰੀ ਗੱਲ ਦੇ, ਜਿਸ ਵੇਲੇ ਮੈਂ ਬੋਲਣਾ ਵਿੱਚ ਬੋਲਦਾ, 1 ਵਾਰੀ ਹੋ ਗਿਆ, 2 ਵਾਰੀ ਹੋ ਗਿਆ, ਤੇ ਤੁਸੀਂ ਮਿਹਰਬਾਨੀ ਕਰੋ ਉਹਨੂੰ ਸ਼ੋਅ ਨੂੰ ਆਨ ਕਰ ਦਿਓ। ਇਹ ਆਪਣੀ ਗੱਲ ਕਰ ਲਵੇ, ਮੈਂ ਨਹੀਂ ਬੋਲਦਾ, ਜਿਸੇ ਮੈਂ ਗੱਲ ਕਰਨਾ ਇਹ ਬੋਲਦਾ ਤੇ ਉਸ ਤੇ ਤੁਸੀਂ ਹੋ। ਲੇਕਿਨ ਉਹਨਾਂ ਨੂੰ ਇਸ ਤੋਂ ਜ਼ਿਆਦਾ ਸਖਤੀ ਨਹੀਂ ਉਹਨਾਂ ਨਾਲ ਕਰਨੀ ਚਾਹੀਦੀ, ਸੈਣੀ ਸਾਹਿਬ ਨਾਲ। ਆਮਿਰ ਭਾਈ ਹੁਸੈਨੀ ਸਾਹਿਬ ਜਿਹੜੇ ਨੇ ਰਾਤੀ ਮੀਆਂ ਦੀ ਬਰਾੜ ਤੇ ਟੁਰ ਗਏ ਤੇ ਉੱਥੇ ਇਹਨਾਂ ਨੇ ਸਾਰਿਆਂ ਨੇ ਉਹਨਾਂ ਨੂੰ ਘੇਰ ਲਿਆ ਤੇ ਬਹੁਤ ਜਿਸ ਤਰ੍ਹਾਂ ਫਿਰ ਬਦਤਮੀਜ਼ੀ ਕਰਦੇ ਨੇ। ਮੈਨੂੰ ਪਤਾ ਹੈ ਉਹਨਾਂ ਦੇ ਮਗਰ ਬੜੀ ਮਗਰ ਸਾਰੇ ਇਹ ਪਰਸੋਂ ਮੈਂ ਇਹਨਾਂ ਦੀ ਬਰਾੜ ਦੇ ਤੋਂ ਸੁਣਿਆ, ਜੋ ਕੋਈ ਉਹਨਾਂ ਨੂੰ ਆਖਣ ਲੱਗੇ ਸਨ ਨਾ ਸੈਣੀ ਸਾਹਿਬ ਨੂੰ, ਇਹ ਮਰਜ਼ਾਈ ਇਹ ਜਿਹੜੇ ਇਹਨਾਂ ਦੇ ਵੱਡੇ ਛਾੜ ਭਗਿਆੜ ਨੇ, ਉਹ ਤੇ ਸੈਣੀ ਸਾਹਿਬ ਨੂੰ ਪਤਾ ਨਹੀਂ ਕੀ ਸਮਝਦੇ ਨੇ। ਇਸ ਲਈ ਸੈਣੀ ਸਾਹਿਬ ਤੇ ਕੋਈ ਬੰਦਾ ਮਿਹਰਬਾਨੀ ਕਰਿਆ ਜੇ ਕੋਈ ਫਤਵਾ ਨਾ ਦਿਆ ਜੇ ਸੈਣੀ ਸਾਹਿਬ ਦੇ। ਅਗਰ ਫ੍ਰੀਕੁਐਂਸੀ ਮਿਲ ਜੇ ਤੇ ਠੀਕ ਹੈ, ਗੱਲ ਕਰੋ, ਨਹੀਂ ਮਿਲਦੀ ਤੁਸੀਂ ਪਿਛਾਂਹ ਹਟ ਜਾਓ, ਗੱਲ ਅਸੀਂ ਆਪ ਕਰ ਲਾਂਗੇ। ਮੇਰੇ ਨਾਲ ਤੇ ਇਸ ਤਰ੍ਹਾਂ ਦਾ ਮਾਮਲਾ ਬਹੁਤ ਘੱਟ ਹੋਇਆ ਕਿ ਮੈਂ ਸੈਣੀ ਸਾਹਿਬ ਨੂੰ ਆਵਾਜ਼ ਮਾਰੀ ਹੋਵੇ ਤੇ ਸੈਣੀ ਸਾਹਿਬ ਬੋਲੇ ਨਾ ਹੋਣ। ਉਹਨਾਂ ਨੂੰ ਜਦੋਂ ਵੀ ਆਖਿਆ ਕਿ ਸੈਣੀ ਸਾਹਿਬ ਤੁਸੀਂ ਮੋਡਰੇਟਰ ਹੋ, ਗੱਲ ਤੁਸੀਂ ਕਰਵਾਣੀ ਹੈ ਤੇ ਜੇ ਕਰਵਾ ਸਕਦੇ ਹੋ ਕਰਵਾਓ, ਨਹੀਂ ਕਰਵਾ ਸਕਦੇ ਅਸੀਂ ਚੁੱਪ ਕਰ ਰਹੇ ਨੇ, ਇਹਨਾਂ ਨੂੰ ਆਖੋ ਲੱਗੇ ਰਹਿਣ। ਆਪਣੀਆਂ ਬਰਾਡਾਂ ਦੇ ਵੀ ਤਾਂ ਲੱਗੇ ਹੁੰਦੇ ਨੇ, ਅਸੀਂ ਮਾਈਕ ਮਿਊਟ ਕਰ ਸਕਦੇ ਤੇ ਲੱਗੇ ਨੇ ਹੁਣ ਇੱਥੇ ਯਬ ਕਰਨ। ਗੱਲ ਤੇ ਦੋ ਤਰਫਾ ਹੁੰਦੀ ਹੈ ਨਾ, ਤੇ ਜੇ ਸਾਡੇ ਕੋਲ ਜਵਾਬ ਲੈਣਾ ਜੇ ਜਾਂ ਸਾਡੇ ਨਾਲ ਡਾਇਲੌਗ ਕਰਾਉਣਾ ਜੇ ਉਹਦਾ ਤੇ ਇਹੀ ਤਰੀਕਾ ਹੈ ਕਿ ਉਹਨੂੰ ਰੈਗੂਲੇਟ ਕੀਤਾ ਜੇ, ਉਹਨੂੰ ਕੰਟਰੋਲ ਕੀਤਾ ਜੇ ਗੁਫ਼ਤਗੂ ਨੂੰ। ਜੇ ਤੁਸੀਂ ਕੰਟਰੋਲ ਨਹੀਂ ਕਰ ਸਕਦੇ ਤੇ ਹਾਮੀ ਨਾ ਭਰੋ, ਤੇ ਜੇ ਕੰਟਰੋਲ ਕਰ ਸਕਦੇ ਹੋ ਤੇ ਕਰਾਓ ਗੱਲ, ਅਸੀਂ ਹਾਜ਼ਰ। ਬੇਸ਼ੱਕ ਜਿਹੜਾ ਮਰਜ਼ੀ ਜਿਹੜਾ ਆਪਣੇ ਆਪ ਨੂੰ ਛਾੜ ਭਗਿਆੜ ਸਮਝਦਾ ਉਹ ਆ ਜੇ, ਜਿਹੜਾ ਸਭ ਤੋਂ ਲਫੰਗਾ ਹੈ ਉਹ ਆ ਜੇ, ਜਿਹੜਾ ਮਰਜ਼ੀ ਆ ਜੇ, ਕੋਈ ਮਸਲਾ ਨਹੀਂ। ਬਸ ਵਿੱਚ ਨਾ ਬੋਲੋ, ਜਿਹੜਾ ਧੂਆਂ ਫੈਲਣਾ ਨਾ ਬਈ ਇੱਕ ਦੂਜੇ ਨੂੰ ਵਿੱਚ ਹੀ ਮਾਈਕ ਕੱਢ ਕੇ ਤੇ ਲਾ 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 ਕਰਨੀ, ਉਹ 2-4 ਮਿੰਟ ਸੈਣੀ ਸਾਹਿਬ ਸੁਣ ਕੇ ਆਪਣਾ ਤੇ ਉਹਦੇ ਬਾਅਦ ਉਹ ਬਰਾੜ ਸੱਟ ਨੇ, ਚਲੋ ਬਰਾੜ ਹੀ ਬੰਦ ਕਰੋ, ਧੂਆਂ ਫੈਲ ਗਿਆ, ਉਹਦਾ ਕੀ ਫਾਇਦਾ ਹੁੰਦਾ। ਮਲਕ ਕੈਸਰ ਸਾਹਿਬ ਵੀ ਤਸ਼ਰੀਫ ਫਰਮਾ ਨੇ। ਮਲਕ ਸਾਹਿਬ ਕੀ ਹਾਲ ਹੈ? ਸਲਾਮ ਅਲੈਕੁਮ। ਵਾਲੇਕੁਮ ਸਲਾਮ। ਉਸ ਦਿਨ ਕੀ ਹੋਇਆ ਸੀ? ਬੜੀ ਧੂਆਂਧਾਰ ਡਿਬੇਟ ਹੋ ਰਹੀ ਸੀ, ਬੰਦਾ ਫਸ ਗਿਆ ਤੇ ਇੱਕਦਮ ਡਿਬੇਟ ਬਰਾੜ ਡਿੱਗ ਗਈ, ਤੁਸੀਂ ਬੰਦ ਕੀਤੀ। ਹਾਂ, ਬਿਜਲੀ ਟੁਰ ਗਈ ਹੋਣੀ ਨੇ। ਔਰ ਜਿਸ ਦਿਨ ਉਹ ਕਸ਼ਮੀਰੀ ਸੀ, ਹਾਂਜੀ ਜਾਂ ਕਸ਼ਮੀਰੀ ਸੀ ਸ਼ਾਇਦ, ਪਤਾ ਨਹੀਂ ਕਿਹੜਾ ਸੀ। ਆਹੋ ਜਿਹਦੇ ਨਾਲ ਗੱਲ ਕਰਨ ਲੱਗੇ ਪਰਸੋਂ ਸੁਬਾਹ ਦੀ, ਉਹ ਪਤਾ ਨਹੀਂ ਕੀ ਹੋਇਆ, ਮੈਂ ਖੁਦ ਦੁਬਾਰਾ ਆਨ ਹੋਈ, ਲੇਕਿਨ ਟਾਈਮ ਵੀ ਮੇਰੇ ਕੋਲ ਕਾਫੀ ਹੋ ਗਿਆ ਸੀ, ਮੈਨੂੰ ਖੁਦ ਸਮਝ ਨਹੀਂ ਆਈ, ਅਚਾਨਕ ਬੰਦ ਹੋ ਗਈ ਬਰਾਡ। ਓਹੋ, ਜਿਹੜਾ ਸਾਡਾ ਯੂਰਪ ਦਾ ਸੁਬਾਹ ਦਾ ਟਾਈਮ ਹੁੰਦਾ ਨਾ, ਤੁਹਾਡੇ ਕੋਲੇ ਅਮਰੀਕਾ ਦੇ ਵਿੱਚ ਉਸ ਵੇਲੇ ਰਾਤ 12-1 ਦਾ 1:30 ਦਾ ਟਾਈਮ ਹੋਇਆ ਹੁੰਦਾ। ਨਹੀਂ, ਉਸ ਟਾਈਮ 2 ਵਜ ਰਹੇ ਸਨ ਰਾਤ ਦੇ। ਹਾਂ ਹਾਂਜੀ, ਹੋ ਜਾਂਦਾ। ਵੀ ਨਹੀਂ ਆਇਆ ਕਸ਼ਮੀਰੀ ਦੁਬਾਰਾ ਕਿਧਰੇ। ਪਿੱਛਾ ਫੋਨ ਸੁਣਨ ਜਾਈਏ ਨਾ ਤੇ ਇਹ ਬਰਾਡ ਡਿੱਗ ਪੈਂਦੀ,
ਕਸ਼ਮੀਰੀ ਮੈਂ ਵੀ ਇੰਤਜ਼ਾਰ ਕਰਦਾ ਰਿਹਾ ਵਾਂ ਕਿ ਸੈਣੀ ਸਾਹਿਬ ਦੀ ਬਰਾੜ ਤੇ ਆ ਕੇ ਜਿਸ ਤਰ੍ਹਾਂ ਉਹਨੇ ਵਾਅਦਾ ਕੀਤਾ ਸੀ ਕਿ ਮੈਂ ਜੀ ਤੁਹਾਡੇ ਸਾਹਮਣੇ ਉਹਨਾਂ ਕੋਲੋਂ ਗੱਲ ਪੁੱਛਾਂਗਾ, ਮੈਂ ਉਹਨੂੰ ਢੂੰਡਦਾ ਰਿਹਾ। ਕੱਲ ਦੀ ਗੱਲ ਏ, ਸੈਣੀ ਸਾਹਿਬ ਦੀ ਬਰਾੜ ਤੇ ਯਾਨੀ ਪਰਸੋਂ ਪਿਛਲੇ ਟਾਈਮ ਵੀ, ਕੱਲ ਵੀ ਉਹ ਨਹੀਂ ਨਜ਼ਰ ਆਇਆ ਬੰਦਾ, ਤੇ ਉਸ ਤੋਂ ਬਾਅਦ ਇਹ ਤੱਕ ਮੈਨੂੰ ਨਜ਼ਰ ਹੀ ਨਹੀਂ ਆਇਆ ਹੈ। ਖੈਰ, ਜਿਹੜਾ ਬੰਦਾ ਇਹ ਵਾਅਦਾ ਕਰਕੇ ਜਾਂਦਾ ਹੈ ਕਿ ਮੈਂ ਤੁਹਾਨੂੰ ਜਨਾਬ ਕੱਲ ਤੱਕ ਪਤਾ ਕਰਕੇ ਦੱਸਾਂਗਾ ਜਾਂ ਮੈਂ ਇਸ ਗੱਲ ਦਾ ਜਵਾਬ ਲਿਆ ਕੇ ਦਿਆਂਗਾ, ਤੇ ਉਹਨੂੰ ਟਾਈਮ ਦੇ ਦੇਣਾ ਚਾਹੀਦਾ। ਕੁਝ ਨਹੀਂ ਹੁੰਦਾ, ਚੱਲਣ ਦਿਓ ਨੇ। ਇਹ ਤੇ ਕਈ ਲੱਗੇ ਫਿਰਦੇ ਨੇ ਮੁਫਤੀ ਸਾਹਿਬ ਲੱਗੜ ਬਗੜੇ ਤੇ, ਕੋ ਪਤਾ ਲੱਗਦਾ ਹੈ ਜਿਹੜਾ ਅਹਿਮਦ ਸੁਲਤਾਨ ਇਹ ਸਾਰੇ ਹੁਣ ਤੱਪੇ ਪਏ ਨੇ ਅਹਿਮਦ ਸੁਲਤਾਨ ਦੇ, ਇਹਦਾ ਕੋਈ ਪਤਾ ਨਹੀਂ ਪਿਆ ਲੱਗਦਾ। ਤੇ ਉਹ ਆਂਦਾ ਮੈਂ ਮੁਸਲਮਾਨ, ਤੇ ਮੁਸਲਮਾਨ ਵਾਲੇ ਪਾਉ ਭਜੇ ਕੀ ਕੋਈ ਨਹੀਂ ਉਹਦੇ। ਨਹੀਂ ਮੁਸਲਮਾਨ ਤੇ ਨਹੀਂ ਹੈ, ਉਹਦੀ ਮੇਰੇ ਕੋਲ ਰਿਕਾਰਡਿੰਗ ਮੌਜੂਦ ਹੈ ਜਿਹਦੇ ਤੇ ਉਹ ਕਾਦੀਆਨੀਆਂ ਦੀ ਬਰਾੜ ਤੇ ਬਹਿ ਕੇ ਤੇ ਉੱਥੇ ਮੁਸ਼ਾਵਰਤ ਕਰ ਰਹੇ ਹੈ ਕਿ ਤੁਸੀਂ ਮੁਨਾਜ਼ਰੇ ਕਿੰਜ ਕਰੋ। ਉਹਨੇ ਇੱਕ ਬੜੀ ਜ਼ਬਰਦਸਤ ਇਹਨਾਂ ਨੂੰ ਮਸ਼ਵਰਾ ਦਿੱਤਾ ਹੈ, ਆਂਦਾ ਹੈ ਜਿਵੇਂ ਕਿ ਜਮਾਤੇ ਅਹਿਮਦੀਆ ਕੋਲ ਜਵਾਬ ਕੋਈ ਨਹੀਂ ਹੈ, ਮੁਨਾਜ਼ਰੇ ਕਰਨੇ ਛੱਡ ਦਿਓ। ਇਹ ਉਹਨਾਂ ਨੂੰ ਮਸ਼ਵਰਾ ਦਿੱਤਾ ਸੀ। ਆਹੋ ਆਹੋ। ਤੇ ਠੀਕ ਹੈ ਨਾ। ਤੇ ਉਹ ਦੂਸਰਾ ਪਤਾ ਨਹੀਂ ਹੁਣ ਉਹ ਨਾਮ ਭੁੱਲ ਗਿਆ ਮੁਰੱਬੀ ਦਾ, ਤੇ ਉਹ ਆਂਦਾ ਹਾਂ ਇਹ ਇਹਨਾਂ ਦੀ ਗੱਲ ਨਾ ਸੁਲਤਾਨ ਭਾਈ ਦੀ ਬੜੀ ਸੋਹਣੀ ਗੱਲ ਯਾਨੀ ਉਹ ਕਨਵਿੰਸ ਹੋ ਗਏ ਨੇ ਵੀ ਠੀਕ ਮਸ਼ਵਰਾ ਦੀ ਕਸਮ ਹੈ। ਉਹ ਅਸਲ ਚ ਨਾ ਮੈਂ ਕਟਿੰਗਸ ਵਾਵਾ ਸੰਭਾਲੀਆਂ ਨੇ ਤੇ ਉਹਨਾਂ ਦੇ ਜੇ ਮੈਂ ਨਾਮ ਕੋ ਨਹੀਂ ਦਿੱਤੇ ਕਟਿੰਗਸ ਦੇ, ਉਹ ਸਾਰੀਆਂ ਮੈਨੂੰ ਫਿਰ ਸੁਣਨੀ ਪੈਣੀ ਕਿਹਦੇ ਚ ਗੱਲ ਹੋਈ ਹੈ, ਤੇ ਉਹ ਮੈਂ ਸਾਰੇ ਨਾ ਇਹ ਸ਼ਗੂਫੇ ਸੰਭਾਲ ਕੇ ਰੱਖਣਾ ਪਿਆ ਤੇ ਫਾਈਲ ਤਿਆਰ ਹੋ ਰਹੀ ਹੈ ਮਾਸ਼ਾਅੱਲਾ। ਤੇ ਇੰਜ ਦੇ ਹਿਸਾਬ ਕਿਤਾਬ ਨੇ ਹੁਣ ਖਿਸਕ ਗਏ ਨੇ। ਹਾਂਜੀ ਹਾਂਜੀ ਹਾਂਜੀ। ਨਹੀਂ ਇਹ ਜਿਹੜਾ ਧੱਕਾ ਲੱਗਿਆ ਨਾ ਇਨਸ਼ਾਅੱਲਾ ਇਹ ਕੱਢਣ ਨਹੀਂ ਲੱਗੇ, ਰੋਜ਼ਿਆਂ ਤਾਂ ਹੀ ਨਹੀਂ ਹੈ ਜੀ, ਇਹ ਮਰੀਜ਼ ਰੋਜ਼ਿਆਂ ਤਾਂ ਹੀ ਨਹੀਂ ਜ਼ਿੰਦਾ ਰਹਿਣ ਲੱਗਾ। ਆਹੋ ਅੱਛਾ ਜਦੋਂ ਡਿਬੇਟ ਸ਼ੁਰੂ ਹੁੰਦੀ ਹੈ ਨਾ ਤੇ ਐਂਬੂਲੈਂਸ ਲਿਆ ਕੇ ਬਾਹਰ ਖਿਲਾਰ ਲੈਂਦੇ ਨੇ ਪਹਿਲੇ। ਆਹੋ ਡਿਬੇਟ ਬਾਅਦ ਚ ਸ਼ੁਰੂ ਕਰਦੇ ਜੇ ਕਿਉਂ ਨੇ। ਅੱਛਾ ਫਿਰ ਨਾ ਘੜੀ ਦੇ ਉੱਤੇ ਨਜ਼ਰ ਹੁੰਦੀ ਨੇ ਤੇ ਬਾਰ ਵੇਖਣ ਕੇ ਕਿ ਅਜੇ ਤੱਕ ਬੰਦਾ ਨਹੀਂ ਬਾਹਰ ਆਇਆ। ਹਾਂ ਜਿਹਨੂੰ ਚੁੱਕ ਕੇ ਖੜਨਾ ਸੀ। ਆਪਸ ਚ ਲੜਾਈ ਨਹੀਂ ਪਈ ਉਹਨਾਂ ਦੀ ਮੁੱਕਦੀ, ਤੇ ਇੱਕ ਕਹਿੰਦਾ ਉਹ ਇਹਨਾਂ ਦੀ ਚੈਂਪੀਅਨ ਬਣਦੇ ਨੇ। ਨਹੀਂ ਮੇਰਾ ਨਹੀਂ ਖਿਆਲ ਕਿ ਰੋਜ਼ਿਆਂ ਤੱਕ ਕੱਢਣਗੇ, ਪਹਿਲਾਂ ਹੀ ਇਹਨਾਂ ਦਾ ਫੈਸਲਾ ਹੋ ਜਾਏਗਾ ਇਨਸ਼ਾਅੱਲਾ। ਇਮਰਾਨ ਕਾਲੂ ਵੇ ਉਹ ਸਭ ਤੋਂ ਜ਼ਿਆਦਾ ਨਾ ਮਿਰਜ਼ੇ ਕਾਦੀਆਨੀ ਨੂੰ ਜ਼ਲੀਲ ਤੇ ਲਿੱਤਰ ਉਹ ਹੀ ਪਵਾਉਂਦਾ ਹੈ। ਤੇ ਉਹ ਪਿਛਲੇ ਦਿਨ ਹੀ ਵਹਿੰਦਾ ਸਾ ਪਿਆ ਕਿਹੜਾ ਕਾਦੀਆਨੀ, ਇੱਕ ਤੇ ਨਾਂ ਹੀ ਇਹਨਾਂ ਦੇ ਬੜੇ ਅਜੀਬੋ ਗਰੀਬ, ਉਹ ਉਹਨੂੰ ਜੁੜਿਆ ਜੀ। ਤੇ ਉਹ ਆਂਦਾ ਤੂੰ ਜਿਹੜਾ ਤੈਨੂੰ ਆਂਦਾ ਜਾਂਦਾ ਖੇ ਨਹੀਂ ਹੈ, ਤੂੰ ਤੇ ਮਸ਼ਕੂਕ ਬੰਦਾ ਹੈ, ਇਹ ਹੈ ਉਹ ਹੈ, ਤੂੰ ਹਜ਼ਰਤ ਮਸੀਹ ਮੌਦ ਨੂੰ ਜ਼ਲੀਲ ਕਰਾਂਦਾ ਹੈ। ਭੱਟੀ ਸੀ ਪਤਾ ਨਹੀਂ ਉਹ ਕੀ ਬਸ ਸਜਦੇ ਦੇ ਕੋਈ ਅਹਿਮਦ ਭੱਟੀ। ਨਹੀਂ ਮੈਂ ਤੁਹਾਨੂੰ ਯਕੀਨ ਦਵਾਨਾ ਕਿ ਜੇ 2 ਜਾਂ 3 ਵਾਰੀ ਰੰਦਾ ਫਿਰ ਗਿਆ ਨਾ ਇਹਨੂੰ, ਤੁਸੀਂ ਟਾਈਮ ਲੈ ਕੇ ਉਹਨਾਂ ਨੂੰ ਸੈਣੀ ਸਾਹਿਬ ਨੂੰ ਤੁਸੀਂ ਰੱਖੋ ਹੀ ਉਧਰ। ਤੁਸੀਂ ਜਿਹੜਾ ਨਾ ਜਿਸ ਤਰ੍ਹਾਂ ਲਾਈਵ ਟੈਲੀਫੋਨ ਕਾਲ ਤੇ ਹੋਲਡ ਕਰਕੇ ਨਹੀਂ ਬੰਦਾ ਗੱਲ ਕਰਦਾ, ਪਹਿਲਾਂ ਜੀ ਸੈਣੀ ਸਾਹਿਬ ਇੰਝ ਗੱਲ ਕਰਾਣੀ ਜੇ, ਤੇ 2 ਵਾਰੀ ਤੁਸੀਂ ਰੰਦਾ ਫੇਰ ਛੱਡੋ। ਜੇ ਤੁਹਾਨੂੰ ਇੱਥੇ ਦਿਸ ਗਿਆ ਤਾਂ ਗੱਲ ਕਰਿਓ। ਇਹਨਾਂ ਨੇ ਸਾਰਿਆਂ ਨੇ ਇਹਨੂੰ ਖੁਦ ਗਾਲਾਂ ਕੱਢਣੀਆਂ ਨੇ, ਮਦਾਈਆਂ ਨੇ। ਇਹਨਾਂ ਆਣਾ ਵੀ ਤੂੰ ਮਸੀਹ ਮੌਤ ਨੂੰ ਸਭ ਤੋਂ ਜ਼ਿਆਦਾ ਪਿਆ ਜ਼ਲੀਲ ਕਰਵਾਨਾ, ਇਹਦੇ ਨਾਲ ਤੇਰੇ ਨਾਲ ਤੇ ਇਹ ਬਿਹਤਰ ਨਹੀਂ ਜ਼ਿਕਰੀਆ ਹੋ ਰਹੀ। अच्छा अमर भाई, अभी ना वो आजम सैफी जो है ना वो सारों को नसीहतें कर रहा है कि तुम लोगों के अपना गड़ा बरानी हुआ और तुम चले हो तबलीग करने, पहले जाके खुद इल्म सीखो, तुम लोगों के पल्ले कुछ है नहीं और वहाँ यहाँ पे बैठ के तबलीग करते हो। मैं किसी का नाम नहीं लेता, लेकिन हमारे बहुत सारे दोस्त ऐसे हैं जो हैं उनको पता कख नहीं, इल्म उनके पास है नहीं किसी चीज का। आजम सैफी खुद चैंपियन बने सारे चैंपियन बनने ਦੇ ਚੱਕਰ ਚ ਨੇ ਸਾਰੇ ਗੁੜ ਗੰਢ ਨਾਲ ਲੱਗੇ ਆ। ਤੁਸੀਂ ਇੱਥੇ ਜਿਸ ਤਰ੍ਹਾਂ ਦਬਾਏ ਆ ਨਾ ਇਸ ਤਰ੍ਹਾਂ ਹੀ ਦਬਾਈ ਰੱਖੋ। ਤਲਕ ਦਿਸਿਆ ਜੀ ਕਿਰੇ 2 ਦਿਨਾਂ ਦਾ। ਅੱਛਾ ਪਤਾ ਕੀ ਹੈ ਅੱਜ ਉਹ ਆਉਣਾ ਇਹਨਾਂ ਨੂੰ ਆਇਆ ਨਹੀਂ ਕਿਸੇ ਪਾਸੇ ਵੀ। ਇਹਨਾਂ ਨੂੰ ਹੋਲ ਉਦੋਂ ਪੈਂਦੇ ਜੇ ਜਦੋਂ ਇਹ ਸਾਨੂੰ ਤਿੰਨਾਂ ਨੂੰ ਨਾ ਇੱਕ ਬਰਾੜ ਤੇ ਵੇਖ ਲੈਂਦੇ ਜੇ। ਉਹ ਲੈਂਦੇ ਹੀ ਨਹੀਂ ਐ। ਅੱਜ ਉਹਨਾਂ ਦੀ ਪਲੈਨਿੰਗ ਐ ਸੀ ਕਿ ਜ਼ਿਆਰ ਸੁਣ ਤੇ ਅਮਨ ਨੂੰ ਦੋਵਾਂ ਨੂੰ ਇਕੱਠਿਆਂ ਨਹੀਂ ਉੱਤੇ ਰੱਖਣਾ। ਕਿਸੇ ਨੇ ਪਿੱਛੋਂ ਇਹਨਾਂ ਨੂੰ ਡਿਕਟੇਟ ਕੀਤਾ ਸੀ। ਮੈਂ ਤਾਂ ਹੀ ਉਹਨਾਂ ਦੇ ਗੱਲ ਪਿਆ। ਮੈਂ ਕਿਹਾ ਤੁਹਾਨੂੰ ਕਿਹੜੇ ਬੰਦੇ ਨੇ ਇੰਨਾ ਪ੍ਰੈਸ਼ਰਾਈਜ਼ ਕੀਤਾ, ਤੁਸੀਂ ਨਹੀਂ ਚਲਾ ਸਕਦੇ। ਤੁਸੀਂ ਉਹਨਾਂ ਦਾ ਪ੍ਰੈਸ਼ਰ ਅਗਰ ਲੈ ਗਏ ਹੋ ਤਾਂ ਤੁਸੀਂ ਆਪਣਾ ਬਰਾੜ ਜਿਹੜੀ ਕੱਲ ਬਿਹਤਰੀਨ ਗੱਲ ਪਰਸੋਂ ਦੀ ਰਹੀ, ਮੈਂ ਤੁਹਾਨੂੰ ਇੱਕ ਵਾਰੀ ਵੀ ਨਹੀਂ ਕੰਪਲੇਂਟ ਕੀਤੀ ਹੈ, ਵਾਰੀ ਨਾਲ ਗੱਲ ਕਰਦੇ ਰਹੇ।
ਅੱਜ ਤੁਸੀਂ ਜੋ ਮਾਹੌਲ ਬਣਾਇਆ ਹੈ ਇਹਦਾ ਮਤਲਬ ਤੁਹਾਨੂੰ ਪਿੱਛੋਂ ਕੋਈ ਡਿਕਟੇਟ ਪੇ ਕਰਦੇ ਨੇ ਬੰਦੇ, ਤੇ ਨਹੀਂ ਚਲਾ ਸਕਦੇ ਤਾਂ ਬੰਦ ਕਰ ਦਿਓ। ਚੌਧਰੀ ਬਣਨ ਤੇ ਵੀ ਦਿਲ ਕਰਦਾ ਹੈ, ਤੇ ਉਹਨੇ ਆਖਿਆ ਬੁੜਕਣਾ ਕਿਉਂ ਹੈ, ਤੇ ਉਹਨੇ ਆਖਿਆ ਮੇਰਾ ਦਿਲ ਕਰਦਾ ਤੇ ਨਾ ਛੁੜਕਣਾ ਕਿਉਂ ਹੈ, ਡਰ ਵੀ ਲੱਗਦਾ ਨਾ ਨਾਲੇ ਆਮਿਰ ਭਾਈ ਤੇ ਜ਼ਿਆ ਭਾਈ ਡਾਕਟਰ ਜ਼ਕਰੀਆ ਸਾਹਿਬ ਨੂੰ ਕੋਈ ਕੁਝ ਨਹੀਂ ਕਿਸੇ ਨੇ ਕਹਿਣਾ ਭਾਈ। ਯਾਰ ਇੱਕ ਮਿੰਟ ਮਾਈਕ ਮਿਊਟ ਕਰੋ, ਫਿਰ ਹੋਣਾ ਹੀ ਪੈ ਗਿਆ ਹੱਦ ਹੋ ਗਈ ਯਾਰ। ਡਾਕਟਰ ਜ਼ਕਰੀਆ ਸਾਹਿਬ ਜਿਹੜੇ ਨੇ ਸਾਡੇ ਇਤਿਹਾਦੀ ਨੇ, ਤੇ ਉਹਨਾਂ ਨੇ ਪਿਛਲੇ ਦਿਨਾਂ ਮੈਨੂੰ ਗਿਫਟਿੰਗ ਵੀ ਕੀਤੀ ਹੈ, ਤੇ ਬੜੀ ਮਿਹਰਬਾਨੀ ਉਹਨਾਂ ਦੀ, ਤੇ ਉਹ ਬੜੇ ਪਿਆਰ ਮੁਹੱਬਤ ਵਾਲੇ ਨੇ ਡਾਕਟਰ ਜ਼ਕਰੀਆ ਸਾਹਿਬ, ਤੇ ਉਹ ਮੇਰੇ ਦੋਸਤ ਨੇ ਭਾਈ ਬੜੇ ਅੱਛੇ। ਉਹਨਾਂ ਨੂੰ ਕੋਈ ਕੁਝ ਨਾ ਕਵੇ ਨਾ ਭਾਈ ਨਾ। नहीं, वो डिक्टेटर आ गए थे ना अमर भाई, वहाँ पे वो फेवरेट 49 और राजा तालमनान आ गए थे ना, तो राजा तालमनान ने तो वो डिक्टेशन ही की, लेकिन फेवरेट 49 आपको पता है वो जुड़ जाता है, वो जुड़ गया इमरान खान को तेरी एडी वजह ना जारसो ने जो किया इन्हें मौका दिता तो उन्हें इंज किया वो आ गए थे वो डिक्टेटर्स वहाँ पे। ਆਮਿਰ ਭਾਈ ਤੋਂ ਰਾਤੀ ਮੀਆਂ ਤੇ ਰਾਜਾ ਮਨਾਨ ਕਹਿ ਰਹੇ ਸੀ ਕਿ ਜਿਵੇਂ ਇੰਗਲੈਂਡ ਵਾਲਿਆਂ ਇੰਡੀਆ ਵਾਲੇ ਮਰਬੀਆਂ ਨੂੰ ਮਨਾ ਕੀਤਾ ਸੀ ਤਬਲੀਗ ਕਰਨ ਤੋਂ, ਪਤਾ ਨਹੀਂ YouTube ਤੇ ਕਿ ਸੋਸ਼ਲ ਮੀਡੀਆ ਤੇ ਜਾਂ ਇਲੈਕਟ੍ਰੋਨਿਕ ਮੀਡੀਆ ਤੇ, ਉਸ ਤਰ੍ਹਾਂ ਹੈ ਨਾ ਸਾਡੇ ਤੇ ਵੀ ਪਾਬੰਦੀਆਂ ਲੱਗ ਜਾਣ। ਤੇ ਇਹ ਗੱਲ ਹੈ ਇਹਨਾਂ ਤੇ ਇੰਡੀਆ ਵਾਲੇ ਮਰਬੀਆਂ ਤੇ ਪਾਬੰਦੀਆਂ ਲਾਈਆਂ ਇਹਨਾਂ ਨੇ ਇੰਗਲੈਂਡ ਵਾਲੇ, इंग्लैंड मसलन खलीफा थॉमस ने। साहिल कालू भाई आपको आवाज आ रही है? साहिल कालू भाई ये जो आप सुन के आए हैं इससे पहले वाला हिस्सा सुना है आपने? वो अहमदिया इस्लाम की बात कर रहे हैं ना, वही है ना सैफी अहमदिया इस्लाम? वही हाँ, इससे पहले उसने मुफ्ती मुबशर साहब का और ज़िया रसूल अमीनी भाई का और आमिर नज़ीर का, इन तीनों का नाम लेके ऐलान किया कि इनके साथ बाइकाट होना चाहिए, इनके साथ कोई बंदा बहस ना करे। तो मुझे तो लग रहा है आप लोगों की कल की बहस जो है, डिबेट जो है ना, वो बढ़ गई है। नहीं वो बाइकाट चल रहा है बिल्कुल, ये 3-4 दोबारा बात करें फैसल भाई, क्या बात कर रहे हैं? हमने अहमदिया इस्लाम ने अभी ऐलान किया है वहाँ पे साहब जी की ब्रॉड के ऊपर, ये जिस बात का साहिल कालू भाई वाला दे रहे हैं, इस बात से पहले कि मुफ्ती मुबशर साहब से और ज़िया रसूल अमीनी भाई से और आमिर नज़ीर साहब से, इनसे कोई बंदा जो है ना वो बात ना करे, डिबेट ना करे, कोई भी बंदा। और उनकी वहाँ पर नीचे सारे लोग तईद कर रहे थे, इब्ने माजा भी शायद वहाँ पे था, 1-2 और भी थे, माइंड रोस्टर भी शायद वहाँ पे बैठा हुआ था, पग वाली एक आईडी थी वहाँ पे। ओ इनकी कोई नहीं मानता, इतने ये चौधरी, ये हर बंदा अपना फैसला करके ना तो वो दूसरों को डिक्टेट करने की कोशिश करता है, खुद मरजाई नहीं इनकी बातें मानते, करने दे, रोने दे इनको। अगर इनकी बात बस चले ना तो जो आप बात कर रहे हैं, 3 क्या और भी 3 साथ होंगे, 6-7 बंदे होंगे जिनको वो कहेंगे बात नहीं करने देनी, लेकिन इनकी ये बात नहीं मानते, बेफिक्र रहें, बात जिन्होंने करनी है उन्होंने करनी है। असल मामला ये है कि ये कह तो रहे हैं, लेकिन इनके जी मैं कह रहा हूँ वो नजीर है ना जो 300 यूरो हमारे आगे हार के गया, वो सबसे मस्कीन आदमी है, सबसे कमजोर आदमी है, कुत्ते की तरह उसको कल पढ़ रहे थे ये सारे, ये सलीम मीर वगैरह। और वो पता है कैसे क्या कह रहा था? वो कह रहा था आपका इखलाक अच्छा नहीं है, आपका ये तरीका अच्छा नहीं है। वो बेचारा इतना ही जो गया ना, इससे ज्यादा उसने क्या कहना था इसको? वो कह रहा है आपका इखलाक और आपका तरीका अच्छा नहीं है। आप जब बातें करते हैं, जब आप गुफ्तगू करते हैं, उस वक्त नहीं मसीह मौत की तौहीन होती। मैं जाता हूँ किसी बराड पे तो मेरे पीछे पड़ जाते हो कि मैं बराड पे क्यों जाता हूँ। ये लगे रहने दें, इनका इख्तियार चले तो ये किसी को ना करने दें, लेकिन इनकी कोई नहीं सुनता, इनको रोने दें, जिन्होंने रोना उन्होंने रोना। मैं जरा राउंड कट के आ रहा वां ते बहुत जरा मैं थोड़ा हिसाब किताब ला के बाबा जी 1 मिनट वेट करना शाह साहब। अस्सलाम वालेकुम रहमतुल्लाह। वालेकुम सलाम। जोसेफ दी है जो बराड उत्थे को मैं मरदई भी कोनी होना। शाह साहब की मौजूदगी असल मैं बोलना नहीं सी, लेकिन शाह साहब जानना ऐलान कर दिता। क्या हाल है अमर भाई, ज़िया भाई, शाह साहब खैरियत नाल, फैसल भाई, अब्दुल्ला भाई, उमर साहब सारे खैरियत नाल हो। मैं असल सेहत ठीक ना होना फायदा ये उठा रहा सा भाई, मैंने एक नवी जांच आई है ना पिछले हफ्ते 1.5 तो भाई, जाके दड़ के बैग जिथे जिथे उन्हें ब्लॉक किया सी ना, उन्हें ब्लॉक करन ना तोड़ मैं कर लिया, तो तोड़ करके चुप जाके उथे बह के ते इन्हां सूरत हाल ना कैमोफ्लाज करके ते रखी शकी करो। जिस तरह हम जाने पे
ਇਹ ਹੁਣ ਪਤਾ ਨਹੀਂ ਕਿਹੜੇ ਤਰੀਕੇ ਨਾਲ ਜਾ ਸਣ ਤੇ ਗੇੜਾ ਮਾਰ ਕੇ ਆ ਸਣ ਸ਼ਾਹ ਸਾਹਿਬ। ਅੱਛਾ ਨਹੀਂ ਸਾਡੇ ਕੋਲ ਵੀ ਇੰਜ ਦੇ ਹੈ ਨੇ, ਉਹੀ ਨਾ ਗਿੱਦੜ ਸਿੰਘੀਆਂ ਰੱਖੀਆਂ ने। रियल आईडी से चक्कर मारे ना जिधर घुस सकते हैं तो पता लग जाएगा इनके बायकाट के कितनी अहमियत है। ਅੱਛਾ ਰਾਤੀ ਬੜੀ ਲੰਮੀ ਤਕਰੀਰ ਕੀਤੀ। ਹੁਣ ਮੈਨੂੰ ਅੱਜ ਤੱਕ ਨਹੀਂ ਪਤਾ ਲੱਗਾ ਬਈ ਸਾਲਾ ਕਿਹੜਾ ਹੈ ਤੇ ਪਨੀਆ ਕਿਹੜਾ ਹੈ, ਲੇਕਿਨ ਮੈਂ ਮੀਰ ਸਲੀਮ ਕੀ ਸਾਲਾ ਹੀ ਸਮਝਣਾ, ਬੇਸ਼ੱਕ ਉਹ ਪਨੀਆ ਪਿਆ ਹੋਵੇ। साला ही सही समझे। नहीं आई कहते हैं वो ਅੱਛਾ ਉਹੀ ਨਾ ਉਮਰ ਦੇ ਫਰਕ ਵਿੱਚ ਵੀ ਮੈਨੂੰ ਪਤਾ ਲੱਗ ਰਿਹਾ ਸੀ, ਮੈਂ ਕਿਹਾ ਇਹੀ ਸਾਲਾ ਹੋ ਸੀ। ਅੱਛਾ ਬਹਰਹਾਲ ਤੇ ਰਾਤੀ ਬੜੀ ਲੰਬੀ ਤਕਰੀਰ ਕੀਤੀ ਏ ਤੇ ਅਤਾਉਲ ਮੰਨਾਨ ਨਾਲ ਮੁਖਾਤਬ ਹੋ ਕੇ ਮੀਰ ਸਲੀਮ ਮੈਂ ਤਪ ਗਿਆ, ਮੈਂ ਫਿਰ ਤੁਰ ਕੇ ਆਵਾਂ ਫਿਰ ਉਹ ਤਕਰੀਰ ਹਾਲੇ ਉਸਦੀ ਜਾਰੀ ਹੋਵੇ, ਫਿਰ ਤੋਂ ਕਿ ਮੈਂ ਆਖਿਰ ਪਾਗਲ ਹੈ ਇਸकी ਲਾਓ ਤਲੇ ਗਿਰੇ ਤੇ ਲੇਕਿਨ ਉਹ ਜ਼ਾਹਿਰ ਹੈ ਫਿਰ ਆਈਡੀ ਕੋਈ ਸਨਾਸ਼ਾ ਜੀ ਸ਼ਨਾਸਾ ਹੋਵੇ ਤੇ ਉਸकी तो ब्लॉक करन ਤੇ ਸਾਦੇ ਬੰਦੇ की तो कोई ब्लॉक करना ही नहीं। अच्छा ਬਹਰਹਾਲ ਉਹ ਅਸਲ ਵਿੱਚ ਤੱਪੇ ਨੇ ਜਿਹੜਾ ਗਰੁੱਪ ਹੈ ਨਾ ਮੀਰ ਸਲੀਮ ਔਰ ਇਹ ਸਾਲੇ ਪਨੀਏ ਜਾਂ ਇਹ ਜਿਹੜਾ ਮੁਤਸ਼ੱਦਦ ਗਰੁੱਪ ਹੈ ਜਿਹੜੇ ਟੈਰਰਿਸਟ ਨੇ WhatsApp ਦੇ ਜਮਾਤ ਅਹਿਮਦੀਆ ਵਿੱਚ ਟੈਰਰਿਸਟ ਗਰੁੱਪ ਹੈ ਮੀਰ ਸਲੀਮ ਤੇ ਨਾਸਿਰ ਬੱਟ ਤੇ ਇਹ ਜਿਹੜਾ ਰੌਲਾ ਪਾਣੇ ਵਾਲੇ ਨੇ ਇਹ ਇਮਰਾਨ ਕਾਲੂ ਹੋ ਗਏ ਤਾਂ ਬੱਚਾ ਜਿਸ ਕੀ ਮੈਂ ਕਿਸੇ ਟੋਟਲੀ ਸਮਝਣਾ ਬਲ ਜਿਹੜੇ ਮੁਤਸ਼ੱਦਦ ਨੇ ਇਹ ਇਸ ਲਈ ਸਖਤ ਤੱਪੇ ਨੇ ਅਲੀਮ ਅਹਿਮਦ ਉਤੇ ਔਰ ਜ਼ਕਰੀਆ ਤੇ ਔਰ ਇਹ ਜਿਹੜਾ ਗਰੁੱਪ ਜਿਹੜਾ ਹੈ ਜਿਹੜਾ ਆਰਾਮ ਨਾਲ ਗੱਲ ਕਰਨਾ ਚਾਹਣਾ ਔਰ ਜਿਹੜਾ ਅਲੀਮ ਅਹਿਮਦ ਕਹਿੰਦਾ ਹੈ ਪਰ ਮੇਰੇ ਕੋਲ ਤੁਸਾਂ ਦੁੱਖ ਇਹ ਹੈ ਪਰ ਮੈਂ ਮਿਰਜ਼ਾ ਗੁਲਾਮ ਅਹਿਮਦ ਕੀ ਮਸੀਹ ਮਊਦ ਹਜ਼ੂਰ ਕੀ ਮੈਂ 4 ਘੰਟੇ ਗਾਲਾਂ ਕੱਟ ਪਵਾਈਆਂ, ਇਸ ਤੋਂ ਦੁਖੀ ਹੋ ਤੁਸੀਂ ਮੇਰੇ ਭਰਾ। ਅਲੀਮ ਅਹਿਮਦ ਬਰਾਡ ਲਾ ਕੇ 4 ਘੰਟੇ ਤਕਰੀਰ ਕਰਾਈਏ ਤੇ ਉਸ ਵਿੱਚ ਕਿਸੇ ਦੀ ਗਾਲ ਨਹੀਂ ਕੱਢੀ, ਇਸ ਗੱਲੋਂ ਦੁਖੀ ਹੋ ਤੁਸੀਂ। ਅੱਛਾ ਮੀਰ ਸਲੀਮ ਰਾਤੀ ਅਤਾਉਲ ਮੰਨਾਨ ਨੂੰ ਕਹਿਣਾ ਪਿਆ ਪਰ ਜਿਹੜੇ ਕੋਈ ਸਾਦੇ ਲੋਕ ਨਹੀਂ ਆਣੇ, ਸਾਦੇ ਨਵੇਂ ਬੱਚੇ ਟੀਨੇਜਰ ਹੋ ਗਏ, ਇਹ ਉਸ ਦੀ ਮੈਂ ਮਜ਼ੀਦ ਮਤਲਬ ਤਸ਼ਰੀਹ ਕਰਕੇ ਵੀ ਦੱਸ ਰਿਹਾ ਪਰ ਜਿਨ੍ਹਾਂ ਨੂੰ ਮਿਰਜ਼ਈਅਤ ਦੇ ਬਾਰੇ 'ਚ ਕੁਛ ਨਹੀਂ ਪਤਾ ਉਹਨਾਂ ਨੂੰ ਘੇਰੋ ਤੇ ਜਿਹੜੇ ਇਹ ਆਮਰ ਨਜ਼ੀਰ ਜਾਂ ਮੁਫਤੀ ਸਾਹਿਬ ਜਾਂ ज़िया लेन या और कोई अगर बंदा गल करने वाला है तो इनको आप लेते क्यों हैं, इन्होंने तो ऐसी ही बातें करनी है। ਇਹ ਉਹ ਤਪ ਕੇ ਕਹਿ ਰਹੇ ਨੇ। ਬਹਰਹਾਲ ਅੱਜ ਦੀ ਵੀ ਜਿਹੜੀ ਗੁਫ਼ਤਗੂ ਸੁਣੀ ਹੈ ਥੋੜ੍ਹੀ ਬਹੁਤੀ ਮੈਂ ਹਾਜ਼ਰ ਸਾਂ, ਮੈਂ ਇੱਕ ਮਸ਼ਵਰਾ ਦੇਣਾ ਚਾਹਣਾ ਸਾਂ। ਮੈਂ ਇਸ ਲਈ ਖਾਮੋਸ਼ੀ ਨਾਲ ਹੀ ਬੈਠਾ ਸਾਂ ਲੇਕਿਨ ਮੈਂ ਉਹ ਖੁਦ ਤਾਂ ਆਇਆ ਮੈਂ ਅਰਜ਼ ਇਹ ਕਰਾਂ ਪਰ ਇਮਰਾਨ ਕਾਲੂ ਬਲਕਿ ਕਾਲੂ ਉਸ ਨਾਲ ਕੋਈ ਜੋੜ ਨਹੀਂ ਸ਼ਾਹ ਸਾਹਿਬ ਹੋਰਾਂ ਨੇ ਨਾਲ। ਤੇ ਮੈਂ ਇੱਕ ਮਾਜ਼ਰਤ ਨਾਲ ਅਰਜ਼ ਕਰਸਾਂ ਜਿਹੜੇ 4 ਸ਼ਾਤਮ ਨੇ ਆਇਡੈਂਟੀਫਾਈਡ ਜਿਨ੍ਹਾਂ ਚੋਂ ਇਹ ਜਿਹੜਾ ਸਾਲਾ ਹੈ ਮੀਰ ਸਲੀਮ ਇਹ ਤੇ ਆਪਣੀ ਖੁੱਡੀ ਚੋਂ ਬਿਜੂਅਰ ਨਿਕਲਣਾ ਹੀ ਨਹੀਂ ਤੇ ਬਾਕੀ ਜਿਹੜੇ 3 ਨਾ ਇਹਨਾਂ ਚੋਂ ਤੁਸਾਂ ਜਿਹੜੇ ਵੱਡੇ ਬਜ਼ੁਰਗ ਹੋ, ਮੈਂ ज़िया रसूल भाई है छोटा इसकी मैं बुजुर्गी मन्ना इल्म ने हवाले नाल, तो ये बंदे ना गल करो मेहरबानी फरमाओ। पर ये हुण जेड़े ना उन्होंने के ना उन्होंने अपने हुसैनी साहब की मजबूरी है वो जड़ा अपने मोबाइल कॉल ते यूज़ करने ना नॉर्मल, अगर वो 2-2.5 घंटे की ब्रॉड है तो पीक ते गई है इस वेले, लेकिन अचानक उन्होंने कॉल आ गई तो तुसें ब्रॉड ड्रॉप कर दे सन उस ही मोबाइल तो गल करने और वो पिछे बचिया नहीं उन्हें उस नाश्ता करके बिल्कुल तसली होनी ना वो ब्राड ऑन कर लेने और फोन तो अक्सर वो दूर भी होने कि अगर वो आवाज़ सुन ली तो सुन ली नहीं तो वो अगे पिछे होके पर लगे हो तो लगे ही रहो। वो इन्होंने वो सूरत हाल है तो उन्होंने ब्राड इस काबिल नहीं है कि कोई गल वध के वधाई जाए या गल की जाए। माइक लाए ने शाह साहब हो गए या सईद ज़फ़रुल्लाह शाह साहब हो गए, ऐसे बंदियां की जिसले बच्चे बदतमीज़ और गुस्ताख जाहिल किस्म ने इमरान कालू टाइप जिसले या सरकार हो गया जिसले जवाब देने तो असा की भी दुख होना। वान भाई मेरी गल सुन, रुक जा रुक दूजी गल बात कर लनी, थोड़ी तबीयत ठीक नहीं गल है जी मोहतरम जेड़े बंदे जहाज ते जांदे ने ना वो नहीं तकदे मेरे के निक्का आया कि वड्डा आया, उत्ते स्टेटस कोई नहीं हुंदा है। जिस बंदे ਨੂੰ ਤੁਸੀਂ ਅਵੋਇਡ ਕਰੋਗੇ ਨਾ ਇਸ ਮੈਦਾਨ ਵਿੱਚ ਉਹ ਬੰਦਾ ਬਾਰ-ਬਾਰ ਤੁਹਾਡੇ ਸਾਹਮਣੇ ਆਵੇਗਾ। ਇਹਨਾਂ ਨੂੰ ਰੰਦਾ ਫੇਰਨਾ ਹੀ ਫੇਰਨਾ। ਮੈਂ ਤੁਹਾਨੂੰ ਦੱਸਿਆ ਇੱਕ ਦਿਹਾੜੇ ਮੇਰੇ ਅੱਗੇ ਚੜਿਆ ਸੀ, ਮੈਂ ਰੰਦਾ ਫੇਰਨ ਲੱਗਾ ਦੌੜ ਗਿਆ ਸੀ ਉਹ ਜੁੱਤੀਆਂ ਕੱਪੜੇ ਛੱਡ ਕੇ ਤੇ ਮੈਂ ਉਸ ਦਿਨ ਦਾ ਡੀਕਨਾ ਤੇ ਕਿਰੇ ਸੈਣੀ ਸਾਹਿਬ ਦੀ ਬਰਾੜ ਤੇ ਮੈਨੂੰ ਲੱਭ ਜੇ ਤੇ ਸੈਣੀ ਸਾਹਿਬ ਮੈਨੂੰ ਇਹਦੇ ਨਾਲ ਨਾ 1 to 1 ਗੱਲ ਕਰਾ ਦੇਣ ਟਾਈਮ ਰੱਖ ਕੇ। ਇਨਸ਼ਾਅੱਲਾ ਜੇ 2 ਵਾਰੀ ਰੰਦਾ ਫਿਰ ਗਿਆ ਜੇ ਇਮਰਾਨ ਕਾਲੂ ਹੱਥ ਨਜ਼ਰ ਹੀ ਆ ਕੇ ਮੇਰਾ ਨਾਂ ਬਦਲ ਸੜਿਓ। ਇਹਨੂੰ ਮਰਜ਼ਾਈਆਂ ਤੇ ਸਿਰ 'ਚ ਛਿੱਤਰ ਮਾਰਨੇ ਨੇ ਵੀ ਤੂੰ ਜਿਹੜਾ ਸਾਡੇ ਮਸੀਹ ਮੌਜੂ ਨਾਲ ਕਰਾਨਾ ਨਾ ਉਹ ਹਾਜੀ ਵਾਲੇ ਮੁੜਿਆ ਉਹਨੇ ਆਖਿਆ ਤੂੰ ਬਾਂਹ ਖੜੀ ਨਾ ਕਰਿਆ ਕਰ, ਤੇਰੇ ਬਾਂਹ ਖੜੀ ਕਰਨ ਨਾਲ ਜਿਹੜੀ ਪਿੰਡ ਦੀ ਇੱਜ਼ਤ ਵੀ ਬਣਦੀ ਹੈ, ਤੂੰ ਮਿਹਰਬਾਨੀ ਕਰ ਤੂੰ ਨਾ ਬਾਂਹ ਖੜੀ ਕਰ ਮੇਰੇ ਤੇ। ਇਹਨੂੰ 2-3 ਵਾਰੀ ਰੰਦਾ ਫਿਰਨਾ ਹੀ ਫਿਰਨਾ ਹੈ। ਜਿਹਦੇ ਅੱਗੇ ਵੀ ਚੜ ਗਿਆ, ਮੇਰੇ ਅੱਗੇ ਚੜ ਗਿਆ, ਮੁਫਤੀ ਸਾਹਿਬ ਅੱਗੇ ਚੜ ਗਿਆ, ज़िया भाई ਅੱਗੇ ਚੜ ਗਿਆ,
ਲੇਕਿਨ ਇਹ ਜਿਹੜਾ ਹੁੰਦਾ ਨਾ ਰੋਲੇ ਦੇ ਵਿੱਚ ਰੋਲਾ ਪਾਣਾ, ਲਾਲਾ ਲਾਲਾ ਕਰਨੀ, ਉਹ ਰੰਦਾ ਫਿਰਨਾ ਨਹੀਂ ਹੁੰਦਾ। ਰੰਦਾ ਫਿਰਨਾ ਇਹ ਹੁੰਦਾ ਹੈ ਕਿ ਮੋਡਰੇਟਰ ਇਹਨੂੰ ਇਹਦੇ ਮੂੰਹ ਤੇ ਟੇਪ ਲਾ ਕੇ ਨਾ 5 ਮਿੰਟ ਇਹਨੂੰ ਬੰਨ ਕੇ ਸਾਡੇ ਸਾਹਮਣੇ ਬਾਏ, 3 ਮਿੰਟ 2 ਮਿੰਟ 5 ਜੋ ਵੀ ਟਾਈਮ ਰੱਖਿਆ ਹੈ, ਇਹਨੂੰ ਰੰਦਾ ਫਿਰਨ ਦੋ, ਕੁਝ ਨਹੀਂ और फिर ਹੁੰਦਾ। शॉर्ट टाइम वाली गल ठीक है ना, वो बंदा दुआ बोल ही ना सके, शॉर्ट टाइम फिर ठीक है ना। ਉਹੀ ਮੈਂ ਅੱਗੇ ਪੇ ਗੱਲ ਕਰਦਾ ਸੀ ਕਿ ਇੱਕ ਵਾਰੀ ਜਿਹੜੀ ਹੈ ਨਾ ਰੈਗੂਲੇਟ ਕੀਤੀ ਗੁਫ਼ਤਗੂ, ਉਹਦੇ ਵਿੱਚ ਕਿਰੇ ਇਹਨੂੰ ਅਟੜੇ ਚੜਨ ਦਿਓ ਤੇ ਇਨਸ਼ਾਅੱਲਾ ਇਹ ਨਜ਼ਰ ਵੀ ਨਹੀਂ ਆਉਣ ਲੱਗਾ ਤੁਹਾਨੂੰ ਇਹਦੀ ਐਸੀ पर वो ਤੈਸੀ जिसले गल विच बोलना है तो फिर बड़ी बदतमीजी है, पर तू मुंह रोक अपना। ਜ਼ਿਆਰ ਸੁਣ ਭਾਈ ਰੰਦਾ ਫੇਰ ਰਹੇ ਸਾਨਾ, ਉਹਨੂੰ ਚੰਗਾ ਉਹਦੇ ਥੱਲੇ ਡੱਪਿਆ, ਇਸ ਦੇ ਵਿੱਚ ਆ ਗਿਆ ਆਪਣਾ ਉਹ ਇਬਨੇ ਮਾਜਾ ਆ ਕੇ ਉਹਨੇ ਸਾਰਾ ਟੈਂਪੋ ਹੀ ਤੋੜਤਾ। ਇਹ ਵੀ ਤੇ ਕਰਦੇ ਨੇ ਨਾ ਆਪਣੇ ਸ਼ਿਆਤੀਨ। ਬਾਈ ਉਹ ਤੇ ਉਹਨਾਂ ਦੇ ਆਪਣੀ ਬਰਾੜ ਦੇ ਤੇ ਹੋਰ ਗੱਲ ਨਾ, ਜਿਹੜੀ ਮੈਂ ਗੱਲ ਪਿਆ ਕਰਨਾ, ਜਿੱਥੇ ਕਿਰੇ ਸੈਕੂਲਰ ਬਰਾੜ ਤੇ ਚੜ ਗਿਆ ਨਾ ਤੇ ਇਹਨੂੰ 2 ਵਾਰੀ ਰੰਦਾ ਫਿਰ ਗਿਆ, ਇਨਸ਼ਾਅੱਲਾ ਠੀਕ ਹੋ ਜਾਏਗਾ, ਨਾ ਘਬਰਾਓ। जी शाह साहब और जा रहे सन जी, शाह साहब तुसा कमेंट करके बेशक तुसा ना गेड़ा मारो इंशाल्लाह। ਜੀ ਮੈਂ ਜਾ ਰਿਹਾ ਜੀ, ਰੱਬ ਰੱਖ। जज़ाकल्लाह, ठीक हो गया, बस गल पहुंचानी सी, ठीक हो गया, जज़ाकल्लाह जी। ਸਾਡਾ ਕੋਈ ਨਹੀਂ ਐਡਾ ਮੁੱਦਰਾਵਾਨ ਬਾਈ ਸਟੇਟਸ ਕਿ ਅਸੀਂ ਇਹਨੂੰ ਅਵਾਇਡ ਕਰਾਂਗੇ, ਬਾਰ-ਬਾਰ ਅੱਗੇ ਆਵੇਗਾ। ਇਹਨੂੰ ਮੈਂ ਤਾਂ ਢੂੰਡਣ ਲੱਗਿਆ ਕਿ ਮੇਰੇ ਅੱਗੇ ਚੜੇ ਸਹੀ ਇੱਕ ਵਾਰੀ। ਅੱਜ ਨਾ ਤਜਜ਼ੀਆ ਤੁਸਾਂ ਨਾ ਠੀਕ ਸੀ ਭਾਈ ਅਮਰ ਸਾਹਿਬ, ਭਾਈ ਮਿਰਜ਼ਾਈਆਂ ਦੀ ਕੋਸ਼ਿਸ਼ ਇਹ ਹੈ, ਔਰ ਮਿਰਜ਼ਾਈ ਮਿਰਜ਼ਾ ਗੁਲਾਮ ਜਿਹੜਾ ਕਿ ਨਾਸ ਗੁਲਾਮ अहमद बरलास ने उसकी वो चैंपियन समझने सन कि अपने ज़माने नी उस मतलब है ऐसियां इल्मी बदयांतियां करके ते झंडा खड़ा कर दिता कि जनाब असां बड़े जड़े न मसीह उन्होंने खिलाफ असां बहुत ही बड़ा एक मार्का अंजाम किया इल्मी बदयांतियां करके। पर जनाब पहले तो मैं मन्ना सा ईसा सलाम ने जनाब, मैं हयात भी मन्ना सा, सारा कुछ मन्ना सा, नबूवत भी कोई नहीं जारी, सारा कुछ ही। तो मैं हुण अगर जब तक मैं इल्मी बदयांती ना करांगा इतनी देर तक जनाब एक गुड्डी चढ़ेगी नहीं। फिर उन्हें कचहरी च घेर घूर के ते इसकी जनाब मैनू नोट विखा, मेरा मूड बने करके ते जनाब इसने कम पवाया ने। तो फिर उसने तो अजकल मिर्जाई समझने न, पर मिर्जाइयां तो इलावा वो कोई किसी दूसरे बैनुल मज़ाहिब मुज़ाकरे च मुसलमान वो अगे निकले ही ना, यहूदियां गल कर सकने, ना ईसाइयां नाल, ना सिखां नाल, ना किसी होर नाल गल कर सकने। ये इन्हां की खुशफहमी है। और अज ना जिहड़ा ये पीढ़ी नाल लाने की कोशिश की है भाई ज़िया साहब सुन, इन्होंने ये कोशिश की है भाई कोशिश करा असां अनील की पुश करिए और उसने मुंह च को गल कढ़ाइए जोड़ा एमी कोल पाई है। ये आज पहली कोशिश नहीं ਉਹਨਾਂ ਦੀ, ਇਹ कई कोशिश ठीक है दुरुस्त है गल। ਉਸ ਦਿਨ ਤਲਤ ਨਹੀਂ ਇਹ ਜ਼ੋਰ ਮਾਰਦਾ ਰਿਹਾ। ਆਮਿਰ ਭਾਈ ਤਲਤ ਵੀ ਤੇ ਇਹੀ ਕੰਮ ਕਰ ਰਿਹਾ ਸੀ ਜੋਸਫ ਦੇ ਨਾਲ, ਲਾਸਟ ਵੀਕ ਭੁੱਲ ਗਏ ਜੇ। ਹਾਂਜੀ ਹਾਂਜੀ, ਉਹ ਸਾਡੀ ਬਰਾੜ ਤੇ ਜ਼ੋਰ ਮਾਰਦਾ ਰਿਹਾ, ਇਹਨਾਂ ਅੱਜ ਆਪਣੀ ਬਰਾੜ ਤੇ ਚੋਖਾ ਜ਼ੋਰ ਮਾਰਿਆ ਬਈ ਇੱਥੇ ਜ਼ੋਰ ਲਾਓ। ਇਹ ਗੰਦੀ ਕੌਮ ਹੈ, ਉਹ ਚਾਹੁੰਦੇ ਨੇ ਕਿ ਇੱਕ ਵਾਰੀ ਮੁਸਲਮਾਨਾਂ ਦੇ ਹੁੰਦਿਆਂ ਕਿਹੜੇ ਕ੍ਰਿਸਚੀਅਨ ਨਬੀ ਪਾਕ ਨੂੰ ਗਾਲ ਕੱਢ ਸੜੇ, ਅਸੀਂ ਉਹਨੂੰ ਹਵਾ ਬਣਾ ਲਈਏ। शुरू च जकरिया ने गल कीती है, माजरत जा भाई, शुरू च जकरिया ने गल कीती है कि आखो जी गल करवावांगे अनील नु, एमी कोल नु। मैं कहना ਉਹਨਾਂ ਘੰਟਾ ਪੂਰਾ ਟਰਾਈ ਕੀਤੀ ਏ। हाँ बिल्कुल। ਤਲਤ ਤੋਂ ਬਾਅਦ ਹੈ ਜਿਹੜਾ ਇਹ ਦੂਜਾ ਤੀਜਾ ਫੇਜ਼ ਹੈ, ਉਹ ਟਰਾਈ ਪੇ ਕਰਦੇ ਨੇ, ਆਪਣੇ ਉਹਨਾਂ ਦੀ ਮੰਜੀ ਠੁੱਕੀ ਏ, ਉਹ ਹੁਣ ਆਲੇ ਦੁਆਲਿਓਂ ਪੇ ਢੂੰਡਦੇ ਨੇ ਭਈ ਕ੍ਰਿਸਚਨਾਂ ਕੋਲੋਂ ਕੋਈ ਗੱਲ ਖਵਾ ਲਈਏ, ਜਾਂ ਉਹਨਾਂ ਕੋਲੋਂ ਰਾਫਜ਼ੀਆਂ ਦੀ ਬਰਾੜ ਤੇ ਟੁੱਟ ਜਾਂਦੇ ਨੇ। ਇੱਕ ਦਿਹਾੜੇ ਉੱਥੇ ਰਾਫਜ਼ੀ ਲੈਣ ਦਾ ਤੇ ਅਜ਼ਾਹਦ ਭਾਈ ਨਾਲ ਲੱਗੇ ਮੁਨਾਜ਼ਰਾ ਕਰਾਉਣ। ਮੈਂ ਕਿਹਾ ਖਬਰਦਾਰ, ਇੱਥੇ ਮੁਨਾਜ਼ਰਾ ਕੀਤਾ, ਇੱਥੇ ਕਦਾ ਮੁਨਾਜ਼ਰਾ ਕਰਨਾ ਸੀ? ਜੇ ਕੋਈ ਰਾਫਜ਼ੀ ਏ ਜਿਹੜਾ ਗਾਲ ਕੱਢਦਾ ਸਾਹਬਾਂ ਨੂੰ, ਪਹਿਲੀ ਤੇ ਗੱਲ ਉਹਦੇ ਨਾਲ ਮੁਨਾਜ਼ਰਾ ਹੋ ਹੀ ਨਹੀਂ ਸਕਦਾ। ਤੇ ਜੇ ਕੋਈ ਸ਼ੀਆ ਸੁਨੀ ਦਾ ਇਖਤਲਾਫ ਹੋਵੇ ਤੇ ਉਹਦੇ ਤੇ ਗੱਲ ਕਰਨੀ ਹੋਵੇ ਤੇ ਸ਼ੀਆ ਤੇ ਸੁਨੀਆਂ ਦੀ ਬਰਾੜ ਤੇ ਹੋਣੀ ਹੈ ਕਿ ਮਿਰਜ਼ਾਈਆਂ ਦੀ ਬਰਾੜ ਤੇ ਗੱਲ ਹੋਣੀ ਹੈ? ਉਸ ਦਿਨ ਦੇ ਚੀਕਦੇ ਨੇ ਮਿਰਜ਼ਾਈ, ਆਂਦੇ ਨੇ ਉਹ ਆਇਆ ਸੀ ਤੇ ਲੱਤਾਂ ਤੋਂ ਫੜ ਕੇ ਥਰੂ ਕੇ ਲੈ ਗਿਆ ਬੰਦਾ, ਅਸੀਂ ਤੇ ਲੱਗੇ ਸੀ ਇੱਥੇ ਤਮਾਸ਼ਾ ਲਵਾਉਣ। ਯਾਨੀ ਇਹ ਆਸਤੀਨ ਦੇ ਸੱਪ ਨੇ, ਉਹ ਪੂਰੀ ਕੋਸ਼ਿਸ਼ ਪੇ ਕਰਦੇ ਨੇ ਕਿ ਕੋਈ ਇਸ ਤਰ੍ਹਾਂ ਦਾ ਸਾਨੂੰ ਸਬਬ ਲੱਗ ਜੇ, ਕ੍ਰਿਸਚਨਾਂ ਕੋਲੋਂ ਕੋਈ ਗੱਲ ਕਢਾਈਏ, ਰਾਫਜ਼ੀਆਂ ਨੂੰ ਇਹਨਾਂ ਦੇ ਅੱਗੇ ਕਰੀਏ ਜਿਹੜੇ ਗਾਲੀਬਾਜ਼ ਨੇ, ਜਾਂ ਕਿਸੇ ਮੁਲਹਿਦ ਨੂੰ ਲਿਆ ਕੇ ਇਹਨਾਂ ਦੇ ਅੱਗੇ ਬਹਾਲ ਕੇ ਇਹਨਾਂ ਨੂੰ ਗਾਲਾਂ ਸ਼ਾਲਾਂ ਕਢਾਈਏ, ਇਹਨਾਂ ਦੇ ਨਬੀ ਨੂੰ ਗਾਲਾਂ ਕਢਾਈਏ। ਇਹ ਆਸਤੀਨ ਦੇ ਸੱਪ ਨੇ ਪੂਰੀ ਟਰਾਈ ਪੇ ਕਰਦੇ ਨੇ, ਕਿਉਂਕਿ ਉਹਨਾਂ ਦੇ ਆਪਣੇ ਕੋਲ ਤੇ ਕੱਖ ਤੇ ਰਿਹਾ ਨਹੀਂ, ਆਪਣੀ ਗੱਲ ਦਾ ਤਾਂ ਜਵਾਬ ਦੇ ਨਹੀਂ ਸਕਦੇ ਹਨ। ਤੇ ਆਲੇ ਦੁਆਲੇ ਜਿਵੇਂ ਆਂਦੇ ਨੇ ਡੁੱਬਦਾ ਬੰਦਾ ਹੁੰਦਾ ਤੇ ਡੁੱਬਦੇ ਕੋ ਤਿੰਨ ਕੇ ਕਦਰ, ਉਹ ਕਦੇ ਬੁੱਚ ਨੂੰ ਹੱਥ ਪਾਉਂਦਾ ਹੈ, ਕਦੇ ਕਿਸੇ ਕੱਖ ਨੂੰ ਹੱਥ ਪਾਉਂਦਾ ਹੈ, ਕਿਸੇ ਰੁੜਦੀ ਸ਼ਹਿਰ ਨੂੰ ਹੱਥ ਪਾਉਂਦਾ। ਮੈਨੂੰ ਕਿਤੇ ਲੱਭ ਜੇ ਕੋਈ ਡੁੱਬਦੇ ਕੋ ਤਿੰਨਕੇ ਦਾ ਸਹਾਰਾ ਵੀ ਲੱਭ ਜੇ ਤੇ ਉਹਦੇ ਨਾਲ ਚਿੰਬੜ ਜਾਂਦਾ। ਉਹ ਤਿੰਨਕੇ ਦੇ ਸਾਰੇ ਪੇ ਢੂੰਡਦੇ ਨੇ। ਹੁਣ ਅਸੀਂ ਵੀ ਉੱਥੇ ਘੰਟਾ ਖੂਨ ਸਾਡਾ ਸੜਦਾ ਰਿਹਾ। ਵਾਲੇਕੁਮ ਸਲਾਮ। ਬਈ ਇਹ ਲਾਂਤੀ ਕੀ ਖਵਾਉਣਾ ਚਾਹੁੰਦੇ ਨੇ? ਬਾਰ-ਬਾਰ ਉਹਨੂੰ ਪੇ ਕਹਿੰਦੇ ਨੇ ਤੁਸੀਂ ਸਾਹਬਾ ਦੀ ਗੁਸਤਾਖੀ ਉੱਥੇ ਕਰਦੇ ਹੋ ਆਪਣੀ ਬਰਾੜ ਤੇ,
ਤੁਸੀਂ ਉਮੁਲ ਮੋਮਿਨੀਨ ਤੇ ਇਤਰਾਜ਼ ਕਰਦੇ ਹੋ। ਉਹ ਤੁਹਾਡੇ ਮਿਰਜ਼ੇ ਦੀ ਰੋਜ਼ ਉਹ ਮੰਜੀ ਠੋਕਦੇ ਨੇ, ਉਹਦਾ ਕਿਉਂ ਨਹੀਂ ਉਹਨੂੰ ਪੁੱਛਦੇ? ਜੋਜ਼ਫ ਮਸੀਹ ਹੁਣ ਉਹ ਬਰਾੜ ਖੋਲ ਕੇ ਬੈਠੇ ਆ ਤੇ ਕਿੱਲਾ ਉਹਨੇ ਤੁਹਾਡੇ ਅੰਦਰ ਦਿੱਤਿਆ ਗਾ ਉਹਦਾ ਪੁੱਛੋ ਉਹਨੂੰ ਜਾ ਕੇ। ਤੇ ਜੇ ਤੁਸੀਂ ਨਬੀ ਭਾਗ ਦੀ ਗੱਲ ਪੁੱਛਣੀ ਤੇ ਜਾ ਕੇ ਉਹਨਾਂ ਦੀ ਬਰਾੜ ਤੇ ਪੁੱਛੋ। ਜੇ ਅਗਰ ਉਹਨਾਂ ਨੇ ਕੋਈ ਇਸ ਤਰ੍ਹਾਂ ਦੀ ਗੱਲ ਕੀਤੀ, ਮੈਨੂੰ ਤਾਂ ਨਹੀਂ ਪਤਾ, ਜੇ ਉਹਨਾਂ ਦੇ ਕੋਈ ਇਤਰਾਜ਼ ਤੁਹਾਡੇ ਤੇ ਹੈ ਤਾਂ ਉਹਨਾਂ ਦੀ ਬਰਾੜ ਤੇ ਜਾ ਕੇ ਪੁੱਛੋ। ਸਾਡੇ ਮੁਸਲਮਾਨਾਂ ਨੂੰ ਬੁਲਾ ਕੇ ਤੁਸੀਂ ਤੇ ਉਹ ਲੱਗੇ ਹੋ ਤੁਸੀਂ ਸਾਡੇ ਸਾਹਮਣੇ ਡਰਾਮਾ ਕਰਨ ਲੱਗੇ ਹੋ। ਇਸ ਡਰਾਮੇ ਨੂੰ ਕੌਣ ਨਹੀਂ ਜਾਣਦਾ? ਕਿਹੜਾ ਬੰਦਾ ਇੱਥੇ ਜਿਹੜਾ ਰੋਟੀ ਨੂੰ ਚੋਚੀ ਆਖਦਾ? ਅੱਛਾ ਆਮਿਰ ਭਾਈ, ਇਹ ਕੰਮ ਇਹਨਾਂ ਨੇ ਨਾ ਸਿਰਫ ਇੱਥੇ ਕਿ ਟਿਕਟੋਕ ਤੇ ਕਰਦੇ ਨੇ, ਇਹ ਪਤਾ ਹੈ WhatsApp ਤੇ ਵੀ ਇਹਨਾਂ ਨੇ। ਇੱਕ ਮਿੰਟ ਮੇਰੇ ਖਿਆਲ ਹੈ ਨੀਲ ਸਾਹਿਬ ਸ਼ਾਇਦ ਥੱਲੇ ਮੌਜੂਦ ਨੇ, ਤੇ ਮੈਂ ਉਹਨਾਂ ਨੂੰ ਰਿਕੁਐਸਟ ਕਰਾਂਗਾ ਕਿ ਜਿਹੜੇ ਦੂਜੇ ਤੁਹਾਡੇ ਕ੍ਰਿਸਚੀਅਨ ਨੇ ਨਾ, ਤੁਸੀਂ ਤੇ ਸਮਝਦੇ ਹੋ ਇਹਨਾਂ ਦੀ ਸਾਜ਼ਿਸ਼ ਨੂੰ, ਤੁਹਾਨੂੰ ਤੇ ਜੋਜ਼ਫ ਨੂੰ ਤੇ ਦੱਸਣ ਦੀ ਕੋਈ ਜ਼ਰੂਰਤ ਨਹੀਂ ਹੈ। ਆਂਦੇ ਨੇ ਬਈ ਹਾਫਜ਼ਾਂ ਨੂੰ ਵਰਕੇ ਥੁੱਲ ਕੇ ਨਹੀਂ ਦੱਸੀਦੇ ਹਨ। ਤੇ ਇਹ ਜਿਹੜੇ ਦੂਜੇ ਤੁਹਾਡੇ ਕ੍ਰਿਸਚੀਅਨ ਨੇ ਨਾ, ਉਹਨਾਂ ਤਾਈਂ ਇਹ ਗੱਲ ਪਹੁੰਚਾ ਦਿਓ ਜਿਹੜੀ ਮੈਂ ਕਰਨਾ ਪਿਆ। ਕਿ ਮਰਜ਼ਾਈ ਇਹ ਚਾਹੁੰਦੇ ਨੇ ਕਿ ਤੁਹਾਡੇ ਮੂੰਹ ਚ ਕੋਈ ਗਾਲ ਨਿਕਲੇ, ਇਸਲਾਮ ਨੂੰ, ਪੈਗੰਬਰ ਇਸਲਾਮ ਨੂੰ, ਕੁਰਾਨ ਨੂੰ ਕੋਈ ਤੁਸੀਂ ਤੋਹੀਨ ਕਰੋ, ਇਹ ਮਰਜ਼ਾਈ ਜਿਹੜੇ ਨੇ ਉਹਨੂੰ ਢੋਲ ਗਲ ਚ ਪਾ ਕੇ ਫਿਰਨ। ਕਿਉਂਕਿ ਆਸਤੀਨ ਦੇ ਸੱਪ ਨੇ ਇਹਨਾਂ ਦਾ ਹੋਰ ਕਿਤੇ ਪੇਸ਼ ਨਹੀਂ ਵੀ ਜਾਂਦੀ ਹੈ। ਤੁਸੀਂ ਆਪਣੇ ਜਿਹੜੇ ਦੀਗਰ ਕ੍ਰਿਸਚੀਅਨ ਬਰਾਦਰੀ ਹੈ ਉਹਨਾਂ ਤੱਕ ਵੀ ਇਹ ਗੱਲ ਪਹੁੰਚਾਓ ਕਿ ਬਈ ਇਹ ਮਰਜ਼ਾਈ ਜਿਹੜੇ ਨੇ ਇਹ ਆਸਤੀਨ ਦੇ ਸੱਪ ਨੇ ਤੇ ਐਸੇ ਸਾਜ਼ਿਸ਼ ਤੇ ਨੇ। 2-3 ਟਰਾਈਆਂ ਕਰ ਚੁੱਕੇ ਨੇ ਸਾਨੂੰ ਆਪਣੀਆਂ ਬਰਾੜਾਂ ਤੇ ਬੁਲਾ ਕੇ, ਤੇ ਮਤੇ ਕੋਈ ਇਹਨਾਂ ਨੂੰ ਝੱਲਾ ਜਾ ਕ੍ਰਿਸਚੀਅਨ ਲੱਭ ਨਾ ਜਾਏ, ਉਹਨੂੰ ਸਾਡੇ ਸਾਹਮਣੇ ਬਹਾਲ ਕੇ ਤੇ ਉਹ ਨਾ ਹੋਵੇ ਕਿ ਇਹੋ ਜਿਹੀ ਕੋਈ ਹਰਕਤ ਕਰਾ ਦੇਣ। ਇਹ ਉਹਨਾਂ ਦੀ ਕੋਸ਼ਿਸ਼ ਹੈ ਬਸ। ਇੰਨੀ ਗੱਲ ਤੁਸੀਂ ਪਹੁੰਚਾ ਦਿਓ ਜੀ ਅਬੂ ਬਕਰ ਭਾਈ। ਨੀਲ ਭਾਈ ਉੱਤੇ ਆਉਂਦੇ ਨੇ ਤੇ ਇਹਨਾਂ ਨੂੰ ਉੱਤੇ ਲੈ ਲਓ ਨਾ, ਉੱਤੇ ਗੱਲ ਕਰ ਲੈਣਗੇ ਆ ਕੇ। ਨਹੀਂ ਉਹ ਸੁਣਦੇ ਨੇ। ਮੈਂ ਕਹਿ ਰਿਹਾ ਸੀ ਕਿ ਇਹਨਾਂ ਨੇ ਕੰਮ ਇਹਨਾਂ ਨੇ WhatsApp ਤੇ ਵੀ ਇਹ ਬੜੇ ਕੀਤੇ ਨੇ। ਉਹ ਤੁਹਾਨੂੰ ਯਾਦ ਹੋਏਗਾ ਜਿਸ ਤਰ੍ਹਾਂ ਤਾਹਿਰ ਫੂਲ ਸੀ, ਉਹਦੀ ਮੇਰਾ ਹਾਲ ਤੁਸੀਂ ਵੀਡੀਓ ਵੀ ਬਣਾ ਕੇ ਤੇ ਉਹ ਲਾਈ ਸੀ। ਆਹੋ ਉਹਨੇ ਵੀ ਉਹ ਤੁਹਾਨੂੰ ਲੜਾਉਣ ਦੀ ਕੋਸ਼ਿਸ਼ ਕੀਤੀ ਸੀ। ਤੇ ਐਸੇ ਤਰ੍ਹਾਂ ਆਜ਼ਮ ਸੈਫੀ ਜਿਹੜਾ ਹੈ, ਇਹਨੇ ਤੇ ਬਕਾਇਦਾ ਉਹ ਜੀ ਜਿਹੜਾ ਸੀ ਉਹ ਜਿਹੜਾ ਅਮੀਤ ਅਗਰਵਾਲ ਹਾਂਜੀ, ਉਹਦੇ ਨਾਲ ਤੇ ਤੁਹਾਡਾ ਇਹਨੇ ਮੁਨਾਜ਼ਰਾ ਵੀ ਕਰਾਇਆ ਸੀ, ਔਰ ਤੁਹਾਡੇ ਹੀ ਗਰੁੱਪ ਵਿੱਚ ਆ ਕੇ ਇਹਨੇ ਕਰਵਾਇਆ। ਔਰ ਪਿੱਛੇ ਉਹਦੀ ਪੁਸਤ ਬਣਾਈ ਜਿਹੜੀ ਉਹ ਬਿਲਕੁਲ ਇਹਨੇ ਆਜ਼ਮ ਸੈਫੀ ਨੇ ਕੀਤੀ, ਉਹਨੂੰ ਪੂਰੇ ਹਵਾਲੇ ਦਿੱਤੇ ਨੇ, ਪੂਰੀ ਸਪੋਰਟ ਕੀਤੀ ਇਹਨੇ ਉਹਨੂੰ ਜੀ ਜੀ। ਔਰ ਉਸ ਤੋਂ ਬਾਅਦ ਇਹ ਜਿਹੜਾ ਨਵੀਦ ਵੜੈਚ ਇਹ ਵੀ ਜਨਾਬ 10 ਸਵਾਲ ਲੈ ਕੇ ਆਇਆ ਸੀ। ਤੁਹਾਨੂੰ ਸ਼ਾਇਦ ਯਾਦ ਹੋਏਗਾ ਰਾਹੇ ਨਜਾਤ ਗਰੁੱਪ ਵਿੱਚ ਹੀ ਉਹ 10 ਸਵਾਲ ਉਹਨੇ ਪੁੱਛੇ ਸਨ, ਔਰ 10 ਦੇ 10 ਸਵਾਲ ਜਿਹੜੇ ਨੇ ਮੁਲਹਦੀਨ ਦੇ ਸਵਾਲ ਸਨ। ਜੀ ਜੀ। ਇਹ ਕੰਮ ਤੇ ਇਹਨਾਂ ਨੇ ਸ਼ੁਰੂ ਤੋਂ ਹੀ ਪੱਟ ਕੇ ਰੱਖੇ ਹੈ। ਤੇ ਹੁਣ ਇੱਥੇ ਜਿਹੜੀ ਹੈ ਨਾ ਟਿਕਟੋਕ, ਇੱਥੇ ਆ ਕੇ ਇਹ ਜ਼ਿਆਦਾ ਨੰਗੇ ਹੋ ਰਹੇ ਨੇ, ਕਿਉਂਕਿ ਇੱਥੇ ਜ਼ਾਹਿਰ ਹੈ ਕਿ ਉੱਥੇ ਕਰਦੇ ਸਨ ਇਹ ਆਸਤੀਨ ਦੇ ਸੱਪ ਬਣ ਕੇ, ਤੇ ਇੱਥੇ ਉਹ ਕੰਮ ਹੁੰਦਾ ਕੋਈ ਨਹੀਂ ਪਿਆ। ਇੱਥੇ ਜੋ ਕੁਝ ਇਹਨਾਂ ਦੇ ਅੰਦਰ ਹੈ ਉਹ ਇਹਨਾਂ ਦੇ ਸਾਹਮਣੇ ਆ ਰਿਹਾ, ਮਤਲਬ ਬਿਲਕੁਲ ਓਪਨ, ਸਾਰਿਆਂ ਨੂੰ ਪਤਾ ਲੱਗ ਰਿਹਾ, ਛੁਪਾ ਨਹੀਂ ਸਕਦੇ। ਤੇ ਇਹ ਇਹਨਾਂ ਵਾਸਤੇ ਬੜਾ ਮਸਲਾ ਬਣਿਆ ਹੈ। ਤੇ ਦੂਸਰਾ ਮਸਲਾ ਇਹਨਾਂ ਵਾਸਤੇ 50-60 ਸਾਲ ਹੋ ਗਏ ਨੇ ਜੀ। ਤੇ ਦੂਸਰਾ ਮਸਲਾ ਨੰਗੇ ਕਰਨ ਲੱਗੇ ਨੇ ਇੱਥੇ, ਇੰਨੀ ਗੱਲ। ਅੱਛਾ, ਦੂਸਰਾ ਟਿਕਟੋਕ ਤੇ ਮਸਲਾ ਇਹਨਾਂ ਵਾਸਤੇ ਇਹ ਬਣ ਗਿਆ ਹੈ ਕਿ ਇੱਥੇ ਅਮਰ ਭਾਈ ਯਕੀਨ ਕਰੋ ਕਿ ਅਸੀਂ ਜਦੋਂ ਦੇ ਮੁਸਲਮਾਨ ਭਾਈ ਜਿਹੜੇ ਨੇ ਆਪਸ ਵਿੱਚ ਇਹਨਾਂ ਦਾ ਇਤਫਾਕ ਕਰੇ, ਇਹਦੇ 'ਚ ਵੀ ਮੈਂ ਤੁਹਾਨੂੰ ਹੀ ਕ੍ਰੈਡਿਟ ਦਿਆਂਗਾ ਕਿ ਤੁਸੀਂ ਮਾਸ਼ਾਅੱਲਾ, ਅੱਲਾਹ ਤਾਲਾ ਤੁਹਾਨੂੰ ਇਹਦਾ ਸਿਲਾ ਵੀ ਦੇਵੇ। ਬੜੀ ਕੋਸ਼ਿਸ਼ ਕੀਤੀ ਹੈ ਕਿ ਇੱਥੇ ਅਸਾਂ ਸਾਰੇ ਭਾਈ ਜਿਹੜੇ ਮੁਸਲਮਾਨ ਅਸੀਂ ਭਾਈ ਹਾਂ, ਅਸਾਂ ਮੁਤਹਿਦ ਹੋਏ ਹਾਂ, ਸਾਡਾ ਇੱਕ ਜੁੱਟ ਬਣੇ ਹੈ, ਇੱਕ ਇਤਿਹਾਦ ਬਣੇ ਹੈ। ਚਲੋ ਵਿੱਚ ਕੋਈ ਇੱਕ ਅੱਧਾ ਥੋੜਾ ਜਿਹਾ ਖੋਟਾ ਦਾਣਾ ਵੀ ਹੁੰਦਾ ਹੈ, ਲੇਕਿਨ ਬਹਰਹਾਲ ਓਵਰਆਲ ਅਸੀਂ ਸਾਰੇ ਭਾਈ ਜਿਹੜੇ ਆ ਇਕੱਠੇ ਹੋਏ ਆ। ਔਰ ਖਾਸ ਤੌਰ ਤੇ ਜਿਹੜੇ 3 ਹਸਤੀਆਂ, ਮੈਂ ਮੁਸਲਮਾਨ ਤੇ ਛੱਡੋ, ਮੈਂ ਤੇ ਕ੍ਰਿਸਚੀਅਨ ਨੂੰ ਨਾਲ ਲੈ ਕੇ ਚੱਲਣਾ। ਮੈਨਾਂ ਵੀ ਸਾਡੇ ਭਰਾ ਮਰਦਾਈਆਂ ਨਾਲ ਤੇ ਚੰਗੇ ਨੇ, ਬਿਲਕੁਲ ਇੰਝ ਹੀ ਗੱਲ ਹੈ, ਚੰਗੇ ਨੇ। ਆਪਣੀ ਉਹਨਾਂ ਦੀ ਕਿਤਾਬ ਹੈ, ਆਪਣਾ ਉਹਨਾਂ ਦਾ ਮਜ਼ਹਬ ਹੈ। ਗਾਲਾਂ ਨਾ ਕੱਢਣ, ਕੋਈ ਬੰਦਾ ਗੁਸਤਾਖੀ ਨਾ ਕਰੇ, ਤੇ ਕ੍ਰਿਸਚੀਅਨ ਹਜ਼ਾਰ ਵਾਰੀ ਬਿਹਤਰ ਨੇ ਮਰਦਾਈਆਂ ਨੂੰ। ਮਰਦਾਈ ਤੇ ਆਸਤੀਨ ਦੇ ਸੱਪ ਨੇ, ਠੂਏ ਨੇ ਨਿਰੇ ਜੀ। ਔਰ ਅਮਰ ਭਾਈ ਇਹਦੇ ਵਿੱਚ ਇੱਕ ਸਾਡੇ ਵਾਸਤੇ ਬੜੀ ਅੱਛੀ ਇੱਕ ਮਤਲਬ ਲੈਸਨ ਵੀ ਹੈ, ਇੱਕ ਨਸੀਹਤ ਹੈ ਸਾਡੇ ਵਾਸਤੇ ਕਿ ਅਸੀਂ ਦੇਖੋ ਜਦੋਂ ਦੇ ਮੁਤਹਿਦ ਹੋਏ ਹਾਂ ਆਪਸ ਵਿੱਚ, ਔਰ ਕਿਤਨੇ ਅਸੀਂ ਇਹਨਾਂ ਨੂੰ ਮਤਲਬ ਮਰਜ਼ਾਈਆਂ ਨੂੰ ਬਿਲਕੁਲ ਲਾਜਵਾਬ ਕਰ ਦਿੱਤੇ ਹੈ। ਔਰ ਖਾਸ ਤੌਰ ਤੇ 3 ਹਸਤੀਆਂ ਜਿਹੜੀਆਂ ਨੇ ਨਾ, ਜਦੋਂ ਦੇ ਤੁਸੀਂ ਮਤਲਬ ਬਰਾੜ ਇਕੱਠੀ ਕਰਨੀ ਸ਼ੁਰੂ ਕੀਤੀ ਹੈ, ਜਾਂ ਇੱਕ ਜਗ੍ਹਾ ਤੇ ਤੁਸੀਂ ਇੱਕ ਪਲੇਟਫਾਰਮ ਤੇ ਇਕੱਠੇ ਹੋਏ ਹੋ, ਜ਼ਿਆਰ ਰਸੂਲ ਭਾਈ ਨੇ ਔਰ ਮੁਫਤੀ ਸਾਹਿਬ ਨੇ ਤੇ ਤੁਸੀਂ ਹੋ, ਉਸ ਦਿਨ ਤੋਂ ਮਰਜ਼ਾਈਆਂ ਨੂੰ ਜਿਹੜਾ ਨਾ ਇੰਨੀ ਕੁ ਅੱਗ ਲੱਗੀ ਹੈ ਕਿ ਉਹ ਹੁਣ ਆ ਗਏ ਨੇ ਇਸ ਗੱਲ ਤੇ ਵੀ ਕਿ ਬਈ ਇਹਨਾਂ ਨਾਲ ਗੱਲ ਕਰਨੀ ਹੀ ਨਹੀਂ, ਮਤਲਬ ਕਿ ਹਾਲਾਤ ਉਹਨਾਂ ਦੇ ਹੋ ਗਏ ਨੇ।
ਅੱਛਾ, ਇੱਕ ਚੀਜ਼ ਮੈਂ ਹੋਰ ਕਹਿਣਾ ਚਾਹੁੰਦਾ ਵਾ, ਜਿਸ ਤਰ੍ਹਾਂ ਇਹ ਅਤਾਲ ਮਨਾਨ ਹੈ ਨਾ, ਇਹਦੇ ਨਾਲ ਕਰਨਾ ਹੈ ਮਨਾਜ਼ਰਾ ਕਰਨਾ ਹੈ, ਜੋ ਵੀ ਕਰਨਾ, ਬਹਰਹਾਲ ਤਿਆਰ ਜੋ ਕਦੀ ਵੀ ਨਹੀਂ ਹੋਏਗਾ। ਇਹ ਤੇ ਬਿਲਕੁਲ 100% ਗੱਲ ਹੈ ਕਿ ਉਹ ਆਪਣੀ ਮੌਤ ਆਪਣੇ ਹੱਥ 'ਚ ਉਹਨੇ ਕਰਵਾਉਣੀ ਨਹੀਂ। ਲੇਕਿਨ ਮੈਂ ਇਹ ਚਾਹੁੰਦਾ ਵਾਂ ਕਿ ਜਦੋਂ ਵੀ ਕੋਈ ਮਨਾਜ਼ਰਾ ਇਸ ਤਰ੍ਹਾਂ ਦਾ ਆਮਰ ਭਾਈ ਹੋਵੇ ਨਾ, ਅਬੂ ਬਕਰ ਭਾਈ, ਇਹ ਰਾਜਾ ਜਿਹੜਾ ਹੈਗਾ ਇਹਦੇ ਤੇ ਗੱਲ ਕਰਨ ਦੀ ਐਬਿਲਿਟੀ ਨਹੀਂ ਹੈਗੀ। ਮੈਂ ਹੈਰਾਨ ਹਾਂ ਉਹ ਮੁਨਾਜ਼ਰੇ ਤੇ ਕਿਸ ਤਰ੍ਹਾਂ ਤਿਆਰ ਹੋ ਗਿਆ। ਅੱਛਾ, ਨਹੀਂ ਫੈਸਲ ਭਾਈ, ਮੈਂ ਕਹਿ ਰਿਹਾ ਸਾਂ ਕਿ ਅਸੀਂ ਜਿਸ ਤਰ੍ਹਾਂ ਜਾਣਦੇ ਹਾਂ ਨਾ ਉਹਨਾਂ ਦੀ ਬਰਾੜ ਤੇ, ਖੈਰ ਇਹਦਾ ਵੀ ਫਾਇਦਾ ਤਾਂ ਬੜਾ ਹੁੰਦਾ ਹੈ। ਲੇਕਿਨ ਜਿਸ ਤਰ੍ਹਾਂ ਉਹ ਇੱਕ ਵਾਰੀ ਜ਼ਹਿਦ ਭਾਈ ਨੇ ਵੀ ਇਕੱਠੀ ਕੀਤੀ ਸੀ, 3 ਜਾਂ 4 ਬਰਾੜਾਂ ਜਿਹੜੀਆਂ ਨੇ ਇਕੱਠੀਆਂ ਹੋ ਸਕਦੀਆਂ ਨੇ, ਤੇ ਇਸ ਕਿਸਮ ਦਾ ਵੀ ਕੋਈ ਅਸੀਂ ਸਿਸਟਮ ਕਰ ਸਕਦੇ ਹਾਂ ਨਾ। ਮੁਨਾਜ਼ਰਾ ਹੋਵੇ, ਉਹ ਉੱਥੇ ਆਪਣੀ ਬਰਾੜ ਆਨ ਕਰਨ, ਅਸੀਂ ਇੱਥੇ ਆਪਣੀ ਬਰਾੜ ਆਨ ਕਰੀਏ, ਔਰ ਦੋਵਾਂ ਨੂੰ ਇਕੱਠਿਆਂ ਕਰ ਦਈਏ। ਉਹ ਉੱਥੇ ਆਪਣਾ ਟਾਈਮ ਲੈਣ, ਅਸੀਂ ਆਪਣਾ ਟਾਈਮ ਲਵੀਏ, ਔਰ ਇੱਕ ਹੀ ਲਾਈਵ ਤੇ ਚੱਲਦੇ ਰਹਿਣਗੇ ਦੋਵੇਂ। ਇੱਕ ਮੈਂ ਅਨਾਉਂਸਮੈਂਟ ਛੋਟੀ ਜੀ ਕਰਨੀ ਹੈ। ਮੇਰੀਆਂ ਜਿਹੜੀਆਂ ਸਿਸਟਰਾਂ ਥੱਲੇ ਬਹਿ ਕੇ ਸੁਣਨ ਲੱਗੀਆਂ ਨੇ ਨਾ, ਉਹਨਾਂ ਅੱਗੇ ਗੁਜ਼ਾਰਿਸ਼ ਹੈ ਵੀ ਇਹ ਉਹਨਾਂ ਦੀ ਔਰਤਾਂ ਨੇ ਬਰਾਡ ਆਨ ਕੀਤੀ ਹੈ, ਅਗਾ वो ਇਹਨਾਂ ਦਾ ਬੂਆ ਪੰਨਾ कोशिश की है और साहब ने, राशि साहब ने बड़ी हेल्प की है। अभी बैठ के इसी की प्रैक्टिस हो रही थी। ਇਹਨਾਂ ਦੀ ਪ੍ਰੈਕਟਿਸ ਜਰਾ ਨਾ ਠੀਕ ਕਰਕੇ ਆਓ, ਇਹਨਾਂ ਦਾ ਬੂਆ ਖੜਕਾਓ। ਜ਼ਾਹਿਰ ਅਸੀਂ ਮਰਦਾਂ, ਅਸੀਂ ਤਾਂ ਚਾਹੁੰਦੇ ਹੀ ਨਹੀਂ ਹੈ ਕਿ ਔਰਤਾਂ ਨਾਲ ਬਹਿਸ ਕਰੀਏ, ਤੇ ਸਾਡੀਆਂ ਵੀ ਔਰਤਾਂ ਨੂੰ ਉਹਨਾਂ ਦੇ ਮਰਦਾਂ ਨਾਲ ਬਹਿਸ ਨਹੀਂ ਕਰਨੀ ਚਾਹੀਦੀ। ਅਸੂਲੀ ਤੌਰ ਤੇ ਔਰਤਾਂ ਨੂੰ ਔਰਤਾਂ ਨਾਲ ਕਰਨੀ ਚਾਹੀਦੀ। ਜਿਹੜੀਆਂ ਸਿਸਟਰਾਂ ਥੱਲੇ ਦੀਆਂ ਸੁਣਦੀਆਂ ਹੋਣ, ਇਹਨਾਂ ਲਾਈਏ ਬਰਾੜ ਜਰਾ ਭੰਨੋ ਇਹਨਾਂ ਦਾ ਬੂਆ, ਤੇ ਇਹਨਾਂ ਨੂੰ ਆਖੋ ਹਾਂ ਬਈ ਇਧਰ ਆਓ, ਹੁਣ ਦੱਸੋ ਕਿਹੜਾ ਮਾਮਲੇ ਦੀ ਮੰਨਿਆ ਤੇ ਕਾਹ ਨਾਲ ਮੰਨਿਆ। ਇਹਨਾਂ ਦੇ ਪਿੱਛੇ ਲੱਗੋ, ਔਰਤਾਂ ਔਰਤਾਂ ਦੇ ਮਗਰ ਲੱਗਣ ਤੇ ਮਰਦ ਮਰਦਾਂ ਦੇ ਮਗਰ ਲੱਗਣ। ਇਨਸ਼ਾਅੱਲਾ ਰੋਜ਼ਿਆਂ ਤੱਕ ਨਹੀਂ ਕੱਢਦਾ ਮਰੀਜ਼। ਐਸ ਚੌਧਰੀ ਸਾਹਿਬ, ਇਹ ਮਰੀਜ਼ ਨਹੀਂ ਜੇ ਰੋਜ਼ਿਆਂ ਤੇ ਨਹੀਂ ਕੱਢਦਾ ਡੰਗ, ਇਹਦਾ ਕੋਈ ਕਰ ਲੋ। ਜੀ 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 ਜੀ, अस्सलाम वालेकुम ਸਾਰੇ ਦੋਸਤਾਂ ਨੂੰ। ਗਾਲੀਬਾਜ਼ ਸ਼ੋਰਨੀ ਜਿਹੜੀ ਵੀ ਹੈ ਵੇ, ਗਾਲੀਬਾਜ਼ ਤੇ ਗਾਲੀਬਾਜ਼ ਤੇ ਮਰਦ ਵੀ ਇਹਨਾਂ ਦੇ ਨੇ ਨਾ, ਗਾਲਾਂ ਖਾਣੀਆਂ ਚਾਹੀਦੀਆਂ ਨੇ। ਜੇ ਮਰਦਾਈ ਗਾਲਾਂ ਕੱਢਦੇ ਨੇ ਤੇ ਉਧਰੋਂ ਮਰਦਾਨਾ ਵੀ ਗਾਲਾਂ ਕੱਢਦੀ, ਖਾਓ, ਕੋਈ ਨਹੀਂ ਮਸਲਾ ਹੈ। ਖਤਮੇ ਨਬੂਵਤ ਦਾ ਕੰਮ ਕਰਨੇ ਤੇ ਗਾਲਾਂ ਤੋਂ ਡਰਨਾ, ਫਿਰ ਇਹ ਕਿਹੜੀ ਗੱਲ ਹੋਈ। ਜੀ ਚੋਈ ਸਾਹਿਬ ਸੁੱਤੇ ਉੱਠੇ ਹੋ? ਜੀ ਜੀ ਆਮਰ ਭਾਈ, अस्सलाम वालेकुम ਸਾਰੇ ਦੋਸਤਾਂ ਨੂੰ। ਆਮਰ ਭਾਈ, ਮੇਰੇ ਜਿਹੜੇ ਨੇ ਨਾ ਕਾਫੀ ਜਿਹੜੇ ਭੈਣ ਭਰਾ ਰਿਸ਼ਤੇਦਾਰ ਸਾਰੇ ਅਜੇ ਵੀ ਇਸ ਕਾਦੀਆਨੀ ਚ ਫਸੇ ਨੇ। ਮੈਂ ਬਿਲਕੁਲ ਸੁੱਤਾ ਅਜੇ ਉੱਠਿਆ ਤੇ ਅਜੇ ਉੱਠੇ ਤੇ ਦੇਖ ਥੋੜਾ ਪ੍ਰੋਗਰਾਮ ਚੱਲਦਾ ਸੀ, ਮੈਂ ਚਲੋ ਮੈਂ ਸਲਾਮ ਕਰ ਲਾਂ। ਯਕੀਨ ਕਰ ਲਓ, ਮੈਂ ਜਿਵੇਂ ਆਂਦੇ ਨਾ ਕਿ ਉਹ ਸਿਰ ਤੋਂ ਲੱਗ ਕੇ ਪੈਰਾਂ ਤੱਕ, ਜਦੋਂ ਦੀ ਇਹ ਜਮਾਤ ਛੱਡੀ ਏ, ਅੱਲਾ ਜਾਣਦਾ, ਸਿਰ ਤੋਂ ਲੱਗ ਕੇ ਪੈਰਾਂ ਤੱਕ ਆਪਣੇ ਰੱਬ ਦਾ ਸ਼ੁਕਰ ਕਰਨਾ, ਤੇ ਬਿਲਕੁਲ ਖੁਸ਼ ਹਾਂ, ਬਿਲਕੁਲ ਅਲਹਮਦੁਲਿਲਾ। ਯਕੀਨ ਕਰ ਲਓ, ਜਦੋਂ ਇਸ ਲਾਨਤ ਨੂੰ ਯਾਦ ਕਰੀਦਾ ਤੇ ਬੜੀ ਸ਼ਰਮ ਆਉਂਦੀ ਹੈ। ਔਰ ਮੈਂ ਇਹ ਜਦੋਂ ਸ਼ਿਕੰਜਾ ਯਾਦ ਕਰਨਾ ਨਾ ਕਿ ਮੇਰੀ ਰੱਬ ਨੇ ਇਸ ਲਾਨਤ ਚੋਂ ਜਾਨ ਛਡਾਈ ਹੈ, ਤੇ ਯਕੀਨ ਕਰ ਲਓ ਦਿਲ ਜਿਵੇਂ ਆਂਦੇ ਨਾ ਬਾਗ ਹੋ ਜਾਂਦਾ ਹੈ। ਅੱਲਾ ਦਾ ਬੜਾ ਸ਼ੁਕਰ ਹੈ, ਬੜਾ ਦਿਲ ਖੁਸ਼ ਹੈ। ਰਹਿ ਗਈ ਗੱਲ ਜਿਹੜੀ ਕਾਦੀਆਨੀ ਜਿਹੜੇ ਮਲੰਗਣੀਆਂ ਨੇ, ਉਹ ਜਿਵੇਂ ਆਪਣਾ ਉਹ ਟਰੈਕਟਰ ਸ਼ਾਹ ਦੇ ਮਲੰਗਾਂ ਨੂੰ ਦੱਸਿਆ ਜਾਂਦਾ ਹੈ, ਟਰੈਕਟਰ ਸ਼ਾਹ ਦੇ ਉਹ ਛੜੀਏ ਦੱਸਦੇ ਹਨ, ਤੇ ਇਸ ਪੀਰ ਨੂੰ ਤੂੰ ਛੱਡਿਆ ਤੇ ਤੂੰ ਤੇਰਾ ਰਹਿਣਾ ਕੱਖ ਨਹੀਂ। ਤੇ ਜੇ ਉਹ ਚੀਜ਼ ਦੇਖੀ ਜਾਏ ਤੇ ਯਕੀਨ ਕਰੋ ਹਾਲਾਤ ਮਾੜੇ ਚੰਗੇ ਆਉਂਦੇ ਰਹੇ ਨੇ, ਤੇ ਜਿਸ ਤਰ੍ਹਾਂ ਦੇ ਵੀ ਆਏ ਨੇ, ਮੈਂ ਅੱਲਾ ਜਾਣਦਾ ਜੇ ਸਵੇਰੇ ਸਵੇਰੇ ਜੇ ਉੱਠਿਆ ਜੇ ਇੰਨਾ ਦਿਲ ਖੁਸ਼ ਹੁੰਦਾ ਜਦੋਂ ਅੱਖ ਖੋਲੀ ਦੀ ਹੈ ਕਿ ਵਾਹ ਮੇਰੇ ਮਾਲਕਾ, ਇਸ ਲਾਨਤ ਤੋਂ ਤੇ ਜਾਨ ਛਡਾਈ ਹੈ ਨਾ। ਬੜਾ ਦਿਲ ਖੁਸ਼ ਹੁੰਦਾ। ਇਹ ਹਾਲ ਹੈ ਜੀ। ਇਹ ਆਂਦੇ ਨੇ ਇਸ ਜਮਾਤ ਨੂੰ ਛੱਡ ਕੇ ਤੇ ਉਹ ਹੋ ਜਾਂਦਾ ਤੇ ਆਹ ਹੋ ਜਾਂਦਾ। ਅੱਛਾ, ਫਿਰ ਜਿਹੜੇ ਆਪਣੇ ਭੈਣ ਭਰਾ ਹਨ, ਉਹ ਅਜੇ ਵੀ ਕਈ ਹੈ ਨੇ ਬੜੇ ਕਰੀਬੀ ਸਕਾ ਭਾਈ, ਠੀਕ ਹੈ ਨਾ ਜੀ। ਇਹ ਚੰਦਾ ਸਿਸਟਰ ਹੈ ਜਿਹੜੀ, ਸਭ ਮਾਜ਼ਰਤ ਤੁਹਾਡੀ ਗੱਲ ਮੈਂ ਕੱਟ ਲਈ। ਚੰਦਾ ਸਿਸਟਰ ਹੈ ਜਿਹੜੀ ਮਿਸ ਜ਼ੈਦਾ ਵੀ ਮੈਸੇਜ ਲਿਖਦੀ ਹੈ, ਪੜੋ। ਇਹਨੂੰ ਇਹ ਨਹੀਂ ਪਤਾ ਰੰਗੀਲਾ ਰਸੂਲ ਕਿਹਨੇ ਲਿਖੀ ਹੈ। ਇਹਦੀ ਤੁਹਾਡੇ ਅਰਛੜੀ ਟ੍ਰੇਨਿੰਗ ਹੋਈ ਹੈ ਨਿੱਕੇ ਹੁੰਦਿਆਂ ਦੀ, ਬਈ ਨਬੀ ਪਾਕ ਦੀਆਂ ਗੁਸਤਾਖੀਆਂ ਕ੍ਰਿਸਚਨ ਕਰਦੇ ਸਨ, ਉਹ ਫਲਾਣੀ ਕਿਤਾਬ ਉਹਨਾਂ ਲਿਖੀ ਸੀ। ਅਗਾਂਹ ਉਹ ਇਹਨਾਂ ਨੂੰ ਲੈ ਜਾਓ, ਇਹਨਾਂ ਨੂੰ ਦੋ ਤੈਨੂੰ ਸਿਸਟਰਾਂ ਨੂੰ ਨਾਲ, ਉਹਨਾਂ ਦਾ ਬੂਹਾ ਭੰਨੋ ਜ਼ਰਾ।
ਉਹਨਾਂ ਨੂੰ ਆਖੋ ਬੂਆ ਲਾਓ, ਵੱਡੀਓ ਮਚੈਦੋ ਆ ਗਈਆਂ ਨੇ, ਤੁਹਾਡੇ ਨਾਲ ਔਰਤਾਂ ਹੀ ਗੱਲ ਕਰਨਗੀਆਂ। ਇਹ ਵੇਖੋ ਇਹਨੇ ਕੀ ਲਿਖਿਆ ਹੈ, क्रिश्चियनों की बुक में हजरत मोहम्मद पीस भी अपान इनकी शान में गुस्ताखियां लिखी हैं, रंगीला रसूल बुक पढ़ो। ਤੇ ਆਖਣਾ ਸੀ ਨਾ ਮਿਰਜ਼ਾ ਸਾਹਿਬ ਨੂੰ ਜਵਾਬ ਦੇਣ, ਲਿਖਵਾਈ ਤੇ ਉਹਨਾਂ ਨੇ ਤੁਹਾਡੇ ਮਿਰਜ਼ਾ ਸਾਹਿਬ ਨੇ, ਤੇ ਜਵਾਬ ਤਸਾਂ ਦਿੱਤਾ ਸੀ ਮੁਕੱਦਸ ਰਸੂਲ ਲਿਖ ਕੇ। ਤੁਹਾਡੇ ਮਿਰਜ਼ਾ ਸਾਹਿਬ ਨੇ ਇੰਝ ਹੀ ਲਿਖਵਾਈ ਜਿਸ ਤਰ੍ਹਾਂ ਅੱਜ ਤੁਹਾਡੇ ਮਿਰਜ਼ਾਈ ਉੱਥੇ ਉਹਨੂੰ ਨੀਲ ਮਸੀਹ ਨੂੰ ਬੁਲਾ ਕੇ ਕਹਿੰਦੇ ਸੀ ਕੱਢ ਨਬੀ ਪਾਕ ਦੀ ਗੁਸਤਾਖੀ ਕਰ, ਕੋਈ ਗਾਲ ਕੱਢ ਸਾਡੇ ਸਾਹਮਣੇ। ਇੰਝ ਤੁਹਾਡੇ ਮਿਰਜ਼ਾ ਸਾਹਿਬ ਹਰਕਤ ਕੀਤੀ ਸੀ, ਬਲਕਿ ਹਰਕਤਾਂ ਕੀਤੀਆਂ ਸੀ। आमिर वहाबी साहब, आप जो ये सरकारी मुसलमान बने हुए हैं, आप हमें मसले सुनाते हैं और अपने लिए तसले रखे हुए हैं। अच्छा, ये वही हैं जो मौलवी को दाढ़ी से पकड़ लेती थी, ये उनकी बेटी हैं। ऐसे चौधरी साहब, ये जो दाढ़ी ਨੂੰ ਫੜ ਲਵੇ ਕੋਈ ਜ਼ਨਾਨੀ ਤੇ ਮੌਲਵੀ ਨਾ ਬੋਲੇ ਤੇ ਉਹਦਾ ਮਤਲਬ ਕੀ ਹੁੰਦਾ ਹੈ? ਮਤਲਬ ਮੌਲਵੀ ਕਾਣਾ ਹੈ ਉਹਦਾ? ਮੌਲਵੀ ਨੂੰ ਜ਼ਨਾਨੀ ਫੜ ਲੇ ਜੀ? ਆਹੋ, ਜੇ ਮੌਲਵੀ ਨੂੰ ਜ਼ਨਾਨੀ ਦਾੜੀ ਤੋਂ ਫੜ ਲੇ ਤੇ ਮੌਲਵੀ ਕੋਈ ਹਿੱਲੇ ਨਾ, ਤੇ ਉਹਦਾ ਮਤਲਬ ਕੀ ਹੁੰਦਾ ਹੈ? ਇਹਦਾ ਮਤਲਬ ਤੇ ਮੈਨੂੰ ਨਹੀਂ ਪਤਾ, ਲੇਕਿਨ ਗੱਲ ਤੇ ਇੰਝ ਲੱਗਦੀ ਹੈ ਕਿ ਉਹਨੇ ਮੌਲਵੀ ਨੇ ਕੋਈ ਹਰਕਤ ਮਾੜੀ ਕੀਤੀ ਹੋਏਗੀ। ਇਹ ਵੀ ਸੁਣਾਉਂਦੀ ਸੀ, ਇਹਨਾਂ ਦੀ ਮਜਾਇਦਾ ਗੱਲ ਵੀ ਸੁਣਾਉਂਦੀ ਸੀ, ਆਂਦੀ ਸੀ ਮੇਰੀ ਅੰਮੀ ਜਿਹੜੀ ਹੈ ਨਾ, ਚਵਿੰਡੇ ਦੀ ਜਿਹੜੀ ਜਮਾਤ ਹੈ ਨਾ, ਉਹਦੀ ਉਹ ਰੁਕਨ ਸਨ ਤੇ ਉਹਨਾਂ ਮੌਲਵੀ ਨੂੰ ਦਾੜੀ ਤੋਂ ਫੜ ਲਿਆ ਸੀ ਤੇ ਮੌਲਵੀ ਲਿਆ ਨਹੀਂ ਸੀ। ਮੈਂ ਕਿਹਾ ਤਾਂ ਮਤਲਬ ਮੌਲਵੀ ਕਾਣਾ ਸੀ ਤੇ ਹੋਰ ਇਹ ਕਾਣਾ ਨਾ ਹੋਵੇ ਤੇ ਜ਼ਨਾਨੀ ਤੇ ਦਾੜੀ ਫੜੇ। ਮੌਲਵੀ ਨੂੰ ਕੁਛ ਦੀਦਾ ਧੱਕਾ ਮਾਰੀ ਤੇ ਜ਼ਨਾਨੀ ਉੱਠਦੀ ਨਹੀਂ ਹੈ, ਪਰ ਧੱਕਾ ਬੰਦਾ ਜਿਹੜਾ ਜਣਾ ਹੈ ਉਹਨੂੰ ਧੱਕਾ ਮਾਰ ਦੇ ਪਰ ਟਹਿ ਪੈਂਦੀ ਵਿਚਾਰੀ ਔਰਤ। ਅੱਲਾਹ ਤਾਲਾ ਨੇ ਸਿਰਫ ਨਾਜ਼ੁਕ ਬਣਾਈ, ਉਹਨੇ ਕੀ ਕਰਨਾ ਸੀ? ਜਿਹੜੀ ਉਹ ਨਹੀਂ ਬੋਲੀ, ਕੋਈ ਗੜਬੜ ਤੇ ਹੈ ਨਾ। ਕਹਿੰਦੀ ਮੇਰੀ ਅੰਮੀ ਏਡੀ ਅਮਰ ਭਾਈ, ਮੈਂ ਤੁਹਾਨੂੰ ਇੱਕ ਸੱਚਾ ਵਾਕਿਆ ਸੁਣਾਵਾਂ ਜਿਹੜਾ ਸਾਡੇ ਆਮ ਦੀ ਮੁਅੱਲਮ ਸਾਬੋ ਪੜਿਆਰ ਰੋਜ਼ ਸਾਨੂੰ ਆਲਮੋਸਟ ਦੂਜੇ ਤੀਜੇ ਜੁਮੇ ਦੇ ਖੁਤਬੇ ਚ ਸੁਣਾਉਂਦੇ ਸਨ। ਦੇਖੋ ਜੀ, ਜਿਹੜਾ ਨਾ ਆਮ ਦੀ ਜਿਹੜੇ ਨੇ, ਪਹਿਲਾਂ ਤੇ ਇਸ ਚੀਜ਼ ਨੂੰ ਤੁਸੀਂ ਗੌਰ ਕੀਤਾ ਹੋਣਾ ਹੈ ਕਿ ਆਮ ਦੀਆਂ ਦੀ ਦਾੜੀ ਕੋਨੇ ਕਿਸੇ ਦੀ ਵੀ। ਇਹ ਜਿਹੜੀ ਰੱਖਦੇ ਨੇ ਨਾ, ਇਹ ਜਿਹੜਾ ਕਾਦੀਆਨੀ ਪੀਰ ਰੱਖਦਾ ਸਪੈਸ਼ਲੀ ਮਿਰਜ਼ਾ ਮਸਰੂਰ, ਇਸ ਲੁੱਟੇ ਚੰਦੇ ਦੀ ਜਦੋਂ ਢੇਰੀ ਤੇ ਕਬਜ਼ਾ ਕਰਨ ਤੋਂ ਪਹਿਲਾਂ ਗੱਦੀ ਤੇ, ਇਹ ਗੱਦੀ ਲੁੱਟੇ ਦੀ ਚੰਦੇ ਦੀ ਢੇਰੀ ਤੇ 2 ਸੁੱਥਣਾ ਤੇ 2 ਸ਼ਲਵਾਰਾਂ ਤੇ ਉਹ 2 ਪਗੜੀਆਂ, ਇਹ ਤੇ ਸਾਰੀ ਖਿਲਾਫਤ ਦੇ। ਜਦੋਂ ਇਹਨੇ ਕਬਜ਼ਾ ਕਰਨ ਤੋਂ ਪਹਿਲਾਂ ਇਹਦੀ ਫੋਟੋ ਵੇਖ ਲਓ, ਦਾੜੀ ਇਹਦੀ ਹੈ ਬਿਲਕੁਲ ਸਾਫ਼, ਮੂੰਹ ਇਹਦਾ ਜੋ ਕੋਈ ਦਾੜੀ ਹੈ ਕੋਈ ਨਹੀਂ। ਤੇ ਇਹ ਦਾੜੀ ਰੱਖਦੇ ਨਹੀਂ, ਇਹਨਾਂ ਬਕਾਇਦਾ ਪਲੈਨਿੰਗ ਨਾਲ, ਮਨਸੂਬੇ ਨਾਲ, ਹਰ ਰੋਜ਼ ਜਿਵੇਂ ਮਾਂ ਨੇ ਬੱਚੇ ਨੂੰ ਫੁੱਟੀਆਂ ਪੜ੍ਹਾਉਂਦੀ, ਦਾੜੀ ਨੂੰ ਇਹਨਾਂ ਬਦਨਾਮ ਕੀਤਾ। ਸਾਡੇ ਪਿੰਡ ਵਾਲਾ ਮੁਅੱਲਮ ਸੀ ਜਿਹੜਾ ਉਹ ਕਾਦੀਆਨੀ, ਇਹ ਜਿਹਨਾਂ ਨੂੰ ਨਹੀਂ ਪਤਾ ਉਹ ਭਰਾ ਸੁਣ ਲੈਣ ਕਿ ਮੁਸਲਮਾਨ ਭਰਾ ਮੌਲਵੀ ਆਂਦੇ ਨੇ ਤੇ ਕਾਦੀਆਨੀ ਆਪਣਾ ਜਿਹੜਾ ਪੂਜਾ ਪਾਠ ਦੀ ਜਗ੍ਹਾ 'ਚ ਪੂਜਾ ਕਰਾਉਂਦਾ ਉਹਨੂੰ ਮੁਅੱਲਮ ਜਾਂ ਮੁਰੱਬੀ ਆਂਦੇ ਨੇ। ਉਹਦਾ ਮੁਅੱਲਮ ਸੀ ਜੀ, ਉਹ ਦੂਜੇ ਚੌਥੇ ਦਿਨ ਵਾਕਿਆ ਸੁਣਾ ਦਿੰਦਾ ਹੁੰਦਾ ਸੀ, ਸੇਮ ਵਾਕਿਆ। ਉਹ ਆਂਦਾ ਹੁੰਦਾ ਸੀ ਕਿ ਗੁਜਰਾਂ ਵਾਲੇ ਇੱਕ ਕੋਈ ਬੀਬੀ ਸੀ ਤੇ ਉਹਨੇ ਜਦੋਂ ਨਾਲ ਦੇ ਆਪਣੇ ਨੇਬਰ ਨੂੰ ਆਵਾਜ਼ ਮਾਰਨੀ ਤੇ ਉਹਨੇ ਆਖਣਾ ਕਰਨਾ ਕਿ ਭਰਾ ਮੌਲਵੀ ਮੇਰਾ ਆਹ ਕੰਮ ਕਰਦੇ, ਭਰਾ ਮੌਲਵੀ ਮੇਰਾ ਆਹ ਕੰਮ ਕਰਦੇ। ਬਸ ਕੋਈ ਜਿੱਦਾਂ ਹਮਸਾਏ ਇੱਕ ਦੂਜੇ ਦੀ ਹੈਲਪ ਕਰ ਦਿੰਦੇ ਨੇ। ਤੇ ਉਹ ਜਿਹੜਾ ਮੌਲਵੀ ਸੀ ਨਾ, ਇਹਨਾਂ 14ਵੀਂ ਸਦੀ ਦੇ ਮੌਲਵੀਆਂ ਦੀਆਂ ਹਰਕਤਾਂ ਵੇਖ ਵੇਖ ਕੇ ਨਾ, ਤੇ ਉਹਨੇ ਇੱਕ ਦਿਨ ਉਹਨੂੰ ਅੱਗੋਂ ਕਿਹਾ, ਉਹਨੇ ਕਿਹਾ ਵੀ ਮੇਰੀ ਭੈਣ ਤੂੰ ਮੈਨੂੰ ਕੁੱਤਾ ਕਹਿ ਲਈ, ਪਰ ਮੈਨੂੰ ਅੱਜ ਤੋਂ ਬਾਅਦ ਮੌਲਵੀ ਨਾ ਕਹੀ। ਮੌਲਵੀਆਂ ਦੀਆਂ ਹਰਕਤਾਂ ਵੇਖ ਵੇਖ ਕੇ ਮੈਨੂੰ ਮੌਲਵੀ ਦੇ ਲਫ਼ਜ਼ ਤੋਂ ਨਫ਼ਰਤ ਹੋ ਗਈ, ਤੇ ਲਿਹਾਜ਼ਾ ਮੈਨੂੰ ਜਦੋਂ ਤੂੰ ਆਵਾਜ਼ ਮਾਰਨੀ ਹੈ ਮੈਨੂੰ ਕਹਿ ਰਹਿਣਾ ਕਿ ਕੁੱਤਿਆ ਤੂੰ ਆਹ ਕੰਮ ਕਰ ਲੈ, ਮੈਨੂੰ ਇਹ ਕਬੂਲ ਹੈ, ਮੌਲਵੀ ਨਾ ਕਹੀ। ਮੌਲਵੀ ਦੇ ਲਫ਼ਜ਼ ਤੋਂ ਤੇ ਦਾੜੀ ਵਾਲੇ ਤੋਂ ਜਮਾਤੇ ਆਮਦੀਆਂ ਨੇ ਆਪਣੇ ਕਾਦੀਆਨੀ ਮਲੰਗ ਮਲੰਗਣੀਆਂ ਦੇ ਦਿਲ 'ਚ ਇੰਨੀ ਨਫ਼ਰਤ ਪਾਈ, ਕਿਉਂਕਿ ਮੈਂ ਤੇ ਇਸ ਜਮਾਤ ਦਾ ਹਿੱਸਾ ਰਿਹਾ।
ਇੰਨੀ ਨਫ਼ਰਤ ਪਾਈ ਹੈ ਕਿ ਮੌਲਵੀ ਦਾੜੀ ਵਾਲਾ, ਦਾੜੀ ਨਹੀਂ ਆਂਦੇ, ਦਾੜੇ ਵਾਲਾ ਮੌਲਵੀ, ਢਿੱਡ ਵਾਲਾ ਮੌਲਵੀ, ਠੀਕ ਹੈ ਨਾ ਜੀ। ਯਾਨੀ ਕਿ ਇਸ ਮੌਲਵੀ ਨੂੰ ਤੇ ਪੀਰ ਨੂੰ ਸਪੈਸ਼ਲੀ, ਦੋ ਲਫ਼ਜ਼ਾਂ ਨੂੰ ਇਤਨਾ ਬਦਨਾਮ ਕੀਤਾ ਹੈ, ਇਤਨਾ ਬਦਨਾਮ ਕੀਤਾ। ਤੁਸੀਂ ਕਿਸੇ ਕਾਦੀਆਨੀ ਮਰੱਬੀ ਨੂੰ ਜਾਂ ਮੌਲਮ ਨੂੰ ਅਗਰ ਤੁਸੀਂ ਉਹਨੂੰ ਇਹ ਕਹਿ ਦਿਓ ਨਾ ਕਿ ਮੌਲਵੀ ਸਾਹਿਬ ਗੱਲ ਤੇ ਸੁਣੋ, ਆਖੇਗਾ ਮੈਂ ਮੌਲਵੀ ਨਹੀਂ। ਤੂੰ ਕਈ ਵਾਰੀ ਇਹ ਤਜਰਬਾ ਕੀਤਾ ਹੋਣਾ, ਫੌਰਨ ਤੁਹਾਨੂੰ ਕਹੇਗਾ ਉਹ ਯਾਰ ਮੈਂ ਨਹੀਂ ਮੌਲਵੀ, ਤੂੰ ਇੰਝ ਗੱਲ ਕਰ। ਮੌਲਵੀ ਦਾ ਲਫ਼ਜ਼ ਕਾਦੀਆਨੀਆਂ ਵਾਸਤੇ ਸਿੱਧੀ ਸਿੱਧੀ ਸਮਝ ਲਓ ਕਿ ਇਸ ਤਰ੍ਹਾਂ ਹੀ ਹੈ ਕਿ ਜਿਵੇਂ ਬੜੀ ਵੱਡੀ ਗਾਲ ਹੈ, ਇਤਨੀ ਨਫ਼ਰਤ ਹੈ ਇੱਥੇ ਦਾੜੀ ਤੋਂ ਤੇ ਮੌਲਵੀ ਤੋਂ। ਦਾੜੀ ਜਿਹੜੀ ਹੈ ਉਹ ਤਾਂ ਤੁਹਾਨੂੰ ਮੈਂ ਦੱਸਿਆ ਕਿ ਤੁਸੀਂ ਇਹਨਾਂ ਦੇ ਜਲਸੇ ਵੇਖ ਲਓ, ਕੁਝ ਕਿਤੇ ਕੋਈ ਇਹਨਾਂ ਦੀ ਗੈਦਰਿੰਗ ਦੇਖ ਲਓ, ਕਿਸੇ ਕਾਦੀਆਨੀ ਦੀ ਦਾੜੀ ਨਹੀਂ। ਹਾਲਾਂਕਿ ਸਾਰਿਆਂ ਨੂੰ ਪਤਾ ਹੈ ਸੁਨਤੇ ਰਸੂਲ ਹੈ, ਲੇਕਿਨ ਕਾਦੀਆਨੀ ਜਿਹੜੇ ਦਾਅਵਾ ਕਰਦੇ ਨੇ ਕਿ ਅਸੀਂ ਜੀ ਮੁਸਲਮਾਨ ਆ, ਬੜੇ ਹਕੀਕੀ ਮੁਸਲਾਮ ਹੈ ਸਾਡਾ, ਉਹਨਾਂ ਦੀ ਕਿਸੇ ਦੀ ਦਾੜੀ ਤੋਂ ਨਜ਼ਰ ਨਾ ਆਏਗੀ। ਦਾੜੀ ਰੱਖ ਕੇ ਤੁਸੀਂ ਕਾਦੀਆਨੀ ਮਸੀਤੇ ਜਾ ਨਹੀਂ ਸਕਦੇ। ਉਹ ਪੁੱਛੋ ਕਿਉਂ? ਤੁਹਾਨੂੰ ਐਪਰੀਸ਼ੀਏਟ ਹੀ ਨਹੀਂ ਕੀਤਾ ਜਾਂਦਾ ਪਹਿਲੇ ਦਿਨ ਤੋਂ। ਤੁਸੀਂ ਕਦੀ ਤਜਰਬਾ ਕੀਤਾ ਕਿ ਜਿਸ ਤਰ੍ਹਾਂ ਸਾਡੇ ਮੁਸਲਮਾਨ ਭਰਾ ਦਾੜੀ ਰੱਖਦੇ ਨੇ, ਕਦੀ ਕੋਈ ਕਾਦੀਆਨੀ ਇਸ ਤਰ੍ਹਾਂ ਦਾੜੀ ਵਾਲਾ ਵੇਖਿਆ ਤੁਸੀਂ? ਐਸੀ ਤਨਜ਼ੀਆ ਸ਼ਰਾਰਤੀ ਨਜ਼ਰਾਂ ਨਾਲ ਵੇਖਣਗੇ ਕਿ ਉਹ ਸਾਡੇ ਜਿਹੜੇ ਮੁਸਲਮਾਨ ਭਰਾ ਨੇ, ਉਹ ਤੁਸੀਂ ਦਾੜੀ ਰੱਖ ਲਓ ਤੇ ਉਹ ਹਰ ਦੂਸਰਾ ਬੰਦਾ ਤੁਹਾਨੂੰ ਖੁਸ਼ ਹੋ ਕੇ ਮਿਲਦਾ ਕਿ ਮਾਸ਼ਾਅੱਲਾ ਯਾਰ ਉਹ ਬੰਦਾ, ਛੱਡੋ ਇਸ ਗੱਲ ਨੂੰ ਯਾਰ, ਉਹ ਬੰਦੇ ਨੇ ਦਾੜੀ ਰੱਖੀ ਹੈ ਤੇ ਉਹ ਨਮਾਜ਼ ਪੜ੍ਹਦਾ ਜੇ, ਉਹ ਮਸਲਾ ਉਹਦੇ ਬਾਰੇ 'ਚ ਅੱਛੇ ਤਰੀਕੇ ਨਾਲ ਉਹਨੂੰ ਯਾਦ ਕਰੋ। ਸਾਡੇ ਤਾਰੀਫ ਕੀਤੀ ਜਾਂਦੀ ਹੈ। ਆਮਦੀਅਤ ਦੇ ਵਿੱਚ ਦਾੜੀ ਵਾਲਾ ਬੰਦਾ ਮਸੀਤੇ ਜਾ ਵੜੇ ਤੇ ਸਾਰੀ ਮਸੀਤ ਤੇ ਉਹਨੂੰ ਘਰੋਂ ਹੀ ਨਹੀਂ ਰੱਖਣ ਦਿੰਦੇ। ਇਹ ਮੈਂ ਗੱਲ ਉਹ ਸੁਣਾ ਰਿਹਾ ਜੋ ਮੇਰਾ ਕਾਦੀਆਨੀਅਤ ਦੇ ਵਿੱਚ ਰਹਿ ਕੇ ਤਜਰਬਾ ਹੈ, ਨਾ ਕਿ ਸੁਣੀ ਸੁਣਾਈ ਗੱਲ ਹੈ। ਤੇ ਇਹਨਾਂ ਜਨਾਬ ਦਾੜੀ ਦੇ ਲਫ਼ਜ਼ ਨੂੰ ਇਤਨਾ ਬਦਨਾਮ ਕੀਤਾ। ਮੈਂ ਤੁਹਾਨੂੰ ਇੱਥੇ ਕੈਲਗਰੀ ਕੈਨੇਡਾ ਦੇ ਵਿੱਚ ਇੱਕ ਕਾਦੀਆਨੀ ਮਲੰਗ ਗਿਆ, ਉਹਨੇ ਮੈਨੂੰ ਗੱਲ ਸੁਣਾਈ। ਆਂਦਾ ਮੈਂ ਵੈਨਕੂਵਰ ਗਿਆ, ਇੱਥੋਂ ਵੈਨਕੂਵਰ ਹੈਗਾ ਕੋਈ 1000 ਕਿਲੋਮੀਟਰ। ਵੈਨਕੂਵਰ ਹੈ ਮੈਂ ਗਿਆ ਤੇ ਗੱਡੀ 'ਚ ਅਸੀਂ 4-5 ਕਾਦੀਆਨੀ ਮਲੰਗ ਬੈਠੇ ਤੇ ਉੱਥੇ ਨਵੀਂ ਇਹਨਾਂ ਪੂਜਾ ਪਾਠ ਬਣਾਈ ਹੈ ਤੇ ਉਹਦਾ ਕੋਈ ਇਫਤਤਾਹ ਸੀ ਤੇ ਉਹਦੀ ਗੈਦਰਿੰਗ ਵਾਸਤੇ ਇਹ ਇੱਥੋਂ ਕਾਦੀਆਨੀ ਮਲੰਗ ਜਿਹੜੇ ਨੇ 4-5 ਇਕੱਠੇ ਹੋ ਕੇ ਤੇ ਉੱਥੇ ਪਹੁੰਚੇ। ਆਂਦਾ ਅਸੀਂ ਜਦੋਂ ਉੱਥੇ ਗਏ ਨਾ, ਮੈਨੂੰ ਵਾਕਿਆ ਸੁਣਾ ਰਿਹਾ ਅੱਲਾ ਦੀ ਮਦਦ ਦਾ, ਲੇਕਿਨ ਇਹਨਾਂ ਦੇ ਦਿਲ ਦੇ ਵਿੱਚ ਦਾੜੀ ਤੋਂ ਤੇ ਮੌਲਵੀ ਤੋਂ ਇੰਨੀ ਨਫ਼ਰਤ ਹੈ ਕਿ ਤੁਸੀਂ ਖੁਦ ਸੋਚ ਲਿਓ, ਵੇਖ ਲਓ ਇਸ ਗੱਲ ਨੂੰ ਸਾਹਮਣੇ ਰੱਖ ਕੇ। ਆਂਦਾ ਮੈਂ ਇੱਥੋਂ ਜਦੋਂ ਗਿਆ ਨਾ ਅਸੀਂ ਤੇ ਉੱਥੇ ਸਾਨੂੰ ਜਾ ਕੇ ਨਾ ਤੇ ਰਾਹ ਦਾ ਨਹੀਂ ਸੀ ਪਤਾ, ਕਿ ਜਿਵੇਂ ਬੰਦਾ ਆਂਦਾ ਨਾ ਕਿ ਥੋੜਾ ਜਿਹਾ ਆਈਡੀਆ ਨਹੀਂ ਸੀ ਨਕਸ਼ੇ ਦਾ ਕਿ ਕਿੱਥੇ ਵੇ ਜੀ ਉਹ ਨਵੀਂ ਪੂਜਾ ਪਾਠ ਬਣੀ। ਆਂਦਾ ਅਜੇ ਇਹ ਸੋਚਣ ਡੇ ਤੇ ਸਾਡੇ ਇੱਕ ਕਾਦੀਆਨੀ ਮਲੰਗ ਬੋਲਿਆ, ਉਹ ਆਖਣ ਲੱਗਾ ਯਾਰ ਆਹ ਵੇਖਾਂ 2-4 ਮੌਲਵੀ ਭਰਾ ਖਲੋਤੇ ਨੇ ਨਾ। ਮੌਲਵੀ ਭਰਾ ਉਹਨੇ ਦੇਣਾ ਕਿਆ ਹੰਗਾ ਮੌਲਵੀ ਖਲੋਤੇ ਨੇ, ਇਹਨਾਂ ਨੂੰ ਨਾ ਪੁੱਛ ਲਈਏ। ਉੱਥੇ 4-5 ਮੁਸਲਮਾਨ ਖਲੋਤੇ ਸਨ ਆਪਣੇ, ਜਿਨ੍ਹਾਂ ਦੀਆਂ ਦਾੜੀਆਂ ਤੋਂ ਪਤਾ ਲੱਗ ਜਾਂਦਾ ਕਿ ਮੁਸਲਮਾਨ ਨੇ। ਔਰ ਸਾਡੇ ਤੇ ਸਰਦਾਰ ਭਰਾਵਾਂ ਦੀ ਪੱਗ 'ਚ ਫਰਕ ਹੈ ਤੇ ਸਾਡੇ ਜਾਂ ਕੈਪ ਹੋਏ ਪਤਾ ਲੱਗ ਜਾਂਦਾ ਆਮ ਤੌਰ ਤੇ ਕਿ ਮੁਸਲਮਾਨ ਭਰਾ ਹੈ। ਉਹ ਇਹੋ ਜਿਹੇ ਖਲੋਤੇ ਸਨ। ਇੱਕ ਕਾਦੀਆਨੀ ਮਲੰਗਾ ਹੰਗਾ, ਇਹਨਾਂ ਨੂੰ ਨਾ ਪੁੱਛੀਏ। ਆਖਣ ਲੱਗਾ ਮੈਂ ਆਖਿਆ ਮੈਂ ਇਹਨਾਂ ਨੂੰ ਬੁਲਾਉਣਾ ਪਸੰਦ ਨਹੀਂ ਕਰਦਾ, ਮੈਂ ਖੁਦ ਹੀ ਲੱਭ ਲੈਣਾ ਰਾਹ। ਮੈਂ ਬਗੈਰ ਨਕਸ਼ਾ ਪਾਇਆ ਗੱਡੀ ਨੂੰ ਸੱਜੇ ਖੱਬੇ ਇੱਕ ਗਲੀ ਐ ਮੋੜ ਮੋੜਿਆ। ਖੁਦਾ ਦੀ ਮਦਦ ਦੇਖੋ ਕਿ ਮੈਂ ਇਹਨਾਂ ਨੂੰ ਨਹੀਂ ਬੁਲਾਇਆ ਤੇ ਤੀਜੇ ਮੋੜ ਤੇ ਮੈਨੂੰ ਪੂਜਾ ਪਾਠ ਦੀ ਜਗ੍ਹਾ ਲੱਭ ਗਈ ਬਗੈਰ ਨਕਸ਼ਾ ਪਾਇਆ। ਅਸੀਂ ਮਸਜਿਦ ਦੇ ਬੂਹੇ ਅੱਗੇ ਜਾ ਖਲੋਤੇ। ਠੀਕ ਹੈ ਜੀ, ਇੱਥੋਂ ਅੰਦਾਜ਼ਾ ਕਰੋ ਕਿ ਕਾਦੀਆਨੀ ਮਲੰਗਣੀਆਂ ਦੇ ਵਿੱਚ ਮੁਸਲਮਾਨਾਂ ਦੀ ਨਫ਼ਰਤ ਕਿੰਨੀ ਹੈ ਔਰ ਦਾੜੀ ਵਾਲੇ ਤੋਂ ਨਫ਼ਰਤ ਕਿੰਨੀ ਹੈ। ਇਹ ਹਾਲ ਇਹਨਾਂ ਦਾ। ਠੀਕ ਹੈ, ਔਰ ਸਭ ਤੋਂ ਵੱਡੀ ਗੱਲ ਹੋਰ ਵੀ ਤੁਹਾਨੂੰ ਦੱਸਾਂ ਕਿ ਜਦੋਂ ਕੋਈ ਕਾਦੀਆਨੀ ਮਲੰਗ ਜਾਂ ਮਲੰਗਣੀ ਇਸ ਲਾਂਤ ਨੂੰ ਛੱਡਦਾ ਹੈ ਆਮਦੀਆ ਕਲਟ ਨੂੰ, ਤੇ ਸਾਰੇ ਮਲੰਗ ਮਲੰਗਣੀਆਂ ਤੋਂ ਉਹਨੂੰ ਇਹੀ ਪੁੱਛਦੇ ਨੇ। ਪਹਿਲਾ ਸਵਾਲ, ਹਾਂ ਹੁਣ ਕਿਹੜੇ ਮੌਲਵੀਆਂ ਨੂੰ ਮਿਲਿਆ ਜਾ ਕੇ?
ਯਾਨੀ ਕਿ ਪਹਿਲੋਂ ਜਦੋਂ ਇਹ ਮੌਲਵੀ ਆਉਂਦੇ ਨੇ ਤੇ ਯਕੀਨ ਕਰੋ ਇਹਨਾਂ ਦੇ ਨਜ਼ਦੀਕ ਇੱਕ ਬਹੁਤ ਵੱਡਾ, ਸਮਝ ਲਓ ਕਿ ਕਿਦਾਂ ਉਹਨੂੰ ਮੈਂ ਮਿਸਾਲ ਦੇ ਸਕਦਾ, ਕਿ ਯਾਨੀ ਜਿਵੇਂ ਤਨ ਤੁਹਾਨੂੰ ਪੁੱਛਦੇ ਨੇ, ਬਲਕਿ ਇੱਕ ਬਿਸਤੀ ਦੇ ਰੰਗ 'ਚ, ਕਿ ਜਿਵੇਂ ਮੌਲਵੀਆਂ ਦੇ ਨਾਲ ਜਾ ਕੇ ਮਿਲ ਜਾਣਾ ਜਾਂ ਉਲਮਾ ਦੀ ਗੱਲ ਸੁਣਨੀ, ਜਾਂ ਨਾਂ ਲੈਣਾ ਕਿ ਮੈਂ ਫਲਾਣੇ ਜਿਹੜੇ ਆਲਮੇ ਦੀਨ ਹੈ ਉਹਨੂੰ ਫਾਲੋ ਕਰ ਰਿਹਾ। ਇਹ ਇਸ ਤਰ੍ਹਾਂ ਹੀ ਸਮਝ ਲਓ ਕਿ ਕਿਸੇ ਕਾਦੀਆਨੀ ਮਲੰਗ ਜਿਹਨੇ ਛੱਡਿਆ ਇਸ ਲਾਨਤ ਨੂੰ, ਉਹਦਾ ਇਕਰਾਰ ਕਰਨਾ ਕਿ ਮੈਂ ਫਲਾਂ ਆਲਮੇ ਦੀਨ ਨੂੰ ਫਾਲੋ ਕਰਨਾ ਜਾਂ ਉਹਦੇ ਕੋਲ ਤਲੀਮ ਲੈਣਾ ਜਾਂ ਉਹਦੇ ਪਿੱਛੇ ਚੱਲਣਾ, ਤੇ ਦੂਜਿਆਂ ਵਾਸਤੇ ਇਹ ਪ੍ਰੂਫ ਮਿਲ ਜਾਂਦਾ ਕਿ ਓਹ ਹੋ ਆ ਜੇ ਫਲਾਣੇ ਮੌਲਵੀ ਪਿੱਛੇ ਲੱਗਾ ਜੇ। ਇੰਨੀ ਨਫ਼ਰਤ ਇਹਨਾਂ ਦਿਲ 'ਚ। ਔਰ ਇਹ ਕਾਦੀਆਨੀਆਂ ਨੇ ਪਾਈ ਹੈ। ਉਹਦੀ ਮੈਂ ਮਿਸਾਲ ਕਈ ਦਫਾ ਇਸ ਤਰ੍ਹਾਂ ਦਿੱਤੀ ਹੈ ਕਿ ਕੋ ਮਾੜੀ ਬੀਬੀ ਹੋਏ ਨਾ, ਤੇ ਉਹ ਆਪਣੇ ਬੱਚਿਆਂ ਨੂੰ ਆਪਣੀ ਮਾੜੀ ਗੱਲ ਛੁਪਾਉਣ ਵਾਸਤੇ ਜਿੱਥੋਂ ਡਰ ਹੋਏ ਨਾ ਉਹਨੂੰ, ਕਿ ਫਲਾਂ ਬੰਦਾ ਜਾਂ ਬੀਬੀ ਜਾਂ ਰਿਸ਼ਤੇਦਾਰ ਮੇਰੇ ਬੱਚਿਆਂ ਨੂੰ ਦੇ ਸਾਹਮਣੇ ਗੱਲ ਕਰਕੇ ਤੇ ਮੇਰਾ ਪੋਲ ਨਾ ਖੋਲ ਦੇ, ਉਹ ਉਹਨਾਂ ਸਾਰਿਆਂ ਬੱਚਿਆਂ ਨੂੰ ਬਦਨਾਮ ਕਰਨਾ, ਆਪਣਾ ਉਹਨਾਂ ਰਿਸ਼ਤਿਆਂ ਕੋਲੋਂ ਬੱਚਿਆਂ ਨੂੰ ਦੂਰ ਕਰਨਾ ਸ਼ੁਰੂ ਕਰ ਦਿੰਦੇ ਨੇ। ਜਦੋਂ ਉਹ ਦੂਰ ਕਰਨਾ ਸ਼ੁਰੂ ਕਰ ਦਿੰਦੀ ਹੈ ਨਾ, ਤੇ ਉਹ ਬੱਚਿਆਂ ਦੇ ਸਾਹਮਣੇ ਰੋਜ਼ ਸਟੋਰੀਆਂ ਬਣਾ ਸੁਣਾਉਂਦੀ ਹੈ। ਮਿਸਾਲ ਦੇ ਤੌਰ ਤੇ ਜੇ ਉਹਨੇ ਫੁੱਫੀ ਕੋਲੋਂ ਦੂਰ ਕਰਨਾ ਹੈ, ਤੇ ਫੁੱਫੀ ਦੇ ਆਹ ਕਾਰਨਾਮੇ ਉਹ ਬੱਚਿਆਂ ਦੇ ਜਿਹਨੂੰ ਆਂਦੇ ਨਾ ਪੱਟੀਆਂ ਪੜਾ ਕੇ, ਤੇ ਉਹ ਫੁੱਫੀ ਦੇ ਜਨਾਬ ਇੰਨਾ ਦੂਰ ਕਰ ਛੱਡਦੀ ਹੈ ਕਿ ਉਹਨੂੰ ਡਰ ਹੁੰਦਾ ਕਿ ਕਿਤੇ ਫੁੱਫੀ ਕੋ ਬਹਿਣਗੇ ਤੇ ਉਹ ਇਹਨਾਂ ਨੂੰ ਗੱਲ ਹੀ ਨਾ ਸੁਣਾ ਦੇ ਕਿ ਬਈ ਆਪਣੇ ਘਰ ਦਾ ਪੁੱਤਰ ਧਿਆਨ ਕਰੋ। ਹੁਣ ਜਦੋਂ ਬੱਚੇ ਜਵਾਨ ਹੋਣਗੇ, ਅਗਰ ਤੇ ਉਹ ਮਾੜੀ ਕਰਤੂਤ ਉਸ ਬੀਬੀ ਦੀ ਕੋਈ 10 ਸਾਲ ਕੰਮ ਚੱਲਦਾ ਰਿਹਾ, ਹੁਣ 10 ਸਾਲ ਤੇ ਉਹ ਬੱਚੇ ਫੁੱਫੀ ਨੂੰ ਭੈੜਾ ਕਹਿੰਦੇ ਰਹੇ ਨੇ, ਆਪਣੇ ਮੂੰਹ ਵੀ ਕਹਿੰਦੇ ਰਹੇ ਨੇ। ਚਲੋ ਉਹ ਭਾਵੇਂ ਮਾਂ ਤੇ ਚਲੋ ਜਿਹੜਾ ਕਿਹਾ ਹੈ, ਬੱਚੇ ਜਦੋਂ ਆਪਸ 'ਚ ਵੀ ਬਹਿੰਦੇ ਨੇ ਤੇ 10 ਸਾਲ ਤੋਂ ਸਾਰੇ ਭੈਣ ਭਰਾ ਉਸ ਫੁੱਫੀ ਨੂੰ ਮਾੜਾ ਕਹਿੰਦੇ ਰਹੇ ਜਾਂ ਚਾਚੇ ਨੂੰ ਮਾੜਾ ਕਹਿੰਦੇ ਨੇ। ਠੀਕ ਹੈ ਨਾ ਜੀ, ਕਿ ਇੱਧਰੋਂ ਭੈੜਾ ਇੱਧਰੋਂ ਭੈੜਾ। ਜਦੋਂ 10 ਸਾਲਾਂ ਬਾਅਦ ਉਹ ਬੱਚੇ ਥੋੜੇ ਜਿਹੇ ਹੋਸ਼ ਆਉਂਦੀ ਹੈ, ਸਮਝ ਆ ਜਾਂਦੀ ਹੈ, ਤੇ ਅਗਰ ਉਹਨਾਂ ਬੱਚਿਆਂ ਨੂੰ ਫਿਰ ਪਤਾ ਲੱਗ ਜਾਂਦਾ ਕਿ ਯਾਰ ਉਹ ਚਾਚਾ ਤੇ ਠੀਕ ਹੀ ਸੀ, ਫੁੱਫੀ ਵੀ ਠੀਕ ਸੀ, ਅਸਲ ਤੇ ਘਰ ਸਾਡਾ ਹੀ ਮਾੜਾ ਸੀ। ਹੁਣ ਸਾਰੇ ਉਹ ਭੈਣ ਭਰਾ ਇਕੱਠਿਆਂ ਉਸ ਚਾਚੇ ਨੂੰ ਜਾਂ ਫੁੱਫੀ ਨੂੰ ਮਾੜਾ ਕਹਿੰਦੇ ਰਹੇ ਨੇ 10 ਸਾਲ। ਤੇ ਜਦੋਂ ਉਹਨਾਂ ਚੋਂ ਇੱਕ ਅਣਜਾਣਾ ਉੱਠ ਕੇ ਤੇ ਉਹ ਇਹ ਆਖੇ ਕਿ ਨਹੀਂ, ਇਹ ਜਿਹੜਾ ਸਾਡੇ ਘਰ ਚੱਲਦਾ ਕੰਮ ਇਹ ਤੇ ਖਰਾਬ ਹੈ, ਮੈਨੂੰ ਚਾਚੇ ਦੱਸਿਆ ਮਿਸਾਲ ਦੇ ਤੌਰ ਤੇ ਦੂਜੇ ਅਣਜਾਣੇ ਛੇਤੀ ਨਾਲ ਪੁੱਛਦੇ ਨੇ ਕਿਹੜਾ ਚਾਚਾ, ਉਹਦੇ ਜਿਹਾ ਤੇ ਗੰਦਾ ਕੁੱਤਾ ਹੈ ਹੀ ਕੋਈ। ਕਿਉਂਕਿ 10 ਸਾਲ ਉਹ ਅਣਜਾਣੇ ਆਪ ਵੀ ਉਸ ਚਾਚੇ ਨੂੰ ਭੈੜਾ ਕਹਿੰਦੇ ਰਹੇ, ਉਹਨਾਂ ਦੀ ਤਰਬੀਅਤ 'ਚ ਸ਼ਾਮਲ ਹੋ ਗਏ। ਔਰ ਉਹਨਾਂ ਇੱਕ ਦੂਜੇ ਨੂੰ ਖੁਦ ਵੀ ਸਟੋਰੀਆਂ ਕਈ ਵਾਰੀ ਤੇ ਮਾਂ ਸੁਣਾਈਆਂ ਝੂਠੀਆਂ, ਤੇ ਕਈ ਵਾਰੀ ਅਣਜਾਣਿਆਂ ਨੇ ਵੀ ਆਪਣਾ ਜੋੜ ਕੇ ਜਾਂ ਉਸ ਤਰ੍ਹਾਂ ਕਿ ਚਾਚੇ ਨੇ ਆਹ ਕੀਤਾ, ਚਾਚਾ ਆਹ ਕੀਤਾ। ਉਹਨਾਂ ਦੇ ਵਿੱਚ ਚਾਚਾ ਸਭ ਤੋਂ ਪਿੰਡ 'ਚੋਂ ਭੈੜਾ ਬੰਦਾ। ਪਹਿਲਾ ਸਵਾਲ ਉਹਨੂੰ ਇਹ ਹੁੰਦਾ ਕਿ ਤੈਨੂੰ ਕਿਹੜੇ ਚਾਚੇ ਦੱਸਿਆ? ਫਲਾਣੇ ਨੇ। ਤਨਜ਼ੀਆ ਤੌਰ ਤੇ ਪੁੱਛਦੇ ਨੇ ਦੂਜੇ ਜਾਣੇ, ਉਹਦੀ ਗੱਲ ਕਰਨਾ, ਕਿਉਂਕਿ ਉਹ ਸਾਰਿਆਂ ਦੀ ਨਜ਼ਰ 'ਚ ਭੈੜਾ ਹੁੰਦਾ। ਜਦੋਂ ਕੋਈ ਕਾਦੀਆਨੀ ਮਲੰਗ ਇਸ ਲਾਨਤ ਨੂੰ ਛੱਡਦਾ ਹੈ, ਤੇ ਚੂੰਕਿ ਅਸੀਂ ਆਪ ਜਿੱਦਾਂ ਮੈਂ ਆ, ਅਸੀਂ ਆਪ ਸਾਰੀ ਉਮਰ ਮੌਲਵੀਆਂ ਨੂੰ ਢਿੱਡ ਵਾਲਾ ਤੇ ਦਾੜੇ ਵਾਲਾ ਤੇ ਫਲਾਣੇ ਤੇ ਭੈੜੇ ਤੇ ਜੋ ਇਹਨਾਂ ਸਾਡੇ ਜ਼ਿਹਨ 'ਚ ਪਾਇਆ ਸੀ, ਅਸੀਂ ਕਰਦੇ ਰਹੇ ਹਾਂ ਭੈਣਾਂ ਭਰਾਵਾਂ ਨਾਲ ਬਹਿ ਕੇ। ਠੀਕ ਹੈ ਨਾ ਜੀ। ਜਦੋਂ ਕਾਦੀਆਨੀ ਮਲੰਗ ਕੈਲਗਰੀ ਵਾਲੇ ਨੇ ਮੈਨੂੰ ਇਹ ਗੱਲ ਸੁਣਾਈ ਨਫ਼ਰਤ ਦੀ ਮੌਲਵੀਆਂ ਤੋਂ, ਤੇ ਮੈਂ ਵੀ ਜ਼ਿੰਦਗੀ 'ਚ ਸੁਣਾਈ ਹੋਗੀ ਕਿਸੇ ਨੂੰ ਕਿ ਫਲਾਣੇ ਮੌਲਵੀ ਦਿਆ ਤੇ ਫਲਾਣੇ ਦਿਆ। ਇਹ ਅਸੀਂ ਆਪ ਕਰਦੇ ਰਹੇ ਸਾਰੀ ਜ਼ਿੰਦਗੀ। ਹੁਣ ਜਦੋਂ ਅਸੀਂ ਇਹ ਛੱਡ ਕੇ ਇਸ ਲਾਨਤ ਨੂੰ ਤੇ ਕਿਸੇ ਆਮ ਦੀ ਭਰਾ ਨਾਲ ਗੱਲ ਕਰਨੇ ਆ ਨਾ, ਉਹ ਪਹਿਲਾ ਸਵਾਲ ਇਹ ਕਰਦਾ ਗਿਆ ਕਿੱਥੇ ਆ, ਕਿਹੜੇ ਮੌਲਵੀ ਪਿੱਛੇ ਲੱਗਾ ਹੈ। ਯਾਨੀ ਕਿ ਮੌਲਵੀ ਦੇ ਪਿੱਛੇ ਲੱਗਣਾ ਜਾਂ ਕਿਸੇ ਆਲਮੇ ਦੀਨ ਦਾ ਨਾਂ ਲੈਣਾ ਕਾਦੀਆਨੀਆਂ ਦੇ ਵਿੱਚ ਇਸ ਤਰ੍ਹਾਂ ਹੀ ਹੈ ਕਿ ਤੁਸੀਂ ਉਸ ਵਾਕਿਆ ਤੋਂ ਅੰਦਾਜ਼ਾ ਕਰ ਲਓ ਕਿ ਉਹ ਸਮਝਦੇ ਨੇ ਕਿ ਉਹਨਾਂ ਮੌਲਵੀਆਂ ਦੇ ਪਿੱਛੇ ਜਿਨ੍ਹਾਂ ਨੂੰ ਤੇ ਤੂੰ ਆਪ ਭੈੜਾ ਕਹਿੰਦਾ ਹੈ, ਜਾਂ ਪਹਿਲੋਂ ਹੀ ਜ਼ੁਬਾਨ ਜ਼ਦੇ ਆਮ ਇਹਨਾਂ ਦੀ ਕਿਤਾਬ 'ਚ ਉਹਨਾਂ ਦਾ ਨਾਂ ਹੀ ਭੈੜਿਆਂ 'ਚ, ਤਾਂ ਇਹ ਸਾਨੂੰ ਪੁੱਛਦੇ ਨੇ। ਪਹਿਲਾ ਸਵਾਲ ਹੀ ਹੁਣ ਕਿਹੜੇ ਮੌਲਵੀ ਪਿੱਛੇ ਲੱਗਾ? ਮੁਫਤੀ ਮੁਸ਼ਰਫ ਪਿੱਛੇ ਲੱਗਾ ਹੈ।
ਉਹ ਪੁੱਛਦੇ ਨਹੀਂ, ਤਨਜ਼ੀਆ ਤੌਰ ਤੇ ਇਨਸਲਟ ਕਰਦੇ ਨੇ। ਇਹ ਆ ਕਾਦੀਆਨੀਅਤ, ਇਹ ਆ ਸਾਡੀ ਤਰਬੀਅਤ ਜਿਹੜੀ ਇਸ ਕਲਟ ਦੇ ਵਿੱਚ ਰਹਿ ਕੇ ਹੋਈ ਹੈ। ਇਹ ਬਹੁਤ ਬੜਾ ਜ਼ੁਲਮ ਇਹਨਾਂ ਕੀਤਾ ਹੈ, ਯਕੀਨ ਕਰ ਲਓ। ਔਰ ਫਿਰ ਇੱਕ ਹੋਰ ਗੱਲ ਮੈਂ ਕਰਕੇ ਜਾ ਚਾਹਾਂਗਾ, ਸੈਦਾ ਸਿਸਟਰ ਸਾਰੇ ਭੈਣ ਭਾਈ ਸਾਰੇ ਬੈਠੇ ਨੇ, ਗੱਲ ਉਹ ਮੁੱਕਦੀ ਨਹੀਂ ਕਿ ਲੋ ਜੀ ਮਿਰਜ਼ਾ ਲੱਗੇ ਹੋ ਗਿਆ, ਮੈਨੂੰ ਲੱਗਦਾ ਸ਼ੱਕ ਪਿਆ ਅਮਰ ਭਾਈ ਮਿਰਜ਼ਾ ਸੱਚਾ ਹੋ ਗਿਆ, ਗੱਲ ਕਰਦੇ ਜ਼ਿਹਨ ਚੋਂ ਨਿਕਲ ਗਈ ਹੈ। ਲੱਗਾ ਕੋਈ ਪੁਆਇੰਟ ਚੇਂਜ ਆਇਆ, ਪਤਾ ਨਹੀਂ ਕੋਈ ਪੁਆਇੰਟ ਨਿਕਲ ਗਿਆ। ਇਹ ਨਿਸ਼ਾਨ ਸੀ ਚੌਧਰੀ ਸਾਹਿਬ। ਗੱਲੇ ਇਹ ਨਿਸ਼ਾਨ ਤਾਂ ਜ਼ਾਹਿਰ ਹੋਇਆ ਕਿ ਤੁਹਾਡਾ ਤੇ ਚੰਦਾ ਸਿਸਟਰ ਦਾ ਜ਼ਿਕਰ ਹੋਣ ਲੱਗਿਆ ਉਧਰ ਨਾ, ਤੁਹਾਡਾ ਨਾਂ ਲੈ ਕੇ ਤੇ ਮਾਤਮ ਹੋਣ ਲੱਗਿਆ ਉਹਨਾਂ ਦੇ। ਸਹੀ ਗੱਲ ਹੈ ਭਾਈ, ਲਾਈਵ ਸੁਣਾਓ। ਬਿਲਕੁਲ ਜੀ, ਇਹਨਾਂ ਦਾ ਜਿਹੜਾ ਪੀਰ ਇਸਕਾਨੀ ਸੀ ਉਹ ਕਹਿੰਦਾ ਹੈ ਤੁਸੀਂ ਮਿਰਜ਼ਾ ਸਾਹਿਬ ਨੂੰ ਗਾਲ ਕੱਢੋ, ਅੱਗੋਂ ਕਿਆਮਤੀ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਨੂੰ ਵੀ ਗਾਲ ਕੱਢ ਦੇਣਾ ਤੇ ਤੁਸੀਂ ਉਹਦੇ ਮੁਜਰਮ ਹੋ, ਤੁਹਾਨੂੰ ਉਹਦਾ ਗੁਨਾਹ ਹੋਣਾ, ਕਿਉਂਕਿ ਅੱਲਾਹ ਦੇ ਰਸੂਲ ਨੇ ਕਿਹਾ ਹੈ ਗੁਨਾਹ ਸਾਰਾ ਪਹਿਲ ਕਰਨ ਵਾਲੇ ਨੂੰ ਹੁੰਦਾ ਹੈ, ਜਿਹੜਾ ਮਰਜ਼ੀ ਜਿਹਨੂੰ ਮਰਜ਼ੀ ਗਾਲ ਕੱਢੇ। ਇਹ ਪੀਰ ਇਸਕਾਨੀ ਦੀ ਰਿਕਾਰਡਿੰਗ ਹੈ ਮੇਰੇ ਕੋਲ, ਇਹਨਾਂ ਦੇ ਵਿੱਚ ਬਹਿ ਕੇ ਕਹਿੰਦੇ ਜੀ ਉਹ ਇਹਨਾਂ 'ਚ ਬਹਿਣਾ ਛੱਡ ਗਿਆ ਸੀ ਇਸੇ ਵਜ੍ਹਾ ਤੋਂ। ਉਹ ਕਹਿੰਦਾ ਤੁਸੀਂ ਤਾਂ ਬਕਵਾਸੀ ਹੋ, ਤੁਸੀਂ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਨੂੰ ਗਾਲਾਂ ਪਵਾਉਂਦੇ ਜਾਂ ਹਜ਼ਰਤ ਆਇਸ਼ਾ ਦੀ ਤੋਹੀਨ ਕਰ। ਉਹਨਾਂ ਨੇ ਉਹਨੂੰ ਕਿਹਾ ਨਾ ਕਿ ਦੇਖੋ ਜੀ ਉਹ ਤੋਹੀਨ ਕਰਦੇ ਨੇ, ਕਹਿੰਦਾ ਇਹ ਹੁਣ ਹੀ ਤੁਹਾਡਾ ਜ਼ਿਕਰ ਖੈਰ ਹੋਣ ਲੱਗਿਆ ਸੀ ਬਈ ਇਹਨੇ ਉੱਥੇ ਬੇਸਮੈਂਟ 'ਚ ਜਨਾਨੀ ਰੱਖੀ ਸੀ ਤੇ ਉਹ ਜਨਾਬ ਉਹ ਚੰਦੋ ਦੀ ਕੀ ਨਾਂ ਸੋ ਨਿਦਾ ਦੀ ਆਡੀਓ ਲੈ ਕੇ ਉਛਲਦਾ ਰਿਹਾ ਤੇ ਹੁਣ ਸੁਣਾ ਲਓ ਜਿਹੜੀ ਆਡੀਓ ਸੁਣਾਣੀ ਹੈ। ਤੇ ਉਹ ਫਿਰ ਦੂਜਾ ਪਿਆਂਦਾ ਮਿਰਜ਼ਾ ਨਾਸਿਰ ਪਿਆਂਦਾ, ਇਹ ਜਿਹੜੀ ਚੰਦਾ ਮਰਤਾਦੇ ਇਹ ਵੀ ਪਿਆਂਦੀ ਸੀ। ਨਹੀਂ ਕੋਈ ਨਹੀਂ ਕਰਾਉਣਾ ਉਹ ਅੱਜ ਵੀ ਤੁਹਾਨੂੰ ਤਾਂ ਹਰ ਪਤਾ ਕਿ ਉਹ ਡਿਸਕਸ ਕਰੀਏ। ਮੈਂ ਵੀ ਉਹਨਾਂ ਨੂੰ ਕਿਹਾ, ਉਹ ਕਹਿੰਦੇ ਸੀ ਜੀ ਆਖਰ ਤੇ ਮੇਰੇ ਕੋਲ ਕਮਰ ਤੋਂ ਰਾਜਾ ਸਾਹਿਬ ਵੀ ਆਏ ਸੀ। ਮੈਂ ਕਿਹਾ ਵੀ ਗੱਲ ਇਹ ਹੈ ਕਿ ਤੁਸੀਂ ਗੱਲ ਕਰਾਈ ਅੱਛੀ ਹੈ, ਲੇਕਿਨ ਆਪਣਾ ਪਲੇਟਫਾਰਮ ਦੇ ਕੇ ਤੇ ਇਹਨਾਂ ਕੋਲੋਂ ਠੱਠੇ ਜਿਹੜੇ ਤੁਸੀਂ ਕਰਵਾਉਂਦੇ ਹੋ ਮੈਨੂੰ ਤੇ ਕੋਈ ਪਸੰਦ ਨਹੀਂ ਹੈਗਾ ਭਾਈ। ਤੁਸੀਂ ਠੀਕ ਹੈ ਕਿਸੇ ਹੱਦ ਤੱਕ ਕੋਈ ਟਾਪਕ ਹੁੰਦਾ ਹੈ ਉਸਦੇ ਮੁਤਾਬਕ ਪੈ ਜਾਂਦਾ ਹੈ ਨਾ। ਅਮਰ ਭਾਈ ਮੈਂ ਇੱਕ ਨਾ ਥੋੜਾ ਜਿਹਾ ਜ਼ਰੂਰੀ ਗੱਲ ਜ਼ਿਹਨ ਚ ਆਈ ਉਹ ਕਰ ਲਾਂ। ਕਰ ਲਓ। ਹਾਂਜੀ, ਮੈਂ ਅਸਲ ਜਿਹੜੀ ਚੀਜ਼ ਦੱਸਣੀ ਚਾਹੁੰਦਾ ਸੀ ਨਾ ਉਹ ਇਹ ਸੀ, ਕਿਉਂਕਿ ਮੈਂ ਐਕਸ ਕਾਦੀਆਨੀ ਆ, ਸਾਡੀ ਭੈਣ ਵੀ ਬੈਠੀ ਚੰਦਾ ਵੀ ਨਾਲ ਨੇ। ਐਕਸ ਕਾਦੀਆਨੀ ਨਾ ਆਖਿਆ ਕਰੋ ਸੀ ਮੁਰਤਾਦਾਂ ਦੋਏ। ਹਾਂਜੀ ਚਲੋ ਜੋ ਮਰਜ਼ੀ ਕਹਿਣ, ਮੈਂ ਇੱਕ ਜਿਹੜੀ ਚੀਜ਼ ਦੁੱਖ ਨਾਲ ਕਹਿਣ ਲੱਗਾ ਉਹ ਮੈਂ ਉਹਦੇ ਤੇ ਥੋੜਾ ਜਿਹਾ ਦੋਸਤ ਗੌਰ ਕਰਕੇ ਬੇਸ਼ੱਕ ਮੈਨੂੰ ਆਪਣੀ ਰਾਏ ਦੇਣ। ਜਿਹੜੀ ਮੈਂ ਅੱਗੇ ਤੁਹਾਨੂੰ ਗੱਲ ਸੁਣਾਈ ਹੈ ਨਾ ਸਾਰਿਆਂ ਨੂੰ, ਕਿ ਉਹ ਬੱਚੇ ਜਿਨ੍ਹਾਂ ਨੂੰ 10-15 ਸਾਲ ਘਰੋਂ ਇਹ ਤਾਲੀਮ ਮਿਲਦੀ ਹੈ ਕਿ ਚਾਚਾ ਭੈੜਾ ਹੈ, ਉਹ ਬੱਚਿਆਂ ਨੂੰ ਜਦੋਂ ਸ਼ਊਰ ਆ ਜਾਂਦਾ ਨਾ, ਪਤਾ ਲੱਗ ਜਾਂਦਾ ਹੈ ਕਿ ਇਹ ਚਾਚਾ ਤੇ ਠੀਕ ਹੈ ਲੇਕਿਨ ਘਰ ਸਾਡਾ ਹੀ ਮਾੜਾ ਸੀ, ਜਾਂ ਆਲੇ ਰਿਸ਼ਤਿਆਂ ਤੋਂ ਸਾਡੀ ਮਾਂ ਮਨਾ ਕਰਦੀ ਸੀ। ਮੈਂ ਮਾਫੀ ਚਾਹੁੰਦਾ, ਸਿਰਫ ਮਾਵਾਂ ਨਹੀਂ ਹੁੰਦੀਆਂ, ਕਈ ਥਾਂ ਪਿਓ ਦੂਜੇ ਤੀਜੇ ਵੀ, ਕੋਈ ਰਿਸ਼ਤਾ ਵੀ ਸਮਝ ਲਓ ਜਿਹੜਾ ਇਸ ਤਰ੍ਹਾਂ ਦੀ ਪਲੈਨਿੰਗ ਕਰਕੇ ਤੁਹਾਡੇ ਬੱਚਿਆਂ ਦੇ ਦਿਲਾਂ 'ਚ ਜਾਂ ਦੇ ਕਿਸੇ ਕਮਿਊਨਿਟੀ ਦੇ ਜਾਂ ਜਿਸ ਤਰ੍ਹਾਂ ਵੀ ਨਫ਼ਰਤ ਪਾਉਂਦਾ। ਮੈਂ ਤਾਂ ਮਿਸਾਲ ਦੇ ਤੌਰ ਤੇ ਕਹਿ ਰਿਹਾ, ਹਾਲਾਂਕਿ ਹਰ ਥਾਂ ਬੀਬੀਆਂ ਨਹੀਂ ਹੁੰਦੀਆਂ, ਬੰਦੇ ਵੀ ਪਲੈਨਿੰਗਾਂ ਕਰਕੇ ਬੱਚਿਆਂ ਨੂੰ ਤਬਾਹ ਕਰਦੇ ਨੇ। ਐਨੀਵੇ, ਜਦੋਂ 10-15 ਸਾਲ ਉਹ ਬੱਚਿਆਂ ਨੂੰ ਪਤਾ ਲੱਗਦਾ, ਠੀਕ ਹੈ, ਉਹ ਬੱਚੇ ਚੂੰਕਿ ਉਸ ਚਾਚੇ ਦੇ ਬਾਰੇ 'ਚ ਖੁਦ ਵੀ ਤੇ ਘਰੋਂ ਵੀ ਸਟੋਰੀਆਂ ਬਣ ਕੇ ਤੇ ਸੁਣ ਕੇ ਜਾਂ ਉਸ ਤਰ੍ਹਾਂ ਵੀ ਦਿਲ 'ਚ ਨਫ਼ਰਤ ਇਸ ਹੱਦ ਤੱਕ ਚਲੀ ਜਾਂਦੀ ਹੈ, ਔਰ ਫਿਰ ਉਹ ਰਿਸ਼ਤਿਆਂ ਦੇ ਵਿੱਚ ਇਤਨੀ ਜ਼ਿਆਦਾ ਦੂਰੀ ਆ ਜਾਂਦੀ ਹੈ ਕਿ 10-15 ਸਾਲਾਂ ਬਾਅਦ ਜਦੋਂ ਉਹ ਬੱਚੇ ਤੇ ਉਹ ਚਾਚਾ ਘੋਲਦਾ ਮਿਲਦਾ ਨਾ, ਹੁੰਦੇ ਤੇ ਖੂਨੀ ਰਿਸ਼ਤੇ ਨੇ, ਤੇ ਤੁਸੀਂ ਦੇਖਿਆ ਹੋਣਾ ਉਹ ਸਵਾਦ ਨਹੀਂ ਰਹਿੰਦਾ। ਉਹ ਬੱਚੇ ਉਹਨਾਂ ਰਿਸ਼ਤੇਦਾਰਾਂ ਦੇ ਵਿੱਚ ਬੈਠੇ, ਉਹ ਜਿਵੇਂ ਹੁੰਦਾ ਨਾ ਪੁਰਾਣੀਆਂ, ਮਸਲਨ ਉਹ ਰਿਸ਼ਤੇਦਾਰ ਜਿਨ੍ਹਾਂ ਦੇ ਵਿੱਚ ਨਫ਼ਰਤ ਨਹੀਂ ਪਾਈ ਜਾਂਦੀ ਤੇ ਉਹ ਬੱਚੇ ਜਿਨ੍ਹਾਂ 'ਚ ਪਾਈ ਜਾਂਦੀ ਏ, ਇਹ ਬੜਾ ਜ਼ਮੀਨ ਅਸਮਾਨ ਦਾ ਫਰਕ ਹੁੰਦਾ। ਜਦੋਂ ਵਾਪਸੀ ਇਕੱਠੇ ਹੋ ਜਾਂਦੇ ਨੇ, ਉਹ ਐਵੇਂ ਸਤੀ ਜਿਹਾ ਤਲਕ ਹੋ ਜਾਂਦਾ, ਕਿਉਂਕਿ ਉਹ ਪਿਛਲੀ ਹਿਸਟਰੀ ਤੇ ਉਹ ਗੱਲਾਂ ਤੇ ਉਹ ਤਰਬੀਅਤ ਤੇ ਹਾਲਾਤ ਸਾਰੇ ਜਮ੍ਹਾਂ ਕਰਕੇ, ਤੇ ਜਦੋਂ ਬੋਲਣ ਵੀ ਲੱਗਦੇ ਨਾ ਬੱਚੇ ਉਸ ਚਾਚੇ ਨਾਲ, ਤੇ ਉਸ ਹੱਦ ਤੱਕ ਕੰਮ ਬਣਦਾ ਨਹੀਂ, ਠੀਕ ਹੈ। ਫਿਰ ਉਹ ਬੱਚੇ ਕੀ ਕਰਦੇ ਨੇ, ਫਿਰ ਉਹ ਬੱਚੇ ਜਾਂ ਤੇ ਨਵੇਂ ਰਿਸ਼ਤੇ ਲੱਭਦੇ ਨੇ, ਕੋਈ ਹੋਰ ਕੋਈ ਰਿਸ਼ਤੇ ਲੱਭ ਲਏ,
ਜੇ ਰਿਸ਼ਤਾ ਕਰਨਾ ਵੀ ਹੈ ਤੇ ਉਹਨਾਂ ਫਿਰ ਕਿਤੇ ਬਾਹਰ ਕਰਨਾ ਹੈ ਆਪਣਿਆਂ ਤੋਂ, ਕਿਉਂਕਿ ਆਪਣਿਆਂ ਦੇ ਨਾਲ ਉਹ ਸੁਰ ਸਲੂਕੀ ਨਹੀਂ ਹੁੰਦਾ। ਠੀਕ ਹੈ, ਸਮ ਟਾਈਮ ਬਦਕਿਸਮਤੀ ਨਾਲ ਇਹ ਵੀ ਹੁੰਦਾ ਹੈ ਕਿ ਜਿਹੜੇ ਉਹ ਆਪਣੇ ਹੁੰਦੇ ਨੇ ਉਹ ਵੀ ਕਈ ਵਾਰੀ ਆਉਂਦੇ ਨੇ ਕਿ ਯਾਰ ਨਹੀਂ ਅਸੀਂ ਇਹਨਾਂ ਨਾਲ ਨਹੀਂ ਕਰਨਾ, ਉਹ ਇਹ ਤਾਂ ਯਾਰ ਸਾਰੀ ਉਮਰ ਸਾਨੂੰ ਗਾਲਾਂ ਕੱਢਦੇ ਰਹਿਣ, ਦਫਾ ਕਰੋ। ਠੀਕ ਹੈ, ਉਹ ਬੱਚੀਆਂ ਬੱਚੇ ਫਿਰ ਨਵੇਂ ਰਿਸ਼ਤੇ ਲੱਭਦੇ ਨੇ ਆਪਣੀ ਜ਼ਿੰਦਗੀ ਗੁਜ਼ਾਰਨ ਵਾਸਤੇ। ਕਾਦੀਆਨੀ ਜਿਹੜਾ ਨਾ, ਜੋ ਮੇਰੀ ਅੰਡਰਸਟੈਂਡਿੰਗ ਹੈ, ਜਿਹਨੇ ਸਾਰੀ ਉਮਰ ਹਜ਼ਰਤ ਈਸਾ ਅਲੈਹਿਸਲਾਮ ਦੀ ਤੋਹੀਨ ਆਪਣੇ ਘਰ 'ਚ, ਮਜ਼ਾਕ, ਤੋਹੀਨ, ਮੌਲਵੀਆਂ ਦੇ ਬਾਰੇ 'ਚ ਨਫ਼ਰਤ, ਦਾੜੀ ਤੋਂ ਨਫ਼ਰਤ, ਢਿੱਡ ਤੋਂ ਨਫ਼ਰਤ, ਜਿਹੜੇ ਇਸ ਤਰ੍ਹਾਂ ਦਾ ਸਾਰੀ ਜ਼ਿੰਦਗੀ ਉਹਦੀ ਲੰਘ ਗਈ ਹੈ ਆਪਣੇ ਘਰਾਂ 'ਚ, ਆਪਣੀ ਮਹਿਫਲਾਂ 'ਚ ਇਹਨਾਂ ਤਿੰਨਾਂ ਚੌਂ ਚੀਜ਼ਾਂ ਨੂੰ ਦੀ ਤੋਹੀਨ ਵਹਿੰਦੇ ਆ। ਜਦੋਂ ਉਹ ਕਾਦੀਆਨੀ ਮਲੰਗ ਛੱਡਦਾ ਨਾ ਤੇ ਉਹ ਯਕੀਨ ਕਰੋ ਵਾਪਸ ਉਹਦਾ ਦਿਲ ਨਹੀਂ ਕਰਦਾ। ਦਿਲ ਤੋਂ ਮੁਰਾਦ ਇਹ ਵੇ ਕਿ ਉਹ ਵਾਪਸ ਉਹਨਾਂ ਮੌਲਵੀਆਂ ਨਾਲ, ਉਹਨਾਂ ਉਲਾਮਾ ਨਾਲ, ਉਹਨਾਂ ਮਦਰਸਿਆਂ ਦੇ ਨਾਲ ਉਹਦਾ ਚੱਲਣਾ ਮੂੰਹ ਜਦੋਂ ਘੱਟ ਨਹੀਂ ਚੱਲ ਸਕਦਾ। ਬੜੀ ਕਿਸੇ ਦੀ ਖੁਸ਼ ਨਸੀਬੀ ਹੋਏਗੀ ਕਾਦੀਆਨੀਆਂ ਚੋਂ ਨਿਕਲਣ ਵਾਲਾ ਬੰਦਾ ਜਾਂ ਬੀਬੀ, ਜੋ ਮੇਰੀ ਅੰਡਰਸਟੈਂਡਿੰਗ ਹੈ, ਉਹ ਦਹਿਰੀਆ ਹੋ ਜਾਏਗਾ, ਹੋ ਨਹੀਂ ਜਾਏਗਾ। ਉਹਦੇ 100 ਚੋਂ 98% ਚਾਂਸਸ ਨੇ। ਜਿਹਨੂੰ ਆਂਦੇ ਨਾ ਕਿ ਇਹਦਾ ਦੀਨ ਤੇ ਦੁਨੀਆ ਤਬਾਹ ਕੀਤਾ, ਖੁਦਾ ਦੀ ਕਸਮ ਇਹਨਾਂ ਕਾਦੀਆਨੀ ਪੀਰਾਂ ਨੇ, ਕਾਦੀਆਨੀ ਮਲੰਗਣੀਆਂ ਦਾ ਦੁਨੀਆ ਤੇ ਚੰਦੇ ਦੇ ਨਾਂ ਤੇ ਲੁੱਟ ਲਈ ਹੈ, ਰਿਸ਼ਤੇ ਲੁੱਟ ਲਏ ਨੇ ਤੇ ਦੀਨ ਵੀ ਲੁੱਟ ਲਿਆ। ਕਾਦੀਆਨੀਆਂ ਚੋਂ ਨਿਕਲਣ ਵਾਲਾ ਮੈਂ ਕੋਈ ਇਹ ਨਹੀਂ ਕਿ ਤਕਰੀਰ ਪਿਆ ਕਰਨਾ ਜੋ ਮੈਂ ਸੋਚਣਾ। ਕਾਦੀਆਨੀਆਂ ਚੋਂ ਨਿਕਲਣ ਵਾਲਾ ਬੰਦਾ ਜਿਹੜਾ ਨਾ, ਉਹਦਾ ਵਾਪਸ ਇਸਲਾਮ ਵੱਲ ਆਉਣਾ ਜਾਂ ਉਸ ਤਰ੍ਹਾਂ ਸਮੂਥਲੀ ਉਸ ਸਿਸਟਮ 'ਚ ਘੁਲ ਮਿਲ ਜਾਣਾ ਮੁੱਝ ਤੋਂ ਘੱਟ ਨਹੀਂ, ਬਹੁਤ ਮੁਸ਼ਕਲ ਹੈ। अस्सलाम वालेकुम। ठीक है जी, ये मेरी अंडरस्टैंडिंग है अमर भाई। आमिर भाई, आमिर भाई दिहाड़ी लगी आज ਤੁਹਾਡੀ ਕੋਈ ਨਹੀਂ ਲੱਗੀ? ਸੁਣਨਾ ਪਿਆ ਮੈਂ, ਠੀਕ ਚਲਾ ਮਾਰਿਆ ਤੇ ਵੱਟਾ ਕਿਉਂ ਕੋ ਨਹੀਂ? ਨਹੀਂ, ਤੁਸੀਂ ਦਿਹਾੜੀ ਅਗਰ ਲਾਣੀ ਹੈ ਤੇ ਅਹਿਮਦ ਜੱਟ ਸਾਹਿਬ ਨੇ ਬਰਾਡ ਲਾਈ ਹੈ, ਅਗਰ ਦਿਹਾੜੀ ਲਾਣੀ ਹੈ ਤੇ ਆ ਜਾਓ। ਅਹਿਮਦ ਜੱਟ ਨੇ ਬਰਾਡ ਲਾਈ? ਹਾਂਜੀ। ਨਹੀਂ ਉਹ ਤੇ ਇੰਝ ਹੀ ਹੈ ਨਾ, ਜਿਸ ਤਰ੍ਹਾਂ ਇਹਨੇ ਦੂਜੇ ਦੋ ਤਰੇ ਇਹਨਾਂ ਦਾ ਨਿੱਕੀ ਸਰਕਾਰ ਤੇ ਕੀ ਇਹਦਾ ਨਾਂ ਹੈ, ਗਾਲੀਬਾਜ਼ ਨੇ ਸਰ। ਇਹ ਆਮਰ ਭਾਈ ਜੱਟ ਤੋਂ ਮੈਨੂੰ ਯਾਦ ਹੈ ਸਤੰਬਰ ਦੇ ਵਿੱਚ ਇਹਨੂੰ ਹੋਮਵਰਕ ਦਿੱਤਾ ਸੀ ਸੈਯਦਨਾ ਹੁਸੈਨ ਦੀਆਂ ਗੁਸਤਾਖੀਆਂ ਵਾਲਾ, 3 ਹਵਾਲੇ 4 ਹਵਾਲੇ ਇਹਨੂੰ ਦਿੱਤੇ ਸਨ ਰੂਹਾਨੀ ਖਜ਼ਾਇਨ ਦੇ। ਇਹਨੇ ਕਿਹਾ ਸੀ ਮੈਂ ਰੂਹਾਨੀ ਖਜ਼ਾਇਨ ਪੜ੍ਹਨੀ ਸ਼ੁਰੂ ਕੀਤੀ ਹੈ, ਹੁਣ ਕਦੀ ਮਿਲੇਗਾ ਤੇ ਪੁੱਛਣਾ ਕਿ ਉਹ ਯਾਰ ਉਹ ਹੋਮਵਰਕ ਤੂੰ ਲੈ ਕੇ ਗਿਆ ਸਾ, ਹੁਣ ਤੂੰ ਕਾਫੀ ਗੱਲਾਂ ਕਰਨੀਆਂ ਸ਼ੁਰੂ ਕਰਤੀਆਂ। ਸਤੰਬਰ ਦਾ ਡਿਊ ਹੈ, ਦਸੰਬਰ ਹੋਣ ਵਾਲਾ ਹੈ, ਉਹ ਲੋਕੀ ਜਵਾਬ ਪੁੱਛਦੇ ਨੇ, ਜਵਾਬ ਦੇ ਉਹਨਾਂ ਗੁਸਤਾਖੀਆਂ ਦਾ। ਕੋਈ ਜਵਾਬ ਨਹੀਂ ਹੈਗਾ। ਤੁਹਾਨੂੰ ਸ਼ੁਰੂ ਦੇ ਵਿੱਚ ਆਇਆ ਸੀ ਤੇ ਇਹਨੂੰ ਕਿਹਾ ਸੀ ਯਾਰ ਹਫਤੇ ਬਾਅਦ ਕਿ ਯਾਰ ਉਹ ਪਿਛਲੇ ਵੀਕ ਤੈਨੂੰ ਰੈਫਰੈਂਸ ਦਿੱਤੇ ਸਨ, ਤੁਸੀਂ ਕਿਹਾ ਸੀ ਹੁਣੇ ਨਾ ਪੁੱਛੋ ਯਾਰ, ਹੁਣੇ ਪਹੁੰਚ ਰਿਹਾ। ਉਹਨੇ ਕਿਹਾ ਸੀ ਹੁਣੇ ਮੈਂ ਰੂਹਾਨੀ ਖਜ਼ਾਇਨ ਸ਼ੁਰੂ ਕੀਤੀ ਹੈ, ਤੇ ਜਦੋਂ ਉਹਨਾਂ ਰੈਫਰੈਂਸਾਂ ਤੇ ਪਹੁੰਚਾਂਗਾ। आप मैसेज ना नीचे करें, उनको कॉल ही डाला करें, बस कॉल उठा लें तो ठीक है, नहीं तो दरवाजा खटखटाया है। ਦੱਸੋ ਜਿਹੜੀ ਹੁਣ ਤੁਸੀਂ ਮਾਈਂਡ ਰੋਸਟਰ ਦੀ ਪਲੇ ਕੀਤੀ ਹੈ, ਲਾਈਵ ਸੀ ਕਿ ਇੱਕ ਰਿਕਾਰਡਿੰਗ ਸੀ ਜਿਹੜੀ ਹੁਣ ਤੁਸੀਂ ਪਲੇ ਕੀਤੀ ਹੈ? ਲਾਈਵ ਪਿੱਟਦੇ ਨੇ ਪੇ ਮਾਤਮ ਕਰਦੇ ਨੇ ਪੇ ਸੁਣਨੀ ਜੇ। ਅੱਛਾ, ਇਹਦੇ ਅਲਫਾਜ਼ ਤੁਸੀਂ ਸੁਣੇ ਨੇ? ਕੀ ਵਜ੍ਹਾ ਬਿਆਨ ਕਰ ਰਿਹਾ ਪੀਰ ਅਸਕਲਾਨੀ ਸਾਹਿਬ ਦੇ ਗਰੁੱਪ ਛੱਡਣ ਦੀ ਕਿ ਕਾਦੀਆਨੀ ਜਿਹੜੇ ਨੇ ਉਹ ਨਬੀ ਕਰੀਮ ਸੱਲੱਲਾਹੁ ਅਲੈहि ਵਸੱਲਮ ਨੂੰ ਗਾਲੀਆਂ ਦਿੰਦੇ ਸਨ? ਇਕਰਾਰ करदा पिया हमारे नबी को गालियां सुनता है हमारा एमडी, तो वो तो ईमान का कमजोर हुआ ना। उसको बात यही है ना कि कोई इंसान जो कहता है मैं वो सारा कुछ करवा के कहना जी साडे ते फतवा ना लाओ। फतवा की भाई गल भी ना बंदा अगला करे, तुसी जाके उत्थे गालां कटवाउण दे सहूलतकार बनो ते अगला बंदा गल भी ना करे, तुहानू दसे भी ना। ये अगर अमल जड़ा है सहूलतकार, इनके पास 10 बंदे भी नहीं हो, 10 बंदे इनकी गालियां कितनी देर तक सुनेंगे? या हमारे बंदे खुद जाके जो है ना उनको वो देते हैं, क्या सहूलतकार ही कर देना ना, सहूलत ਉਹਨਾਂ ਗਾਲਾਂ ਦੇ ਵਿੱਚ ਉਹਨਾਂ ਦੀ ਮਦਦਗਾਰ ਬਣਦੇ ਨੇ।
भैया अगर आपसे कोई ना भी बात करे क्या फर्क पड़ता है? हम यहाँ पे बैठे होते हैं, 4 बंदे बैठे, हमें कोई मसला नहीं, कोई परवाह नहीं है, कोई खुराक भी नहीं होती कि हम जाए जाके चेक करें। मतलब अब बंदे बंदे पर है ना, बंदा खुद ही हल्का होगा, क्या कर सकते? सही बात है, सही हल्का बंदा होगा, वो कहता है मैं थोड़ा बोर हो ਭੇਜਿਆ ਸੀ ਕੱਲ ਨੂੰ ਜਾ ਕੇ ਅਹਿਮਦ ਰਜ਼ਾ ਦੇ ਫਤਵੇ ਸੁਣਾ ਸੁਣਾਣਾ ਫਤਵੇ ਸੱਚ ਕੀ ਕਿਹਾ ਫੈਸਲ ਭਾਈ? ਕਿ ਸਾਰਾ ਕਸੂਰ ਇਸੇ ਨੇ ਕੱਲ ਨੂੰ ਪੱਟੀ ਪੜਾਈ ਜਾ ਕੇ ਉੱਥੇ ਅਹਿਮਦ ਰਜ਼ਾ ਦੇ ਫਤਵੇ ਸੁਣਾ। ਅਹਿਮਦ ਰਜ਼ਾ ਦੇ ਫਤਵੇ ਤੇ ਤੂੰ ਸੁਣਾ ਲਏ ਨੇ, ਜਵਾਬ ਚ ਜੋ ਸੁਣਿਆ ਹੀ ਹੁਣ ਉਹਦੀ ਵੀ ਛਤਰੌਲ ਵੀ ਤੇ ਇਹਦੇ ਇਸੇ ਨੇ ਕਸੂਰ ਹੈ ਨਾ। ਇਹ ਤੇ ਅੱਜ ਤੇ ਕੋਈ ਸਾਡੀ ਮਰਜ਼ੀ ਦਾ ਰੰਦਾ ਫਿਰਿਆ ਹੀ ਨਹੀਂ। ਮੈਂ ਤੁਹਾਨੂੰ ਕਹਿੰਦਾ ਕਿ ਇਹਨੂੰ 2-3 ਵਾਰੀ ਰੰਦਾ ਫਿਰ ਲੈਣ ਦਿਓ। ਇਹ ਇਮਰਾਨ ਕੱਲ ਨੂੰ ਚੁੱਕ ਕੇ ਨਾ ਤੇ ਆਪ ਬਾਹਰ ਮਾਰਨਗੇ, ਜਿਸ ਤਰ੍ਹਾਂ ਭੱਟੀ ਪੈ ਗਾਲਾਂ ਕੱਢਦੇ ਇੰਨੀ ਗਾਲਾਂ ਕੱਢਣਗੇ, ਤੇਰੀ ਫਲਾਨ ਢੀਂਗ ਤੂੰ ਸਾਡੇ ਮਸੀਹ ਮੌਤ ਦੀ ਮੰਜੀ ਠੁਕਵਾਏ। ਇਹਨੂੰ ਇਹ ਤੇ ਇਹਨਾਂ ਨੇ ਵੇਖਿਆ ਹੀ ਕੁਝ ਨਹੀਂ ਹੈ। ਇਹਨਾਂ ਦੀ ਬਰਾੜ ਤੇ ਜਾ ਕੇ ਬੜੀ ਨਰਮੀ ਨਾਲ ਜ਼ਿਆ ਭਾਈ ਗੱਲ ਕਰਦੇ ਰਹੇ ਨੇ ਨਾ। ਤੇਰੇ ਆਮਦਾ ਕਾਬੂ ਤੇ ਇਨਸ਼ਾਅੱਲਾ ਇਹਦਾ ਤਬੀਅਤ ਠੀਕ ਹੋ ਜਾਵੇ, ਫਿਕਰ ਨਾ ਕਰੋ। ਅੱਜ ਮਿਰਜ਼ਾ ਸਾਹਿਬ ਦਾ ਕਲਾਮ ਪੜ੍ਹਦੇ ਪਏ ਸਨ ਨਾ ਜ਼ਿਆ ਰਸੂਲ ਭਾਈ, ਓ ਹੋ ਉਹਨਾਂ ਦਾ ਕਲਾਮ ਉਹਨਾਂ ਕੋਲ ਥੱਲੇ ਹੀ ਨਹੀਂ ਸੀ, ਗਲੇ ਦੇ ਥੱਲੇ ਨਹੀਂ ਸੀ ਉਤਰ ਰਿਹਾ ਜਿਹੜਾ ਮਿਰਜ਼ਾ ਸਾਹਿਬ ਦਾ ਕਲਾਮ ਪੜ੍ਹਿਆ ਜਾ ਰਿਹਾ ਸੀ। ਇਹ ਮਰਨ ਵਾਲੇ ਹੋ ਜਾਂਦੇ ਨੇ ਮਿਰਜ਼ਾ ਸਾਹਿਬ ਦੀ ਕੋਈ ਤਹਿਰੀਰ ਸੁਣ ਲੈਣ ਤੇ, ਏਡੇ ਜਿਹੇ ਪੁੱਤਰ ਨੇ। ਲਫ਼ਜ਼ ਤੇਰੇ ਨਬੀ ਨੇ ਆਪ ਆਪਣੇ ਹੱਥ ਨਾਲ ਲਿਖੇ ਨੇ, ਉਹਦੇ ਬਾਰੇ ਦੇ ਵਿੱਚ ਲਿਖੇ ਗਏ ਨੇ, ਅਸੀਂ ਤੇ ਸਿਰਫ ਸੁਣਾ ਰਹੇ ਹਾਂ। ਇਹਦੇ ਚ ਤੋਹੀਨ ਹੋ ਗਈ। ਅਮਰ ਭਾਈ ਮੈਂ ਤਲਤ ਮਲੰਗ ਦੀ ਬਰਾੜ ਤੇ ਗਿਆ। ਅਮਰ ਭਾਈ ਮੈਂ ਇੱਥੇ ਹੀ ਆ। ਅੱਛਾ ਤਲਤ ਮਲੰਗ ਤੇ 3-4 ਦਿਨ ਮੈਨੂੰ ਨਜ਼ਰ ਹੀ ਨਹੀਂ ਆ ਰਿਹਾ। ਕਿਹੜੇ ਤਲਤ? 2 ਤਲਤ ਨੇ, ਕਿਹੜੇ ਤਲਤ ਦੀ ਗੱਲ ਕਰ? ਉਹ ਹੀ ਤਲਤ ਮਲੰਗ ਜਿਹੜਾ ਕਸਮਾਂ ਚੁੱਕਣ ਵਾਸਤੇ ਰੱਖਿਆ, ਜਿਹੜਾ ਆਂਦਾ ਹੁੰਦਾ ਰੱਬੇ ਕਾਬਾ ਦੀ ਕਸਮ। ਹਾਂ ਅੱਛਾ ਉਹੀ ਕਹਿੰਦਾ 3-4 ਦਿਨ ਮੈਨੂੰ ਨਜ਼ਰ ਨਹੀਂ ਆ ਰਿਹਾ, 3 ਦਿਨ ਹੋ ਗਏ। ਆਹੋ ਉਹਦਾ ਕਸਮਾਂ ਚੁੱਕਣਾ। ਅਸਲਾਮ ਅਲੈਕੁਮ ਵਰਹਿਮਤੁਲਾਹ ਵਬਰਕਾਤੁਹੂ। ਉਹਨੇ ਕੋਈ ਗੱਲ ਇਖਤਲਾਫ ਹੋਇਆ ਤੇ ਮੈਨੂੰ ਉਹਨੇ ਕੱਢਿਆ ਉਥੋਂ ਤੇ ਇਖਤਲਾਫ ਹੋਇਆ ਅਸਲ ਚ ਕਿ ਮੈਂ ਕਿਹਾ ਮਿਰਜ਼ਾ ਸਾਹਿਬ ਨੇ ਹਿੰਦੂਆਂ ਦੀ ਬੀਬੀਆਂ ਦੇ ਉੱਤੇ ਜਿਹੜੇ ਸ਼ੇਰ ਕਹੇ ਨੇ ਇਹ ਜੀ ਉਹ ਹਿੰਦੂਆਂ ਦਾ ਅਕੀਦਾ ਦੱਸਿਆ। ਮੈਂ ਕਿਹਾ ਅਕੀਦਾ ਤੇ ਨਹੀਂ ਦੱਸਿਆ, ਉਹ ਤੇ ਤਹੀਨ ਪੇ ਕਰਦੇ ਨੇ, ਸਿੱਧੇ ਸਿੱਧੇ ਤਾਨੇ ਦੇ ਰਹੇ ਨੇ ਬੀਬੀਆਂ ਨੂੰ ਕਿ ਬਈ ਤੁਹਾਡਾ ਐੜੀ ਹਰਕਤ ਹੈ ਉਹ ਇਸ ਵਜ੍ਹਾ ਤੋਂ ਹੈ। ਤੇ ਉਹ ਮੈਂ ਕਿਹਾ ਅਕੀਦਾ ਤੇ ਨਹੀਂ ਦੱਸ ਰਹੇ। ਅਖੀਰ ਆਂਦਾ ਮੈਂ ਤੇਰੀ ਮਾਫੀ ਮੰਗਣਾ, ਮੈਨੂੰ ਕੱਢ ਕੇ ਨਾ ਮਾਸ਼ਾਅੱਲਾ ਮੈਨੂੰ ਅਮਰ ਭਾਈ ਕੱਢ ਕੇ ਕੀ ਹਾਲ ਚਾਲ ਹੈ? ਸੌਰੀ ਜਾ ਭਾਈ ਡਾਕਟਰ ਸਾਹਿਬ ਆ ਨਾ ਪੀਰ ਆਸਕਾਨੀ ਭਾਈ ਆਏ ਨੇ। ਹਾਂਜੀ ਤੇ ਇਹਨਾਂ ਦੀ ਜੱਫੀ ਪਵਾਓ ਅਮਰ ਨਜ਼ੀਰ ਭਾਈ ਨਾਲ। मैं खाना खा रहा हूँ, उसके बाद बात करता हूँ इंशाल्लाह। ਅੱਛਾ ਜੀ ਤੁਸੀਂ ਖਾ ਲਓ। ਉਹ ਅਮਰ ਭਾਈ ਮੈਨੂੰ ਕੱਢ ਕੇ ਨਾ ਤੇ ਜੇ ਤਲਤ ਮਲੰਗ ਨੇ ਜਿਵੇਂ ਹੁੰਦਾ ਨਾ ਬੰਦਾ ਧੱਕੇ ਧੁੱਕੇ ਦੇ ਕੇ ਕਿਹਨੂੰ ਕੱਢ ਕੇ ਤੇ ਬੰਦਾ ਖੁਸ਼ ਹੋ ਕੇ ਅਜੇ ਸਾਹ ਲੈਂਦਾ ਪਿੱਛੇ ਬੰਦੇ ਦੂਤਰਾ ਹੀ ਹੈ ਪ੍ਰੋਗਰਾਮ ਚ ਤੇ ਮੈਨੂੰ ਵਿਚਾਰਾ ਕੱਢ ਕੇ ਜੇ ਸਾਹ ਲੈਣ ਲੱਗਾ ਤੇ ਇੱਕ ਕੋਲੋਂ ਹੋਰ ਆਮ ਮੁਸਲਮਾਨ ਭਰਾ ਬੋਲ ਪਿਆ, ਆਂਦਾ ਜੀ ਚਲੋ ਚੌਧਰੀ ਸਾਹਿਬ ਚਲੇ ਗਏ ਨੇ, ਮੈਂ ਤੁਹਾਨੂੰ ਮਿਰਜ਼ਾ ਸਾਹਿਬ ਦੀ ਕਿਤਾਬਾਂ ਪੜ੍ਹ ਕੇ ਸੁਣਾਵਾਂ। ਤੇ ਉਹਨੂੰ ਤਲਤ ਮਲੰਗ ਆਂਦਾ ਰਹਿਣ ਦਿਓ ਕਿਤਾਬਾਂ। ਤੂੰ ਆਂਦਾ ਤਲਤ ਸਾਹਿਬ ਫਰਿਸ਼ਤੇ ਨਾਜ਼ਲ ਹੋਣਗੇ। ਫਰਿਸ਼ਤੇ ਆਂਦਾ ਨਿਕਲ ਇੱਥੋਂ, ਫਰਿਸ਼ਤੇ ਨਾਜ਼ਲ ਬਾਅਦ ਚ ਯਕੀਨ ਕਰੋ ਮੈਂ ਉਹਦਾ ਜਿਹੜਾ ਅੰਦਾਜ਼ ਸੀ ਨਾ ਮੁੰਡੇ ਦਾ ਆਖਣ ਦਾ, ਆਂਦਾ ਚੱਲ ਸਰ ਸਭ ਛੱਡੋ ਚੌਧਰੀ ਸਾਹਿਬ ਨੂੰ, ਫਰਿਸ਼ਤੇ ਨਾਜ਼ਲ ਹੋਣਗੇ, ਮੈਂ ਪੜ੍ਹਾਂ ਕਿਤਾਬ। ਆਂਦਾ ਨਿਕਲ ਇੱਥੋਂ ਤੂੰ, ਫਰਿਸ਼ਤੇ ਨਾਜ਼ਲ। ਨਹੀਂ ਜ਼ਿਆ ਭਾਈ ਧੰਨਵਾਦ ਮੈਂ ਤਾਂ ਮਾਰੀ ਇਹ ਵੀ ਜਿੰਨਾ ਕੁ ਤੁਸੀਂ ਕਰ ਆਏ ਹੋ ਨਾ ਇਹਨਾਂ ਕੋਲ ਉਹ ਵੀ ਹਜ਼ਮ ਨਹੀਂ ਪਿਆ ਹੁੰਦਾ। ਤੇ ਸਾਡੇ ਹਿਸਾਬ ਚ ਤੇ ਅੱਜ ਹੋਇਆ ਹੀ ਕੱਖ ਨਹੀਂ। ਸਾਡੇ ਹਿਸਾਬ ਤੇ ਅਸੀਂ 3-4 ਘੰਟੇ ਭਾਨਾ ਆ ਤੇ ਉਹ ਇਹ ਰੋਂਦੇ ਨੇ ਪਏ। ਉਹ ਪਏ ਅਮਰ ਨਜ਼ੀਰ ਭਾਈ ਗੱਲ ਨਾ ਬਦਲੋ। ਪੀਰ ਆਸਕਾਨੀ ਭਾਈ ਆਏ ਆ ਤੇ ਪਹਿਲੇ ਜੱਫੀ ਪਾਓ। ਨਹੀਂ ਚਲੋ ਠੀਕ ਹੈ। ਉਂਝ ਮੈਂ ਪਿਆ ਨਾ ਉਹ ਰੋਂਦੇ ਨੇ ਵੀ ਬੱਲਾ ਤੁਹਾਡਾ ਨਾਂ ਲੈ ਲੈ ਕੇ ਨਾ। ਉਹ ਆਂਦੇ ਨੇ ਚਿੱਤ ਕੇ ਉਹ ਪਿਆ ਨਾਸਰ ਪਿਆ ਆਂਦਾ ਕਿ ਮੈਂ ਉਹਨਾਂ ਨੂੰ ਕਿਹਾ ਡਾਕਟਰ ਸਾਹਿਬ ਡਾਕਟਰ ਜ਼ਿਕਰੀਆ ਨੂੰ ਮੈਂ ਕਿਹਾ ਡਾਕਟਰ ਸਾਹਿਬ ਮੈਨੂੰ ਤੇ ਪਸੰਦ ਨਹੀਂ ਆਇਆ ਤੁਹਾਡਾ ਤਰੀਕਾ। ਹੋਇਆ ਕੀ ਉੱਤੇ ਕੋੜੇ ਦੇ ਪੁੱਤਰ ਅਸੀਂ ਤਾਂ ਸਮਝਣਾ ਸਾਡੀ ਦਿਹਾੜੀ ਭਾਨ ਸੜੀ ਕੋਈ ਪ੍ਰੋਡਕਟਿਵ ਗੱਲ ਹੀ ਨਹੀਂ ਹੋਈ ਤੇ ਇਹਨਾਂ ਨਾਲ ਹੀ ਮਰਨ ਵਾਲੇ ਹੋਏ ਨੇ। ਭਾਈ ਕੀ ਹਾਲ ਚਾਲ ਹੈ? ਮੈਂ ਜੀ ਇਜਾਜ਼ਤ ਚਾਹਾਂ। ਅੱਛਾ ਸੱਚ ਤੁਹਾਨੂੰ ਜੱਫੀ ਪਾਣੀ ਹੈ? ਜੱਫੀ ਚੌਧਰੀ ਸਾਹਿਬ ਇੱਕ ਮਿੰਟ ਰੁਕ ਜਾਓ, ਤੁਹਾਨੂੰ ਮੈਂ ਰੋਕਿਆ ਕਾਹਦੇ ਵਾਸਤੇ? ਤੁਸੀਂ ਹੁਣ ਜਾਣ ਲੱਗੇ ਹੋ। वो कह रहे मैं खाना खा रहा हूँ, खाना खा के मैं बात करता हूँ। चलो चौधरी साहब फिर तुसी अपनी गल जारी रखो। ये ज़िया भाई चौधरी साहब जो बात कर रहे हैं ना फरिश्ते नाज़िल होने की,
ठीक है। तलत को उस दिन मैंने कहा था चौधरी साहब के साथ, वो पहले चौधरी साहब सुना रहे थे किताब में, तो उसने बदतमीजी करके उतार दिया। तो मैंने कहा चल तलत साहब छोड़ो, मेरा दिल आज सुबह सुबह का टाइम है, फरिश्ते नाज़िल हों। कहता बिस्मिल्लाह। मैंने कहा वो मिर्ज़ा साहब की किताबें पढ़नी है। देखें मिर्ज़ा साहब, जी जी, पीर आसकानी भाई दे आईडी चेक करो, ओरिजिनल आ। पता नहीं उन्होंने कहा था ओरिजिनल में क्या है ना, खाना खा लो। वो कह रहे थे मैं खाना खाने लगा हूँ, माइक खोल के कहा था। अच्छा ठीक। हाँ, मसला नहीं है, जब भी पाएंगे दमादी, कोई मसला नहीं। खुद भाई प्रॉब्लम ये है, तलत साहब जो है ना, उन्होंने मिर्जा साहब की कोई कलाम, कोई बुक, कोई चीज पढ़ी नहीं हुई। और मसला पता क्या हुआ है, चौधरी साहब को उन्होंने ना चौधरी साहब को उतारा, तो मैंने कहा, मैंने बड़े प्यार से कहा, मैंने कहा तलत साहब मेरा दिल करा सुबह सुबह का वक्त है, कोई अच्छी अच्छी बातें हो जाएं। जी बिस्मिल्लाह मेरे भाई। मैंने कहा फरिश्ते को 2-4 नाज़िल करवा लेते हैं। कहते हैं जी जी ज़रूर करवाओ। और मैंने रूहानी की साइन खोली ना, जब पढ़ना शुरू की, ये आप मिर्ज़ा साहब की किताबें क्यों पढ़ रहे हैं? मैंने कहा मिर्ज़ा साहब ने कहा है मेरी किताबें पढ़ने से फरिश्ते नाज़िल होते हैं, तो मेरा सुबह सुबह दिल कर रहा था को 2-4 फरिश्ते देख लूँ, मुझे भी उठा के नीचे। अच्छा, मैं आपको हकीकत बात बताता हूँ, जरा गौर से समझे बात को। तलत साहब जो है ना, वो बारहा इस हकीकत का आप लोगों को इजहार कर चुके हैं कि उन्होंने मिर्जा साहब का कोई कलाम नहीं पढ़ा, कोई बातें नहीं पढ़ी, लेकिन वो मिर्जा साहब पे ईमान ले आए हुए हैं। और वो ये भी कह चुके हुए हैं कि अगर आप मुझे मिर्जा साहब की कोई चीज साबित कर देना जो कि मिर्जा साहब ने गलत की है, मैं मिर्जा साहब पे छोड़ दूंगा। और एक दफा गुफ्तगू के दौरान वो मुझे ये भी बता चुके हैं कि एक दफा उनका ईमान इसी तरह के हवाले सुन के मुतज़लज़ल भी हो चुका है माजी में, ये भी वो मुझे बता चुके हैं। इसलिए अब वो कोई हवाला ना पढ़ने देते हैं, ना सुनने चाहते हैं, ना सुनने देते हैं, अनलेस कि उनके पास कोई बंदा मौजूद हो, टोनी जैसा, सिद्धू जैसा, जज्जे जैसा, कोई और जाहिल जो तावील कर सकता हो। तो जब तक आप जितनी मर्जी कोशिश कर लें, ना तो वो आपसे मिर्जा साहब का कलाम सुनेंगे, ना उसके ऊपर बहस करेंगे, क्योंकि वो कहते हैं एक दफा मैं इस तरह पहले भी मेरा ईमान मुतज़लज़ल हो गया था। अच्छा, एक आमिर भाई, मैं एक और, जो कादियानियत से निकलने वाले जो मलंग है ना, वो कई दफा बेजार होके बैठ जाते हैं। वो कहते हैं यार छोड़िए परे, दीन में क्या रखा है। उसकी मैं एक वजह भी थोड़ी सी दोस्तों से शेयर करता हूँ, जो मैं जो एक्सपीरियंस किया है। देखें, एक बंदा अगर बड़ी खुशी से कोई काम करे, बड़ी मेहनत से, मिसाल के तौर पे शादी है, शादी एक बंदा करता है, खर्चा करता है, लोगों में मशहूर करता है कि देखें जी जो मेरी होने वाली बीवी है, वो जी माशाल्लाह क्या बात है, रिश्ता बड़ा प्यारा मिल गया है, वो लोग बड़े अच्छे हैं, खर्चा है, सब कुछ किया उसने। और अगर उस रिश्ते में उसको धोखा मिलता है, और धोखा भी तवक्को से ज्यादा, तो कई दफा आप उसको पूछे ना कि आप यार ऐसे करो कि दोबारा शादी कर लो। अगर पहला रिश्ता खत्म हो जाए तो दूसरा रिश्ता उसको दोस्त मशवरा दे ना, तो वो बंदा सम टाइम इतना हर्ट हो चुका होता है, इतना वो पहले जो उसने किया है उससे वो तजर्बे से, शादी से इतना दूर हो चुका होता है कि वो कह देता है कि छोड़े यार, मैंने करना ही नहीं, यानी शादी में यार क्या पड़ा हुआ है, छोड़े यार। यानी कि उसका तजर्बा ने उसके दिल में शादी के मुकद्दस रिश्ते से नफरत डाल दी, जो उसका पहला बैड एक्सपीरियंस हुआ है। कादियानियत से निकलने वाले जो कादियानी मलंग मलंगनियां ना, उनमें से ज्यादातर, जैसे मैं था, ज्यादातर जो मलंग होते हैं वो बड़े जज्बाती किस्म के, ना उनको पता है कादियानियत है क्या, ना उनको पता है ये लानत का सिस्टम है ये क्या, ये जो इनके मरब्बियों का तरीके का वारदात क्या है, या मौलमीन का क्या है, ये जो चंदा देते हैं किधर ये जाता है। वो बस आंखें बंद करके जनाब चंदा देते हैं और जलसे में तंबू लगाते हैं, और जनाब समझते हैं कि हमने 14वीं सदी में इमाम मेहदी ने आना था, वो भी मान लिया, हम ना सिर्फ मुसलमान हैं बल्कि आला मुसलमान हैं, हमारी एक जमात है, हमारा एक निज़ाम है। वो इस तरह की बातें सुन सुन के वो दुनिया में समझ लें, जो आम कादियानी मासूम मलंग जो है, वो 10, 20 से 40 साल ऐसे ही समझ लें कि हवा में उड़ता फिरता है कि मैं जनाब, उसको पता ही नहीं है कि है ये असल लानत क्या।
اور زور شور سے چندہ دینا، دوڑ دوڑ کے قادیانی جو جماعت ہے اس کے کام کرنے، وقار عمل جو ہے، جو بھی سمجھ لیں سسٹم کا جو کام ہے، جب اس کو یہ پتہ چلتا ہے کہ وہ قادیانی پیر جن کو میں نور کے منارے سمجھتا تھا، وہ تو سارا خاندان اپنی بیٹیوں سے ریپ کرنے والے بدکار لوگ ہیں، جال ساز ہیں، تو اب قادیانی جو ہیں جو چھوڑ رہے ہیں اور بڑی تیزی سے یقین کریں چھوڑ رہے ہیں، وہ قادیانی تھک کے بیٹھ گئے ہیں۔ اس بات پہ بھی غور کر لیں کہ بڑھ بڑھ کے چندے دیے، لڑائیاں کی، نفرتیں لوگوں کی انہوں نے سمیٹی، کافر جو بھی کسی نے بول دیا بڑی خوشی سے کہ ہاں 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 ایسے ہوتا ہے، سچوں کے ساتھ کوئی بات نہیں، یہ جتیاں بھی سر چار پہیاں، تو دوسروں کو بتایا کہ واہ جی واہ، مجھے حالانکہ پڑھتی نہیں ہے یہ، مثلا ویسے میں مثال کے طور پہ کہہ رہا ہوں، یہ خود لوگوں کو مارتے ہیں، ظالم ہے یہ جماعت، لیکن اپنے آپ کو مظلوم اور نیک اور سب کچھ سمجھنا، اور جب پتہ چلا ہے کہ بیعتیں جھوٹ، عقیدہ بالکل جھوٹ، اور کردار اس سے غلیظ، تو یہ تو غلیظ کلٹ تھا جس کا ہم حصہ تھے، تو قادیانی جب اس قادیانیت کو چھوڑتا ہے تو اس سے اگر پوچھے نا کہ یار آپ مسلمان ہوئے ہیں، ہندو ہوئے ہیں، سکھ ہوئے ہیں، کدھر گئے ہیں، وہ کہتا ہے چھڈو جی کچھ کی پیا ہے، چھڈو اپنا دین چ کی پیا، بس ٹھیک ہے جی اپنا دنیا زندگی نگاؤ جی۔ اس کے پیچھے جو میری انڈرسٹینڈنگ ہے وہ یہ ہے کہ وہ جو 10-20 سال مذہب کی خاطر بڑھ چڑھ کے قربانیاں دینے کے بعد اس کو پتہ چلتا ہے کہ مجھے کچھ بھی نہیں ملا، تو جب وہ تھک جاتا ہے میرے سامنے، ہرٹ ہو کے، دکھی ہو کے یا بیزار ہو کے بیٹھ جاتا ہے۔ یہ بھی ایک وجہ ہے کہ قادیانیت سے نکلنے والے قادیانی ملنگ ملنگنیاں تھک ہار کے ان کو بھی چھوڑ دیتے ہیں اور کہیں اور بھی شامل نہیں ہوتے۔ جی عامر بھائی یہ میں کہنا چاہتا تھا۔ نیچے حسینی صاحب آئے ہیں اور طلعت صاحب بھی آئے ہوئے ہیں، دونوں میں سے کوئی بھی دوست اوپر آنا چاہے تو ضیاء بھائی پوچھ لیں، میں سیٹ بھی خالی کر دیتا ہوں اگر دونوں آنا چاہیں۔ دونوں کو لے لو، میں بھی نیچے اتر جاتا ہوں، دونوں کو لے لو۔ ان سے پوچھتے ہیں نا صاحب کے اوپر، طلعت صاحب کے اوپر جو دباؤ ڈالے جا رہے ہیں، دوستانہ تعلقات، دوسرے مذہبی ایموشنل بلیک میل جو ان دونوں دوستوں کو کیا جا رہا ہے، اس کے اوپر ان کے تاثرات لینے چاہیے نا۔ اچھا میں ایک بات کر کے چاہوں گا، بلکہ ضیاء بھائی نے بولا ہے کہ میں ساتھ رہوں، اگر چندہ سسٹر کو ٹائم ملے تو یہ جو 2 باتیں میں نے کی ہیں، چندہ سسٹر اگر آپ میری بات سن رہی ہیں، کہ قادیانیت سے نکلنے والے لوگ جو ہیں وہ کیا سوچتے ہیں، ان کو اس طرح کا جوائن کرنے میں کیا مشکلات ہیں، اگر وہ آ کے شیئر کرنا چاہیں جب ان کو ٹائم ملے۔ جی دوست کریں بات، آئی ایم سوری۔ جی السلام علیکم ورحمۃ اللہ۔ اچھا نیچے ڈاکٹر زکریا صاحب آئے ہیں، اگر وہ اوپر آنا چاہیں تو آ جائیں۔ طلعت صاحب تو نیچے نظر نہیں آ رہے کہیں، ڈاکٹر زکریا صاحب ہیں۔ کل اپنی لائف کے اوپر خود بات کرتے ہوئے گھبراتے ہیں، تو اس لائف پہ وہ یوسفی بھائی کیا بات کریں گے؟ وہ تو اپنی لائف کے اوپر کہہ رہے ہوتے ہیں کہ علیم کو کہہ کے مخاطب کرو، جو بات کرنی ہے میرے سے ڈائریکٹ مخاطب نہ ہو۔ ویسے وہ مجھے ڈاکٹر لگتے نہیں ہیں، جو حقیقت بات ہے، ان کی باتوں سے مجھے کوئی وارڈ بوائے شارٹ بوائے لگتے ہیں، لگتا ہے ان کا کس دن استاد ہے یہ ڈاکٹر زکریا صاحب سے کس دن میڈیکل کے کوسچن کرنے پڑیں گے پتہ کرنے کے لیے کہ واقعی MBBS کیا ہوا ہے یا کوئی وارڈ بوائے شارٹ بوائے ہیں۔ اچھا یہ جو جی عامر بھائی، محمد سلطان صاحب سنائیں کیا حال ہے؟ جی ٹھیک ٹھاک ہوں، میں بس ایک پریڈکشن جو تھا وہ کرنا چاہ رہا تھا، اگر آپ لوگ اجازت دیں۔ کریں
میری پروڈکشن یہ ہے کہ الٹیمیٹلی جو ہے نا مطلب کہ یہ جو آپ لوگوں کی گفتگو ہوتی ہے کسی نے جو ہوتی ہے وہ ان کی شکایت کر دینی ہے، جو بھی آپ لوگوں سے دوسری پارٹی بات کرتی ہے، اور ان کی جماعت کی طرف سے پابندی لگ جائے گی. کیونکہ جو ہے نا میں آپ کو اس کی اگزامپل دیتا ہوں کہ فرض کریں کہ مسلمان اور کرسچنز کی آپس میں بحثیں ہیں. اب ظاہری بات ہے کہ میں تو حضرت عیسیٰ کے اوپر اٹیک نہیں کر سکتا نا، میں حضرت عیسیٰ علیہ السلام کو نعوذ باللہ کچھ برا نہیں کہہ سکتا. لیکن کرسچنز جو ہوتی ہیں وہ بڑی گستاخیاں کرتے ہیں نبی صلی اللہ علیہ وسلم کی شان میں، جو گورے وغیرہ جو ہوتے وہ ہیں ان کے بہت سارے اعتراضات ہیں. تو اگر میں روز وہاں جا کے بحثیں کروں گا تو میرے اپنے جو مسلمان ہیں مستعد ہو جائیں گے اور شکایت کر دیں گے، اور بار بار سکتے کیونکہ ہماری جماعت بہت بڑی ہے. لیکن یہ ہے کہ جو احمدی ہیں جب وہ روز دیکھیں گے کہ یار یہ چیزیں ہو رہی ہیں اور گستاخیاں ہو رہی ہیں، تو کسی نے ان کی جو جماعت کا جو ہیڈ کوارٹر ہے نا انگلینڈ UK میں، ان کو فون کھڑکانے ہیں، اور یہ آپ لوگوں کی انٹرٹینمنٹ جو ہے وہ ختم ہو جائے گی. مجھے یہ لگ رہا ہے، میری پریڈکشن ہے. یہ کیا خیال ہے استاد؟ یاد ہے پالٹا کے اوپر 2004 مئی 2004 میں بھی یہی سین ہوا تھا، آپ کو یاد ہے؟ ہاں بالکل، یہ ریپیٹیشن ہوگی. کلائمیکس آ گیا ہوا ہے عامر نذیر صاحب، کلائمیکس آ گیا ہوا ہے، اس سے زیادہ نہیں ہوگا. اب وہ منع کر دیں گے، پھر آپ لوگ بھی ہاتھ ملتے رہ جائیں گے کہ بھائی یہ تو گیم ہی ختم ہو گئی، ساری کھیل ہی مک گئی. تو پھر کیا ہوگا؟ نہیں ختم ہوگا، یہ بات تو ٹھیک ہے، ہو جائے گا، ختم ہو جائے گا. جی نہیں میں میری دیکھیں میری جو انڈرسٹینڈنگ ہے، جو احمدی بین بائی اس وقت سوشل میڈیا پہ ہیں، میری جو انڈرسٹینڈنگ ہے اور جن سے میرا رابطہ ہے، وہ ان کے سوشل میڈیا کے ادھر جو بڑے